ਜੇਕਰ ਡੌਗ ਬਾਈਟ ਕਰ ਲਵੇ ਕਿੰਨਾ ਤੱਕ ਤੁਹਾਨੂੰ ਹਰਜਾਨਾ ਦੇਣਾ ਪੈ ਸਕਦਾ ਆ? ਇੱਥੇ ਰੂਲ ਹੈ ਬਰੈਂਪਟਨ ਸ਼ਹਿਰ ਦਾ ਸਿਟੀ ਦਾ ਕਿ ਡੌਗ ਰਜਿਸਟਰ ਕਰਨਾ ਹੁੰਦਾ ਹੈ। ਐਕਚੁਅਲੀ ਬਰੈਂਪਟਨ 'ਚ ਆਪਾਂ 3 ਰੱਖ ਸਕਦੇ ਹੈਗੇ ਆ। ਨੌਨ ਬਰੀਡਿੰਗ ਐਗਰੀਮੈਂਟ ਹੈ ਤਾਂ ਕਿ ਇਹ ਬੱਚੇ ਅੱਗੇ ਨਹੀਂ ਲੈ ਸਕਣਗੇ। ਬਟ ਇੱਕੋ ਚੀਜ਼ ਆ ਹਾਂ ਇੱਥੇ ਫ੍ਰੀ ਵਿਲੀ ਨਹੀਂ ਘੁੰਮ ਸਕਦਾ, ਉੱਥੇ ਫ੍ਰੀ ਵਿਲੀ ਘੁੰਮਦਾ ਸੀਗਾ। ਤਾਂ ਕਿਸੇ ਨੇ ਸ਼ਿਕਾਇਤ ਕਰਤੀ ਕਿ ਆਪਦੇ ਪੈਟ ਦਾ ਧਿਆਨ ਨਹੀਂ ਰੱਖਦੇ ਐਂਡ ਸਾਰਾ 에ਅਰਪੋਰਟ ਸਾਨੂੰ ਦੇਖ ਰਿਹਾ ਸੀਗਾ ਵੀ ਕੀ ਹੋ ਗਿਆ। ਪਰ ਜੇ ਤੁਸੀਂ ਸਿਰਫ ਖੇਡਣ ਲਈ ਲਿਆ ਤਾਂ ਫਿਰ ਪੈਟ ਨਹੀਂ ਲੈਣਾ ਚਾਹੀਦਾ। ਇਨਫੈਕਟ ਇੱਥੇ ਜੋ ਡਾਕਟਰ ਵੈਟ ਦਾ ਜੋ ਖਰਚਾ ਹੈ ਦੈਟ ਇਜ਼ ਪ੍ਰੀਟੀ ਮਚ ਹਾਈ ਲਾਈਕ ਮੈਨੀ ਫੋਲਡ। ਇੰਡੀਆ ਵਿੱਚ ਪੈਟ ਰੱਖਣਾ ਜ਼ਿਆਦਾ ਔਖਾ ਜਾਂ ਸੌਖਾ ਜਾਂ ਇੱਥੇ? ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਲਾਈਫ ਇਨ ਕੈਨੇਡਾ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਦੋਸਤੋ, ਅੱਜ ਦਾ ਐਪੀਸੋਡ ਹੈ ਖਾਸ ਤੌਰ ਤੇ ਡੌਗ ਲਵਰਸ ਦੇ ਲਈ। ਕਹਿੰਦੇ ਨੇ ਕਿ ਬਾਹਰਲੀ ਕੰਟਰੀਜ਼ ਦੀ ਗੱਲ ਕਰੀਏ, ਵੈਸਟਰਨ ਕੰਟਰੀਜ਼ ਦੀ, ਤੇ ਇੱਥੇ ਬੱਚਿਆਂ ਦਾ, ਬਜ਼ੁਰਗਾਂ ਦਾ ਤੇ ਐਨੀਮਲਸ ਦਾ ਬਹੁਤ ਰਾਈਟਸ ਹੈਗੇ ਨੇ। ਸੋ ਅੱਜ ਅਸੀਂ ਗੱਲਬਾਤ ਕਰਨ ਲੱਗੇ ਹਾਂ ਡੌਗਸ ਦੇ ਬਾਰੇ ਵਿੱਚ। ਕੈਨੇਡਾ ਵਿੱਚ ਤੁਸੀਂ ਡੌਗ ਰੱਖਣਾ ਆ ਤਾਂ ਉਹਦੇ ਲਈ ਤੁਹਾਨੂੰ ਕੀ ਫਾਰਮੈਲਿਟੀਜ਼ ਪੂਰੀਆਂ ਕਰਨੀਆਂ ਪੈਣਗੀਆਂ, ਕਿਹੜੀ ਬਰੀਡ ਦੇ ਡੌਗਸ ਜਿਹੜੇ ਆ ਇੱਥੇ ਜ਼ਿਆਦਾ ਘਰਾਂ ਦੇ ਵਿੱਚ ਐਜ਼ ਅ ਪੈਟ ਰੱਖੇ ਜਾਂਦੇ ਨੇ, ਇਹਦੇ ਲਈ ਤੁਹਾਨੂੰ ਕੀ ਜਿਹੜੀਆਂ ਨੇ ਫਾਰਮੈਲਿਟੀਜ਼ ਪੂਰੀਆਂ ਕਰਨੀਆਂ ਪੈਣੀਆਂ ਨੇ, ਤੇ ਇਸ ਤੋਂ ਇਲਾਵਾ ਜੇਕਰ ਡੌਗ ਬਾਈਟ ਕਰ ਲਵੇ ਕਿੰਨਾ ਤੱਕ ਤੁਹਾਨੂੰ ਹਰਜਾਨਾ ਦੇਣਾ ਪੈ ਸਕਦਾ ਆ। ਸੋ ਜੇ ਇਹ ਹੋਰ ਵੀ ਬਹੁਤ ਸਾਰੇ ਮੁੱਦੇ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਬਣੇ ਰਹੋ ਲਾਈਫ ਇਨ ਕੈਨੇਡਾ ਦੇ ਨਾਲ। ਗੁਰਪ੍ਰੀਤ ਖਹਿਰਾ ਜੀ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ ਟਾਈਮ ਦੇਣ ਲਈ ਸਭ ਤੋਂ ਪਹਿਲਾਂ ਸਰ। ਧੰਨਵਾਦ ਜੀ। ਸਰ, ਥੋੜੇ ਡੌਗਸ ਦੀ ਗੱਲ ਕਰੀਏ ਪਹਿਲਾਂ ਤਾਂ, ਕਿਹੜੀ ਇਹ ਬਰੀਡ ਹੈ? ਇਹ ਸਾਈਬੇਰੀਅਨ ਹਸਕੀ ਨੇ ਜੀ, ਦੋਏ ਇਹ ਪਿਓਰ ਬ੍ਰੈਡ ਹੈਗੇ ਨੇ। ਓਕੇ। ਯਾ ਤੇ ਇਹਨਾਂ ਦੀ ਏਜ ਕਿੰਨੀ ਕੁ ਹੋਏਗੀ? ਇਹ 2-2 ਸਾਲ ਦੇ ਨੇ। ਉਹ 1 ਮਹੀਨਾ ਵੱਡਾ ਹੈ, 1 ਮਹੀਨਾ ਛੋਟਾ ਹੈਗਾ ਜੀ। ਤੇ ਤੁਸੀਂ ਦੋ ਹੀ ਕਿਉਂ ਰੱਖੇ? ਐਕਚੁਅਲੀ ਬਰੈਂਪਟਨ 'ਚ ਆਪਾਂ 3 ਰੱਖ ਸਕਦੇ ਹੈਗੇ ਆ। ਸੋ 2 ਇਸ ਕਰਕੇ ਰੱਖੇ ਨੇ ਤਾਂ ਕਿ ਉਹ ਆਪਸ ਦੇ ਵਿੱਚੋਂ ਬਿਜ਼ੀ ਰਹਿਣ। ਨਹੀਂ ਤਾਂ ਤੁਹਾਨੂੰ ਜੇ ਇੱਕ ਪੈਟ ਰੱਖਿਆ ਤਾਂ ਤੁਹਾਨੂੰ ਆਲਵੇਜ਼ ਪੈਟ ਨਾਲ ਬਿਜ਼ੀ ਰਹਿਣਾ ਪਊਗਾ, ਘੁਮਾਉਣਾ ਫਿਰਾਉਣਾ। ਅਤੇ ਸਾਡੇ ਪ੍ਰੋਪਰਟੀ ਦੇ ਵਿੱਚ ਇਹ ਆਪੇ ਆਪ ਦੋਏ ਘੁੰਮਦੇ ਫਿਰਦੇ ਨੇ, ਇਸ ਕਰਕੇ ਪੇਅਰ ਜ਼ਿਆਦਾ ਵਧੀਆ ਰਹਿੰਦਾ। ਦੋਏ ਵੈਸੇ ਵੀ ਬ੍ਰਦਰਸ ਨੇ ਦੋਏ। ਯਾ ਸੋ ਇਹ ਮਦਰਸ ਡਿਫਰੈਂਟ ਨੇ ਪਰ ਫਾਦਰ ਇਹਨਾਂ ਦਾ ਇੱਕ ਹੀ ਹੈਗਾ। ਅਤੇ ਜੇ ਆਪਾਂ 3 ਵੱਧ ਤੋਂ ਵੱਧ ਬਰੈਂਪਟਨ ਦੇ ਵਿੱਚ ਰੱਖ ਸਕਦੇ ਹਾਂ। ਜੇ ਆਪਾਂ 3 ਤੋਂ ਵੱਧ ਰੱਖਣੇ ਨੇ ਫਿਰ ਆਪਾਂ ਨੂੰ ਕੈਨਲ ਲਾਇਸੈਂਸ ਹੈ ਜਿਹੜਾ ਉਹ ਲੈਣਾ ਪਊਗਾ ਜੀ। ਸੋ ਮਤਲਬ ਸਿਰਫ ਡੌਗਸ ਲਈ ਹੀ ਲਾਇਸੈਂਸ ਲੈਣਾ ਪੈਂਦਾ ਜਾਂ ਕੋਈ ਵੀ ਤੁਸੀਂ ਜਾਨਵਰ ਰੱਖਣਾ ਹਰੇਕ ਲਈ ਤੁਹਾਨੂੰ? ਜੇ ਬਾਕੀ ਜਾਨਵਰ ਨੇ ਉਹਨਾਂ ਦੀ ਵੀ ਲੈਣਾ ਪੈਂਦਾ। ਅਤੇ ਕਾਫੀ ਵੱਡੀ ਲਿਸਟ ਹੈਗੀ ਹੈ ਜਿਹੜੇ ਅਲਾਊਡ ਨਹੀਂ ਹੈਗੇ ਐਨੀਮਲਸ ਬਰੈਂਪਟਨ ਦੇ ਵਿੱਚੋਂ, ਤਾਂ ਉਹ ਤੁਸੀਂ ਨਹੀਂ ਰੱਖ ਸਕਦੇ। ਉਹ ਸਿਟੀ ਆਫ ਬਰੈਂਪਟਨ ਦੀ ਵੈਬਸਾਈਟ 'ਤੇ ਵੀ ਲਿਸਟ ਹੈਗੀ ਹੈ ਜਿਹੜੀ ਦੱਸਦੀ ਹੈ ਕਿ ਕਿਹੜੇ ਐਨੀਮਲਸ ਤੁਸੀਂ ਰੱਖ ਸਕਦੇ ਹੋ, ਕਿਹੜੇ ਐਨੀਮਲਸ ਤੁਸੀਂ ਨਹੀਂ ਰੱਖ ਸਕਦੇ। ਪਰ ਬਹੁਤੇ ਲੋਕ ਨੇ ਜਿਹੜੇ ਉਹ ਡੌਗਸ ਅਤੇ ਕੈਟਸ ਹੀ ਜ਼ਿਆਦਾ ਰੱਖਦੇ ਆ ਜੀ। ਜਦੋਂ ਤੁਸੀਂ ਲੈਣੇ ਸੀ ਤਾਂ ਕੀ ਪਹਿਲਾਂ ਕੋਈ ਪਰਮਿਸ਼ਨ ਲੈਣੀ ਪੈਂਦੀ ਹੈ ਜਾਂ ਕੁਝ ਸਿਟੀ ਨੂੰ ਪੁੱਛਣਾ ਪੈਂਦਾ ਹੈ? ਨਹੀਂ ਜੀ, ਸਿਟੀ ਨੂੰ ਨਹੀਂ ਪੁੱਛਣਾ ਪੈਂਦਾ ਹੈਗਾ। ਸਿਟੀ ਨੂੰ ਤੁਸੀਂ ਜਿਹੜਾ ਵਿਦਿਨ ਜਦੋਂ ਤੁਸੀਂ ਲੈ ਲਿਆ ਆਪਦਾ ਕੋਈ ਵੀ ਪੈਟ ਤਾਂ 15 ਦਿਨਾਂ ਦੇ ਵਿੱਚ ਇਹਦਾ ਲਾਇਸੈਂਸ ਲੈਣਾ ਪੈਂਦਾ ਹੈਗਾ। ਉਹ ਹੈ ਜਿਹੜੇ ਸਿਟੀ ਦੇ ਪੈਟ ਸਰਵਿਸਿਜ਼ ਹੈਗੀਆਂ, ਐਨੀਮਲ ਸਰਵਿਸਿਜ਼, ਉੱਥੋਂ ਮਿਲਦਾ ਹੈਗਾ। ਸੋ ਜੇ ਆਪਾਂ ਬਰੈਂਪਟਨ ਦੀ ਗੱਲ ਕਰੀਏ ਤਾਂ ਜਿਹੜਾ ਕ੍ਰਾਈਸਲਰ ਪਲਾਂਟ ਹੈਗਾ ਉਹਦੇ ਪਿੱਛੇ ਵਿਲੀਅਮਸ, ਇਫ ਆਮ ਨਾਟ ਰੋਂਗ, ਉਹ ਵਿਲੀਅਮਸ ਪਾਰਕਵੇ ਐਂਡ ਕ੍ਰਾਈਸਲਰ ਦਾ ਇੰਟਰਸੈਕਸ਼ਨ ਹੈ। ਉੱਥੇ ਜਿਹੜਾ ਲਾਇਸੈਂਸ ਹੈ ਉਹ ਮਿਲਦਾ ਹੈਗਾ। ਅਤੇ ਉਹ ਡਿਪੈਂਡ ਕਰਦਾ ਹੈ ਕਿ ਐਨੀਮਲ ਨਿਊਟਰ ਹੋਏ ਨੇ ਜਾਂ ਨਿਊਟਰ ਨਹੀਂ ਹੋਏ ਹੈਗੇ ਆ, ਫਿਰ ਉਹਦੇ ਹਿਸਾਬ ਨਾਲ ਉਹਨਾਂ ਨੂੰ ਕੋਸਟ ਹੈਗੀ ਹੈ। ਸੋ ਅਪਰੋਕਸੀਮੇਟਲੀ $20 ਤੋਂ ਲੈ ਕੇ $50 ਦੇ ਵਿਚਾਲੇ ਤੁਹਾਨੂੰ ਡਿਪੈਂਡਿੰਗ ਔਨ ਦਾ ਐਨੀਮਲ ਉਹ ਲਾਇਸੈਂਸ ਮਿਲਦਾ ਹੈ। ਅਤੇ ਸਾਲ ਲਈ ਵੈਲਿਡ ਹੁੰਦਾ ਅਤੇ 31 ਦਸੰਬਰ ਤੋਂ ਪਹਿਲਾਂ ਤੁਹਾਨੂੰ ਅਗਲੇ ਸਾਲ ਦੀ ਫੀਸ ਦੇ ਕੇ ਰੀਨਿਊ ਕਰਾਉਣਾ ਪੈਂਦਾ ਹੈਗਾ। ਡੌਗ ਤੁਸੀਂ ਫਿਰ ਇਹ ਲਏ ਕਿੱਥੋਂ ਨੇ? ਮਤਲਬ ਇਹਨਾਂ ਦੀ ਕੋਈ ਅਲੱਗ ਸ਼ਾਪਸ ਹੁੰਦੀਆਂ ਨੇ ਕੀ? ਇਹ ਤਾਂ ਬਰੀਡਰ ਤੋਂ ਲਏ ਹੈਗੇ ਨੇ ਜੀ। ਤੁਹਾਨੂੰ ਪੈਟ ਸ਼ਾਪ ਤੋਂ ਵੀ ਮਿਲ ਜਾਂਦੇ ਨੇ। ਜੇ ਬਰੀਡਰ ਤੋਂ ਤੁਸੀਂ ਲੈਣਾ ਤਾਂ ਤੁਹਾਨੂੰ ਜਿਵੇਂ ਪਰਟੀਕੂਲਰਲੀ ਇਹਨਾਂ ਦੀ ਗੱਲ ਕਰੀਏ ਕਿਉਂਕਿ ਪਿਓਰ ਬ੍ਰੈਡ ਨੇ, ਸੋ ਇਹ ਪਿਓਰ ਬ੍ਰੈਡ ਹੋਣ ਕਰਕੇ ਸਰਟਨ ਜਿਹੜੇ ਇਹਨਾਂ ਦੇ ਪੇਰੈਂਟਸ ਨੇ ਉਹੀ ਬਰੀਡਿੰਗ ਪ੍ਰੋਗਰਾਮ ਦੇ ਵਿੱਚੋਂ ਹੁੰਦੇ ਨੇ। ਸੋ ਤੁਸੀਂ ਪਹਿਲਾਂ ਤਾਂ ਬਰੀਡਰ ਲੱਭਣਾ ਹੈਗਾ। ਸੋ ਬਹੁਤ ਸਾਰੇ ਬਰੀਡਰ ਨੇ। ਸੋ ਜੇ ਤੁਸੀਂ ਕੈਨੇਡਾ ਕੈਨਲ ਕਲੱਬ ਹੈਗਾ ਅਤੇ ਉਹਦੇ ਉੱਤੇ ਜਾ ਕੇ ਤੁਸੀਂ ਉਹਦੀ ਵੈਬਸਾਈਟ 'ਤੇ ਦੇਖੋ, ਤੁਹਾਨੂੰ ਬਹੁਤ ਸਾਰੇ ਬਰੀਡਰਸ ਡਿਫਰੈਂਟ ਬਰੀਡ ਦੇ ਮਿਲ ਜਾਣਗੇ। ਉਹ ਤੁਸੀਂ ਬਰੀਡਰ ਨਾਲ ਕੰਟੈਕਟ ਕਰੋ ਜਿਹੜਾ ਤੁਹਾਡਾ ਬਰੀਡਰ ਹੈਗਾ। ਬਰੀਡਰ ਨਾਲ ਕੰਟੈਕਟ ਕਰਨ ਤੋਂ ਬਾਅਦ ਤੁਸੀਂ ਲਿਸਟ 'ਤੇ ਤੁਹਾਡਾ ਨਾਂ ਪੈਂਦਾ। ਇਹ ਕਿਹੜਾ ਕੋਈ ਪ੍ਰੋਡਕਟ ਹੈ ਵੀ ਅੱਜ ਤੁਹਾਨੂੰ ਆ ਗਿਆ ਜੀ, ਤੁਸੀਂ ਲਿਸਟ 'ਤੇ ਨਾਂ ਪਾਓਗੇ,
ਉਹ ਤੋਂ ਬਾਅਦ ਫਿਰ ਜਦੋਂ ਉਹ ਬਰੂਡ ਪੈਦਾ ਹੋਊਗਾ ਉਹ ਬੱਚੇ ਆਉਣਗੇ ਨਵੇਂ, ਤੇ ਫਿਰ ਜੇ ਜਿਉਂ-ਜਿਉਂ ਤੁਹਾਡਾ ਲਿਸਟ 'ਤੇ ਨਾਂ ਦੇ ਅੱਗੇ ਆਉਂਦਾ ਜਾਊਗਾ ਤਾਂ ਤੁਹਾਡੀ ਜਿਹੜੀ ਚੋਇਸ ਉਹ ਵੱਧਦੀ ਜਾਊਗੀ। ਸੋ ਜਦੋਂ ਲਿਸਟ 'ਤੇ ਨਾਂ ਆ ਜਾਂਦਾ ਉਸ ਤੋਂ ਬਾਅਦ ਫਿਰ ਉਹ ਤੁਹਾਨੂੰ ਕਾਲ ਕਰਦੇ ਨੇ ਕਿ ਆਹ ਬੱਚੇ ਹੈਗੇ ਨੇ, ਤੁਸੀਂ ਇਹਨਾਂ 'ਚੋਂ ਲੈਣਾ। ਜੇ ਤੁਸੀਂ ਉਹਨਾਂ 'ਚੋਂ ਕੋਈ ਲੈਣਾ ਅਦਰਵਾਈਜ਼ ਨਹੀਂ, ਤੇ ਫਿਰ ਤੁਸੀਂ ਟੌਪ 'ਤੇ ਰਹਿੰਦੇ ਹੈਗੇ ਹੋ। ਫਿਰ ਉਹ ਤੋਂ ਬਾਅਦ ਅਗਲਾ ਜਿਹੜਾ ਲੋਟ ਆਉਂਦਾ ਫਿਰ ਉਹਦੇ ਬਾਰੇ ਤੁਹਾਨੂੰ ਦੱਸਦੇ ਨੇ। ਤੁਸੀਂ ਚੋਇਸ ਵੀ ਕਰ ਸਕਦੇ ਹੋ ਕਿ ਮੈਨੂੰ ਉਹ ਮੇਲ ਉਹ ਫੀਮੇਲ ਦੇ ਹੀ ਪਪਸ ਜਿਹੜੇ ਚਾਹੀਦੇ ਨੇ, ਫਿਰ ਉਨਾ ਹੀ ਤੁਹਾਡੀ ਡਿਲੇ ਹੈ ਜਿਹੜੀ ਉਹ ਵੱਧਦੀ ਜਾਊਗੀ ਜੀ। ਸਰ ਜਦੋਂ ਤੁਸੀਂ ਇਹ ਲਈ ਸੀ ਉਦੋਂ ਇਹਨਾਂ ਦੀ ਏਜ ਕਿੰਨੀ ਸੀ? 8 ਵੀਕ ਤੋਂ ਪਹਿਲਾਂ ਉਹ ਤੁਹਾਨੂੰ ਨਹੀਂ ਦੇਣਗੇ ਜੀ। ਸੋ ਇਹ 8 ਵੀਕ ਦੇ ਸੀਗੇ ਜਦੋਂ ਲਿਆਂਦੇ ਨੇ। ਸੋ ਜਦੋਂ ਪੈਦਾ ਹੋ ਜਾਂਦਾ ਉਦੋਂ ਤੁਹਾਨੂੰ ਦੱਸ ਦਿੰਦੇ ਨੇ ਕਿ ਤੁਸੀਂ ਚੋਇਸ ਕਰ ਸਕਦੇ ਹੋ, ਫਿਰ ਤੁਸੀਂ ਜਾ ਕੇ ਆਪਦਾ ਚੋਇਸ ਕਰ ਲੈਂਦੇ ਹੋ। ਤੇ ਫਿਰ ਜਦੋਂ 8 ਵੀਕ ਦਾ ਹੁੰਦਾ ਉਹ ਤੋਂ ਸਰਟਨ ਵੈਕਸੀਨੇਸ਼ਨ ਕਰਨ ਤੋਂ ਬਾਅਦ ਫਿਰ ਤੁਹਾਨੂੰ ਉਹ ਦੇ ਦਿੰਦੇ ਆ ਜੀ। ਕਿਹਾ ਜਾਂਦਾ ਕਿ ਇਸ ਮੁਲਕ ਵਿੱਚ ਬੱਚਿਆਂ ਦੇ, ਬਜ਼ੁਰਗਾਂ ਦੇ ਤੇ ਐਨੀਮਲਸ ਦੇ ਬਹੁਤ ਰਾਈਟਸ ਨੇ। ਸੋ ਜੇ ਅਸੀਂ ਡੌਗਸ ਦੀ ਗੱਲ ਕਰੀਏ, ਜਦੋਂ ਤੁਸੀਂ ਇਹਨਾਂ ਨੂੰ ਬਾਏ ਕੀਤਾ ਤਾਂ ਕੀ ਕੋਈ ਐਗਰੀਮੈਂਟ ਜਾਂ ਕੁਝ ਐਵੇਂ ਦਾ ਸਾਈਨ ਕਰਵਾਉਂਦੇ ਨੇ? ਜੀ, ਸਭ ਤੋਂ ਪਹਿਲਾਂ ਤਾਂ ਕਿਉਂਕਿ ਇਹ ਪਿਓਰ ਬ੍ਰੈਡ ਨੇ, ਸੋ ਇਹਨਾਂ ਦਾ ਨਾਨ ਬਰੀਡਿੰਗ ਐਗਰੀਮੈਂਟ ਸਾਈਨ ਕਰਾਇਆ ਸੀ। ਸੋ ਇਹ ਅੱਗੇ ਬਰੀਡ ਨਹੀਂ ਕਰ ਸਕਦੇ ਹੈਗੇ, ਨਹੀਂ ਤਾਂ ਫਿਰ ਲੀਨੀਏਜ ਹੈ ਜਿਹੜੀ ਉਹ ਚੇਂਜ ਹੋ ਜੂਗੀ, ਜਿਹਦੇ ਬਰੀਡਰ ਨੂੰ ਕੋਈ ਫਾਇਦਾ ਨਹੀਂ ਹੋਣਾ ਹੈਗਾ। ਸੋ ਇਹਨਾਂ ਨਾਨ ਬਰੀਡਿੰਗ ਐਗਰੀਮੈਂਟ ਹੈ ਤਾਂ ਕਿ ਇਹ ਬੱਚੇ ਅੱਗੇ ਨਹੀਂ ਲੈ ਸਕਣਗੇ। ਹਾਂ, ਜੇ ਬਰੀਡਰ ਚਾਹੇ ਤਾਂ ਉਹ ਲੈ ਸਕਦਾ ਹੈਗਾ। ਸੋ ਸਭ ਤੋਂ ਪਹਿਲਾਂ ਤਾਂ ਨਾਨ ਬਰੀਡਿੰਗ ਐਗਰੀਮੈਂਟ ਹੈ ਜਿਹੜਾ ਕਿ ਬਰੀਡਰ ਨੂੰ ਜਾਂ ਇਹਨਾਂ ਦੀ ਲਾਈਨ ਨੂੰ ਪ੍ਰੋਟੈਕਟ ਕਰਦਾ, ਕਿਉਂਕਿ ਪਿਓਰ ਬ੍ਰੈਡ ਜਿਹੜੇ ਹੈਗੇ ਨੇ। ਤੇ ਦੂਜੀ ਜਿਹੜਾ ਲਾਇਸੈਂਸ ਹੈ, ਤਾਂ ਜਦ ਤੁਸੀਂ ਲਾਇਸੈਂਸ ਲੈਣ ਜਾਂਦੇ ਹੋ ਤਾਂ ਉਹ ਤੁਹਾਨੂੰ ਦੱਸ ਦਿੰਦੇ ਸੇਵਾ ਸੰਭਾਲ ਕਿਵੇਂ ਕਰਨੀ ਹੈ, ਤੇ ਇਹਨਾਂ ਨੂੰ ਡਾਕਟਰ ਦੇ ਕਦੋਂ ਲੈ ਕੇ ਜਾਣਾ, ਉਹ ਸਾਰੀਆਂ ਚੀਜ਼ਾਂ ਹੈਗੀਆਂ ਨੇ। ਸੋ ਜਦੋਂ ਤੁਸੀਂ ਸਭ ਤੋਂ ਪਹਿਲਾਂ ਜਦੋਂ ਬਰੀਡਰ ਤੁਹਾਨੂੰ ਹੈਂਡਓਵਰ ਕਰਦਾ ਤਾਂ ਉਹ ਰਜਿਸਟਰ ਕਰਦਾ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਕੈਨਲ ਕਲੱਬ ਦੇ ਨਾਲ, ਤੇ ਤੁਹਾਨੂੰ ਉਹ ਐਗਰੀਮੈਂਟ ਦਿੰਦਾ ਹੈ। ਉਹ ਤੋਂ ਬਾਅਦ ਇੱਕ ਜਿਹੜੀ ਵੈਕਸੀਨੇਸ਼ਨ ਬੁੱਕਲੈਟ ਹੈ, ਜੋ ਇਹਨਾਂ ਦੀ ਹੈਲਥ ਬੁੱਕਲੈਟ ਆ, ਉਹ ਦਿੰਦਾ। ਉਹਦੇ 'ਚ ਦੱਸਿਆ ਹੁੰਦਾ ਕਿ ਕਿਹੜੀ ਵੈਕਸੀਨ ਇਹਨਾਂ ਨੂੰ ਲੱਗ ਚੁੱਕੀ ਹੈ, ਕਿਹੜੀ ਦਵਾਈ ਲੱਗ ਚੁੱਕੀ ਹੈ, ਤੇ ਅਗਲੀ ਦੀ ਟਰਨ ਕਦੋਂ ਆਉਣੀ ਹੈਗੀ ਹੈ। ਤੇ ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਵੈਟ ਨੂੰ ਕੰਟੈਕਟ ਹੈ ਜਿਹੜਾ ਉਹ ਕਰਨਾ ਹੈਗਾ, ਤੇ ਵੈਟ ਜਿਹੜਾ ਹੈਗਾ ਫਿਰ ਉਹ ਤੋਂ ਬਾਅਦ ਉਹਨੂੰ ਫੋਲੋ ਕਰਦਾ ਰਹਿੰਦਾ ਜੀ। ਤੇ ਸਾਡੇ ਵੈਟਰਨਰੀਅਨ ਬਹੁਤ ਚੰਗੇ ਆ ਜੀ, ਸਾਨੂੰ ਤਾਂ ਲਿਜਾਣ ਦੀ ਲੋੜ ਨਹੀਂ ਪੈਂਦੀ, ਉਹ ਹਾਊਸ ਵਿਜ਼ਿਟ ਕਰ ਲੈਂਦੇ ਨੇ। ਸੋ ਉਹਨਾਂ ਨੂੰ ਇਹਨਾਂ ਦਾ ਟਾਈਮ ਪਤਾ ਹੈ ਕਿ ਕਦੋਂ ਅਗਲੀ ਵੈਕਸੀਨ ਕਦੋਂ ਲੱਗਣੀ ਹੈ, ਕਦੋਂ ਇਹਨਾਂ ਦਾ ਚੈੱਕਅਪ ਕਰਨਾ, ਉਹ ਆਪੇ ਕਾਲ ਕਰਕੇ ਆ ਜਾਂਦੇ ਨੇ। ਤੇ ਮੈਂ ਦੇਖਿਆ ਬਹੁਤ ਸਾਰੇ ਵੈਟਰਨਰੀਅਨ ਨੇ ਜਿਹੜੇ ਉਹ ਹਾਊਸ ਕਾਲ ਤੇ ਵੀ ਕੰਮ ਕਰਦੇ ਨੇ, ਇੱਥੋਂ ਤੁਹਾਨੂੰ ਵੈਟ ਕਲੀਨਿਕ 'ਤੇ ਲਾਉਣ ਦੀ ਲੋੜ ਨਹੀਂ, ਉਹ ਤੁਹਾਡੇ ਘਰੇ ਵੀ ਆ ਜਾਂਦੇ ਆ। ਇਹ ਜ਼ਰੂਰੀ ਹੈ, ਲਾਜ਼ਮੀ ਹੈ ਕਿ ਇਹਨਾਂ ਦੀ ਜਿੰਨੀ ਮੰਥਸ ਬਾਅਦ ਵਿਜ਼ਿਟ ਕਹੀ ਗਈ ਹੈ ਉਹ ਕਰਵਾਉਣੀ ਹੈ, ਜਾਂ ਵੈਟ ਨੂੰ ਬੁਲਾਉਣਾ ਹੈ ਇੱਥੇ ਜ਼ਰੂਰੀ ਹੈ, ਜਾਂ ਇਹਦੇ ਜੇ ਨਹੀਂ ਕਰਦੇ ਕੋਈ ਇਹਦਾ ਸਜ਼ਾ ਵੀ? ਹਾਂਜੀ, ਬਿਲਕੁਲ ਹੋ ਸਕਦੀ ਹੈ, ਕਿਉਂਕਿ ਜਿਹੜਾ ਰਾਈਟ ਟੂ ਲਾਈਫ ਹੈ ਉਹ ਐਨੀਮਲਸ ਦੇ ਲਈ ਵੀ ਹੈਗਾ। ਤੇ ਦੂਜਾ, ਜਦੋਂ ਤੁਸੀਂ ਇਹਨੂੰ ਕੋਈ ਵੀ ਕਿਤੇ ਲੈ ਕੇ ਜਾਣਾ ਤਾਂ ਫੁੱਲ ਵੈਕਸੀਨੇਸ਼ਨ ਹੋਣੀ ਜਾਣੀ ਹੈ। ਸੋ ਜੇ ਤੁਸੀਂ ਪੈਟ ਸਟੋਰ ਜਾਣਾ ਤਾਂ ਵੀ ਵੈਕਸੀਨੇਸ਼ਨ ਹੋਣੀ ਚਾਹੀਦੀ ਹੈ। ਤੁਸੀਂ ਕਿਤੇ ਬਾਹਰ ਘੁੰਮਣ ਜਾ ਰਹੇ ਹੋ ਤਾਂ ਇਹਨੂੰ ਡੇ ਬੋਰਡਿੰਗ 'ਚ ਛੱਡਣਾ ਹੈ ਜਾਂ ਡੌਗ ਹੋਟਲ ਦੇ ਵਿੱਚੋਂ ਛੱਡਣਾ ਹੈ ਤਾਂ ਵੀ ਵੈਕਸੀਨੇਸ਼ਨ ਹੋਣੀ ਚਾਹੀਦੀ ਹੈ। ਜੇ ਨਹੀਂ ਹੋਊਗੀ ਤਾਂ ਲੈਣਗੇ ਵੀ ਨਹੀਂ। ਤੇ ਇਹ ਤੋਂ ਇਲਾਵਾ ਤੁਸੀਂ ਸੇਵਾ ਸੰਭਾਲ ਹੈ, ਉਹ ਸਭ ਤੋਂ ਇੰਪੋਰਟੈਂਟ ਹੈ ਜੀ। ਉਹ ਸੇਵਾ ਸੰਭਾਲ ਹੈ ਜਿਹੜੀ ਪ੍ਰੋਪਰ ਟਾਈਮ 'ਤੇ ਖਾਣਾ ਦੇਣਾ, ਪ੍ਰੋਪਰ ਟਾਈਮ 'ਤੇ ਪਾਣੀ ਦੇਣਾ, ਪ੍ਰੋਪਰ ਟਾਈਮ 'ਤੇ ਐਕਸਰਸਾਈਜ਼। ਸੋ ਜਿਹੜੀਆਂ ਰਾਈਟਸ ਆਫ ਲਾਈਫ ਨੇ ਉਹ ਸਾਰੀਆਂ ਪ੍ਰੋਵਾਈਡ ਕਰਨੀਆਂ ਜ਼ਰੂਰੀ ਨੇ। ਸੋ ਹੁਣ ਪਹਿਲਾਂ SPCA ਜਿਹੜਾ ਹੁੰਦਾ ਸੀਗਾ ਉਹ ਕੰਟਰੋਲ ਕਰਦਾ ਸੀ ਐਨੀਮਲ ਰਾਈਟਸ ਨੂੰ। ਹੁਣ ਉਹਦੀ ਵਜ੍ਹਾ ਜਿਹੜੀ ਗਵਰਨਮੈਂਟ ਆਫ ਓਨਟਾਰੀਓ ਹੈ, ਉਹਦੀਆਂ ਜਿਹੜੀਆਂ ਐਨੀਮਲ ਸਰਵਿਸਿਜ਼ ਨੇ ਉਹ ਕੰਟਰੋਲ ਕਰਦੀਆਂ ਨੇ। ਜੇ ਤੁਹਾਨੂੰ ਲੱਗਦਾ ਕਿ ਕੋਈ ਤੁਹਾਡੇ ਆਲੇ ਦੁਆਲੇ ਦੇਖਦੇ ਹੋ ਕਿ ਉਹਦੇ ਪੈਟ ਨਾਲ ਕੋਈ ਟਰੀਟਮੈਂਟ ਸਹੀ ਨਹੀਂ ਕਰ ਰਿਹਾ ਜਾਂ ਐਨੀਮਲ ਟਰੀਟਮੈਂਟ ਸਹੀ ਨਹੀਂ ਕਰ ਰਿਹਾ, ਤਾਂ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਜਦੋਂ ਇੰਸਪੈਕਟਰ ਆ ਜਾਂਦਾ ਜੀ। ਮੈਂ ਆਪਣਾ ਐਕਸਪੀਰੀਅੰਸ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ, ਕਿਉਂਕਿ ਅਸੀਂ ਇਹਨਾਂ ਨੂੰ ਜਿਹੜੀ ਇਲੈਕਟ੍ਰੋਨਿਕ ਲੀਸ਼ ਹੈ ਜਿਹੜੀ ਉਹ ਪਾਈ ਹੋਈ ਹੈ। ਸੋ ਗਲ 'ਚ ਕਾਲਰ ਹੈਗਾ ਤੇ ਸਾਰੀ ਪ੍ਰੋਪਰਟੀ ਦੇ ਆਲੇ ਦੁਆਲੇ ਲਾਈਨ ਹੈਗੀ ਹੈ, ਤੇ ਉਹ ਜਦੋਂ ਵੀ ਇਹ ਲਾਈਨ ਨੂੰ ਕ੍ਰਾਸ ਕਰਨਗੇ ਤਾਂ ਇਹਨਾਂ ਨੂੰ ਵਾਰਨਿੰਗ ਬਜ਼ਰ ਵੱਜਦਾ ਹੈਗਾ। ਜੇ ਵਾਰਨਿੰਗ ਬਜ਼ਰ ਨਹੀਂ ਵੱਜਦਾ ਤਾਂ ਫਿਰ ਇਹਨਾਂ ਨੂੰ ਉਹ ਤੋਂ ਬਾਅਦ ਜਿਹੜਾ ਹੈਗਾ ਸਲਾਈਟ ਸ਼ੌਕ ਲੱਗਦਾ ਹੈਗਾ ਤਾਂ ਕਿ ਲਾਈਨ ਕ੍ਰਾਸ ਨਾ ਕਰਨ ਤੇ ਪਿੱਛੇ ਮੁੜ ਆਉਣ। ਸੋ ਇਹਨੂੰ ਲੀਸ਼ ਕਰਕੇ ਰੱਖਣ ਦੀ ਲੋੜ ਨਹੀਂ ਪੈਂਦੀ ਤੇ ਆਪੇ ਇਹ ਤੁਰੇ ਫਿਰਦੇ ਰਹਿੰਦੇ ਆ, ਕਿਉਂਕਿ ਇਹ ਸਾਈਬੇਰੀਆ ਤੋਂ ਆਏ ਹੋਏ ਨੇ ਜੀ। ਸੋ ਇਹਨਾਂ ਨੂੰ ਵਿੰਟਰ ਦੀ ਕੋਈ ਪਰਵਾਹ ਨਹੀਂ ਹੈਗੀ ਹੈ। ਸੋ ਇੱਥੋਂ ਲੰਘਦੇ ਆਉਂਦੇ ਲੋਕਾਂ ਨੇ ਦੇਖਿਆ ਕਿ ਵਿੰਟਰ ਦੇ ਵਿੱਚ ਵੀ ਬਾਹਰ ਭੱਜਦੇ ਰਹਿੰਦੇ ਹੈਗੇ ਆ, ਤਾਂ ਕਿਸੇ ਨੇ ਸ਼ਿਕਾਇਤ ਕਰਤੀ ਕਿ ਆਪਣੇ ਪੈਟ ਦਾ ਧਿਆਨ ਨਹੀਂ ਰੱਖਦੇ। ਸੋ ਉਹ ਤੋਂ ਬਾਅਦ ਇੰਸਪੈਕਟਰ ਆਇਆ, ਇੰਸਪੈਕਟਰ ਨੇ ਆ ਕੇ ਇਹਨਾਂ ਦਾ ਡੌਗ ਹਾਊਸ ਦੇਖਿਆ, ਇਹਨਾਂ ਦਾ ਫੂਡ ਦੇਖਿਆ, ਇਹਨੂੰ ਕੀ ਕਰਦੇ ਹੈਗੇ ਆ, ਤੇ ਫਿਰ ਉਹਨੂੰ ਇਹ ਗੱਲ ਦੀ ਸਮਝ ਸੀਗੀ ਕਿ ਇਹਨੂੰ ਅੰਦਰ ਨਹੀਂ ਰੱਖਿਆ ਜਾ ਸਕਦਾ, ਬਿਕੋਜ਼ ਇਹ ਤਾਂ ਗਰਮੀ ਨਾਲ ਇਹਨਾਂ ਦੇ ਹਾਲਾਤ ਬਹੁਤ ਖ਼ਰਾਬ ਹੋ ਜਾਂਦੇ ਨੇ ਜੀ। ਹੁਣ ਵੀ ਜਿਵੇਂ ਪਿਛਲੇ ਹਫ਼ਤੇ ਗਰਮੀ ਸੀ ਤਾਂ ਇਹਨਾਂ ਨੂੰ ਆਈਸ ਪਾਉਣੀ ਪੈਂਦੀ ਸੀਗੀ, ਕਿਉਂਕਿ ਇਹਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ। ਤੇ ਉਹ ਮੈਂ ਦੱਸਣ ਦਾ ਮਤਲਬ ਇਹ ਸੀਗਾ ਕਿ ਜੇ ਥੋੜ੍ਹਾ ਜਿਹਾ ਵੀ ਕਿਸੇ ਨੂੰ ਟਰੀਟਮੈਂਟ ਸਹੀ ਨਹੀਂ ਲੱਗਦਾ, ਉਹ ਕੰਪਲੇਂਟ ਕਰਦੇ ਤਾਂ ਇੰਸਪੈਕਟਰ ਜਦੇ ਆ ਜਾਂਦਾ। ਸਭ ਤੋਂ ਪਹਿਲਾਂ ਤਾਂ 2 ਸਕੂਲਸ ਆਫ ਥਾਟ ਨੇ ਜੀ। ਇੱਕ ਤਾਂ ਹੈਗਾ ਕਿ ਇਹਨਾਂ ਨੂੰ ਜੋ ਨੈਚੁਰਲ ਮੀਟ ਹੈਗਾ, ਰॉ ਮੀਟ ਹੈ, ਉਹ ਦਿੱਤਾ ਜਾਵੇ। ਤੇ ਕਈ ਲੋਕ ਕਹਿੰਦੇ ਨੇ ਜੋ ਡੌਗ ਫੂਡ ਹੈ ਉਹ ਕਿਬਲ ਹੈ, ਉਹ ਦਿੱਤਾ ਜਾਵੇ ਜੀ। ਪਰ ਅਸੀਂ ਤਾਂ ਇਹਨਾਂ ਨੂੰ ਦੋਏ
ਦਿੰਦੇ ਹੈਗੇ ਆ। ਇਹਨੂੰ ਰॉ ਮੀਟ ਵੀ ਦਿੰਦੇ ਆ ਤੇ ਕਿਬਲ ਜਿਹੜਾ ਡੌਗ ਫੂਡ ਹੈ ਉਹ ਵੀ ਦਿੰਦੇ ਹੈਗੇ ਆ, ਤਾਂ ਕਿ ਇਹਨਾਂ ਨੂੰ ਜਿਹੜਾ ਕਿਉਂਕਿ ਇਹ ਨੈਚੁਰਲ ਹੰਟਰਸ ਨੇ, ਵੁਲਫ ਦੇ ਡਿਸੈਂਡੈਂਟ ਹੈਗੇ ਨੇ, ਸੋ ਇਹਨਾਂ ਨੂੰ ਜਿਹੜਾ ਨੈਚੁਰਲ ਰॉ ਮੀਟ ਆ ਉਹ ਬਹੁਤ ਜ਼ਿਆਦਾ ਪਸੰਦ ਹੈਗਾ। ਸੋ ਤੁਸੀਂ ਕੋਈ ਵੀ ਬੀਫ ਹੈਗਾ, ਲੈਂਬ ਹੈਗਾ, ਕੁਛ ਵੀ ਕਿਊਬਸ ਇਹਨਾਂ ਨੂੰ ਦੇ ਸਕਦੇ ਹੈਗੇ ਹੋ। ਅਤੇ ਦੂਜੀਆਂ ਕਿਬਲ ਹੈਗਾ ਜਿਹੜਾ ਡੌਗ ਫੂਡ ਹੈ ਉਹ ਬੈਲੈਂਸਡ ਹੈਗਾ, ਉਹਦੇ 'ਚ ਮਿਨਰਲਸ ਹੋਰ ਜੋ ਵੀ ਚੀਜ਼ਾਂ ਰਿਕੁਆਇਰਡ ਨੇ ਉਹ ਸਾਰਾ ਕੁਛ ਪਾਇਆ ਹੈਗਾ। ਅਤੇ ਦੂਜਾ ਜੇ ਤੁਹਾਡਾ ਵੈਟਰਨਰੀਅਨ ਕਹਿੰਦਾ ਕਿ ਤੁਸੀਂ ਇਹਨੂੰ ਰੋਟੀ ਖਵਾ ਦਿਓ ਤਾਂ ਰੋਟੀ ਵੀ ਖਵਾ ਸਕਦੇ ਹੋ ਜੀ। ਸੋ ਸਰ, ਜਿਵੇਂ ਤੁਸੀਂ ਗੱਲ ਕੀਤੀ ਇਹਨਾਂ ਦੀ, ਆਪਾਂ ਖਾਣ ਪੀਣ ਦੀ ਵੀ ਗੱਲ ਕਰਦੇ ਹਾਂ, ਪੈਟ ਹਾਊਸ ਦੀ ਤੁਸੀਂ ਗੱਲ ਕੀਤੀ ਹੈ, ਕੀ ਇਹ ਜ਼ਰੂਰੀ ਹੈ ਕਿ ਪੈਟ ਹਾਊਸ ਬਣਾਉਣਾ, ਜੇ ਬਾਹਰ ਨੇ ਡੌਗਸ ਤਾਂ ਉਹਨਾਂ ਲਈ ਪੈਟ ਹਾਊਸ ਬਣਾਉਣਾ ਜ਼ਰੂਰੀ ਹੈ? ਜੀ ਬਿਲਕੁਲ। ਸੋ ਜੇ ਬਾਹਰ ਰਹਿੰਦਾ ਕੋਈ ਵੀ ਐਨੀਮਲ ਤਾਂ ਉਹਦੇ ਲਈ ਸ਼ੈਲਟਰ ਪ੍ਰੋਵਾਈਡ ਕਰਨਾ ਜ਼ਰੂਰੀ ਹੈ, ਅਤੇ ਸ਼ੈਲਟਰ ਦੇ ਵਿੱਚੋਂ ਵੀ ਐਕਸੈਸਿਬਿਲਿਟੀ ਬਹੁਤ ਜ਼ਰੂਰੀ ਹੈ। ਸੋ ਮਰਜ਼ੀ ਨਾਲ ਆ ਸਕਦਾ ਹੋਵੇ ਅਤੇ ਮਰਜ਼ੀ ਨਾਲ ਜਾ ਸਕਦਾ ਹੋਵੇ, ਅਤੇ ਉੱਥੇ ਉਹਨੂੰ ਜਿਹੜੀ ਪ੍ਰੋਟੈਕਸ਼ਨ ਫਰੋਮ ਵਿੰਡ, ਵਾਟਰ ਉਹ ਹੋਣੀ ਚਾਹੀਦੀ ਹੈ। ਇੱਥੋਂ ਤੱਕ ਵੀ ਰਿਕਮੈਂਡਡ ਹੈਗਾ ਜੇ ਤੁਹਾਡਾ ਬਾਹਰ ਡੌਗ ਹਾਊਸ ਹੈ ਤਾਂ ਉਹ ਇਨਸੂਲੇਟਡ ਹੋਣਾ ਚਾਹੀਦਾ, ਸੋ ਇਨਸੂਲੇਸ਼ਨ ਉਹਦੇ ਅੰਦਰ ਲੱਗਣੀ ਹੋਣੀ ਚਾਹੀਦੀ ਹੈ। ਪਰ ਕਿਉਂਕਿ ਉਹ ਡਿਪੈਂਡ ਕਰਦਾ ਬਰੀਡ ਦੇ ਉੱਤੇ, ਸੋ ਜਿਹੜੀ ਇਹ ਬਰੀਡ ਹੈ ਇਹ ਤਾਂ ਬਿਨਾਂ ਇਨਸੂਲੇਸ਼ਨ ਦੇ ਵੀ ਰਹਿ ਸਕਦੇ ਹੈਗੇ। ਹਾਂਜੀ, ਟ੍ਰੇਨਿੰਗ ਹੈਗੀ ਉਹ ਓਨਰ 'ਤੇ ਡਿਪੈਂਡ ਕਰਦੀ ਹੈ, ਪਰ ਓਨਰ ਦੀ ਇਹ ਰਿਸਪੌਂਸਿਬਿਲਿਟੀ ਹੈ ਕਿ ਜੇ ਉਹਨੇ ਪੈਟ ਰੱਖਿਆ ਤਾਂ ਉਹ ਜੇ ਕਿਸੇ ਦੂਜੇ ਨੂੰ ਅਟੈਕ ਕਰਦਾ ਜਾਂ ਕੁਛ ਹੁੰਦਾ ਉਹਦੇ ਲਈ ਓਨਰ ਰਿਸਪੌਂਸਿਬਲ ਹੈਗਾ। ਸੋ ਉਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਉਹਨਾਂ ਨੂੰ ਕਿਵੇਂ ਟ੍ਰੇਨ ਕਰਨਾ ਹੈਗਾ। ਅਤੇ ਜਿਹੜਾ ਵਿਸ਼ਸ ਬਰੀਡਸ ਹੈਗੀਆਂ ਨੇ ਕਈ, ਸੋ ਉਹਨਾਂ ਨੂੰ ਅਲਾਓ ਵੀ ਨਹੀਂ ਕੀਤਾ ਜਾਂਦਾ ਹੈਗਾ। ਅਤੇ ਦੂਜਾ ਵਾਰਨਿੰਗ ਸਾਈਨ ਲਾਉਣਾ ਬਹੁਤ ਜ਼ਰੂਰੀ ਹੈ। ਸੋ ਜੇ ਤੁਹਾਡਾ ਡੌਗ ਵਿਸ਼ਸ ਹੈਗਾ ਜਾਂ ਤੁਹਾਨੂੰ ਲੱਗਦਾ ਹੈ ਕਿ ਉਹ ਅਟੈਕ ਕਰੂਗਾ ਤਾਂ ਤੁਹਾਡੇ ਬਿਵੇਅਰ ਦੇ ਸਾਈਨ ਲੱਗੇ ਹੋਣੇ ਜ਼ਰੂਰੀ ਨੇ, ਤਾਂ ਕਿ ਜਿਹੜਾ ਕੋਈ ਬੰਦਾ ਹੋਵੇ ਉਹ ਵਾਰਨਡ ਹੋਵੇ ਪਹਿਲਾਂ ਹੀ ਕਿ ਇੱਥੇ ਡੌਗ ਹੈਗਾ ਅਤੇ ਉਹ ਤੁਹਾਨੂੰ ਅਟੈਕ ਕਰ ਸਕਦਾ ਹੈਗਾ। ਸਰ, ਜਿਵੇਂ ਕਈ ਵਾਰੀ ਕਿਸੇ ਨੇ ਬਾਹਰ ਜਾਣਾ ਹੈ, ਕੋਈ ਆਪਦੇ ਟੂਰ 'ਤੇ ਜਾਣਾ, ਟਰੈਵਲ ਕਰਨਾ ਹੈ, ਅਤੇ ਉਸ ਟਾਈਮ ਫਿਰ ਕਿਵੇਂ ਇਹਨਾਂ ਦੀ ਦੇਖਭਾਲ ਕੌਣ ਕਰਦਾ ਆ, ਜਾਂ ਕਿੱਥੇ ਤੁਸੀਂ ਇਹਨਾਂ ਨੂੰ? ਜੀ, ਸੋ ਉਹਦੇ ਲਈ ਜੇ ਤਾਂ ਡੇ ਬੋਰਡਿੰਗ ਵੀ ਹੈਗਾ, ਸੋ ਤੁਸੀਂ ਕੁਛ ਘੰਟਿਆਂ ਲਈ ਜਾ ਕੇ ਛੱਡ ਸਕਦੇ ਆ, ਅਤੇ ਬਾਕੀ ਪੈਟ ਹੋਟਲ ਵੀ ਹੈਗੇ ਆ। ਸੋ ਜੇ ਤੁਸੀਂ ਵੈਕੇਸ਼ਨ 'ਤੇ 8 ਦਿਨਾਂ ਲਈ ਜਾਣਾ, 10 ਦਿਨਾਂ ਲਈ ਜਾਣਾ ਤਾਂ ਇਹਨਾਂ ਨੂੰ ਉੱਥੇ ਛੱਡ ਸਕਦੇ ਆ, ਅਤੇ ਫਿਰ ਉਹ 8-10 ਦਿਨ ਥੋੜ੍ਹਾ ਇਹਨਾਂ ਦੀ ਪੂਰੀ ਟੇਕ ਕੇਅਰ ਕਰਨਗੇ, ਜੋ ਵੀ ਇਹਨਾਂ ਦਾ ਖਾਣਾ ਪੀਣਾ, ਇਹਨਾਂ ਨੂੰ ਘੁਮਾਉਣਾ, ਜੋ ਵੀ ਡੇਲੀ ਨੀਡਸ ਨੇ ਉਹ ਪੂਰੀਆਂ ਹੋਣਗੀਆਂ। ਸੋ ਜਿਵੇਂ ਬੰਦਿਆਂ ਦਾ ਹੋਟਲ ਉਵੇਂ ਪੈਟ ਹੋਟਲ ਵੀ ਹੈਗਾ। ਅਤੇ ਦੂਜਾ ਜੇ ਤੁਸੀਂ ਫਿਊ ਆਵਰਸ ਲਈ ਜਾਣਾ ਤਾਂ ਡੇ ਬੋਰਡਿੰਗ ਵੀ ਹੈਗਾ, ਤਾਂ ਤੁਸੀਂ ਕੁਝ ਘੰਟੇ ਛੱਡ ਕੇ ਜਾਣਾ, ਤੁਸੀਂ ਛੱਡ ਕੇ ਜਾ ਸਕਦੇ ਹੈਗੇ ਆ। ਇਹਨਾਂ ਦੀ ਗਰੂਮਿੰਗ ਵਗੈਰਾ ਵੀ ਫਿਰ ਲੈ ਕੇ ਜਾਂਦੇ? ਹਾਂਜੀ, ਸੋ ਜਿਹੜਾ ਸ਼ੈਡਿੰਗ ਜਦੋਂ ਹੁੰਦੀ ਹੈ, ਜਦੋਂ ਸੀਜ਼ਨ ਚੇਂਜ ਹੁੰਦਾ, ਜਦੋਂ ਵਿੰਟਰ ਤੋਂ ਸਮਰ ਹੋਊਗਾ ਉਦੋਂ ਇਹ ਸ਼ੈਡ ਕਰਨਗੇ, ਕਿਉਂਕਿ ਫਿਰ ਇਹਨਾਂ ਦਾ ਡਬਲ ਕੋਟ ਹੈ, ਤਾਂ ਵਿੰਟਰ ਵਾਲਾ ਕੋਟ ਇਹਨਾਂ ਦਾ ਲੈ ਜਾਂਦਾ ਹੈਗਾ, ਸੋ ਉਦੋਂ ਕਰਾਉਣਾ ਪੈਂਦਾ ਹੈਗਾ, ਉਦੋਂ ਬਹੁਤ ਜ਼ਿਆਦਾ ਸ਼ੈਡ ਕਰਦੇ ਆ। ਅਤੇ ਦੂਜਾ ਹੁਣ ਜਦੋਂ ਵਿੰਟਰ 'ਚ ਨੂੰ ਜਾਣਗੇ ਉਸ ਵੇਲੇ ਫਿਰ ਉਹ ਨਵਾਂ ਕੋਟ ਆਊਗਾ ਅਤੇ ਪੁਰਾਣਾ ਕੋਟ ਇਹਨਾਂ ਨੇ ਸ਼ੈਡ ਕਰ ਦੇਣਾ ਹੈਗਾ, ਸੋ ਉਸ ਵੇਲੇ ਇਹਨਾਂ ਨੂੰ ਜ਼ਰੂਰਤ ਪੈਂਦੀ ਹੈ। ਪਰ ਇਹ ਆਪੇ ਆਪ ਵੀ ਆਪਦੀ ਗਰੂਮਿੰਗ ਜਿਹੜਾ ਕਰਦੇ ਰਹਿੰਦੇ ਹੈਗੇ ਆ। ਦੂਜਾ ਡਿਪੈਂਡ ਕਰਦਾ ਹੈ ਕਿ ਇਨਵਾਇਰਮੈਂਟ ਕਹੇ ਜਿਹੇ 'ਚ ਰਹਿੰਦੇ ਹੈਗੇ ਆ। ਹੁਣ ਜੇ ਮਿੱਟੀ ਹੈਗੀ ਆ ਜਾਂ ਗਾਰਾ ਹੈਗਾ ਉੱਥੇ ਗੰਦੇ ਹੋ ਗਏ ਫਿਰ ਨਹਾਉਣੇ ਪਊਗੇ ਜੀ। ਅਤੇ ਦੂਜਾ ਖੁਦ ਵੀ ਨਹਾ ਸਕਦੇ ਹੋ, ਬਾਕੀ ਨਹਾਉਣ ਦੀਆਂ ਸਰਵਿਸਿਜ਼ ਵੀ ਅਵੇਲੇਬਲ ਹੈਗੀਆਂ, ਤੁਸੀਂ ਉੱਥੇ ਜਾ ਸਕਦੇ ਹੋ, ਉਹ ਫੁੱਲ ਸਰਵਿਸ ਵੀ ਹੈ। ਤੁਸੀਂ ਖੁਦ ਉੱਥੇ ਛੱਡਿਆ ਹੈ ਅਤੇ ਉਹਨਾਂ ਨੇ ਪੂਰਾ ਨਹਾਤਾ। ਅਤੇ ਦੂਜਾ ਇਹ ਵੀ ਹੈਗਾ ਕਿ ਉੱਥੇ ਸਟੇਸ਼ਨ ਬਣਿਆ ਅਤੇ ਤੁਸੀਂ ਲੈ ਗਏ ਅਤੇ ਉੱਥੇ ਉਹਨਾਂ ਦਾ ਸਭ ਕੁਛ ਯੂਜ਼ ਕੀਤਾ ਅਤੇ ਨਹਾ ਤੁਸੀਂ ਖੁਦ ਲਿਆ। ਆਪਾਂ ਇਹਨਾਂ ਨੂੰ ਕੀ ਅੱਗੇ ਸੇਲ ਕਰ ਸਕਦੇ ਹਾਂ? ਜਿਵੇਂ ਤੁਸੀਂ ਇਸ ਨੂੰ ਲੈ ਲਿਆ, ਤੁਸੀਂ ਤੁਹਾਡਾ ਨਹੀਂ ਮਨ ਰੱਖਣ ਦਾ, ਤੁਸੀਂ ਆਪਣੇ ਬਿਹਾਫ ਦੇ ਉੱਤੇ ਅੱਗੇ ਸੇਲ ਕਰ ਸਕਦੇ ਹੋ ਜਾਂ ਇਹਨਾਂ ਨੂੰ ਵਾਪਸ ਕਰ ਦਿਓ? ਬਿਲਕੁਲ ਸੇਲ ਕਰ ਸਕਦੇ ਹਾਂ ਜੀ, ਸੇਲ ਕਰਨ 'ਤੇ ਕੋਈ ਪ੍ਰੋਬਲਮ ਨਹੀਂ ਹੈਗੀ। ਜਦੋਂ ਤੁਸੀਂ ਸੇਲ ਕਰਨਾ ਹੈ ਤਾਂ ਫਿਰ ਕਿਉਂਕਿ ਇਹ ਪਿਓਰ ਬਰੈਡ ਹੈਗੇ ਨੇ ਤਾਂ ਜਿਹੜੇ ਰਜਿਸਟ੍ਰੇਸ਼ਨ ਹੈ ਉਹ ਚੇਂਜ ਕਰਨੀ ਪਊਗੀ। ਜਿਵੇਂ ਗੱਡੀ ਕਾਰ ਦੀ ਲਾਇਸੈਂਸ ਪਲੇਟ ਚੇਂਜ ਹੋਣੀ ਹੈ, ਉਵੇਂ ਜਿਵੇਂ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਵੀ ਚੇਂਜ ਹੋਣੀ ਹੈ। ਅਤੇ ਦੂਜਾ ਜੇ ਤੁਸੀਂ ਕੋਈ ਖਰੀਦ ਨਹੀਂ ਰਿਹਾ ਤਾਂ ਤੁਸੀਂ ਜਿਹੜਾ ਇਹਨਾਂ ਨੂੰ ਅੱਗੇ ਜਾ ਕੇ ਜਿਹੜਾ ਐਨੀਮਲ ਸਰਵਿਸਿਜ਼ ਨੇ ਉੱਥੇ ਦੇ ਸਕਦੇ ਹੋ, ਅੱਗੇ ਅਡੋਪਸ਼ਨ ਲਈ ਜਿਹੜਾ ਕਰ ਸਕਦੇ ਨੇ। ਹੁਣ ਪੈਂਡੇਮਿਕ ਦੇ ਦੌਰਾਨ ਤੁਸੀਂ ਖਬਰਾਂ ਵੀ ਸੁਣੀਆਂ ਨੇ, ਬਹੁਤ ਲੋਕਾਂ ਨੇ ਪੈਟ ਲੈ ਲਏ, ਉਹ ਸਾਂਭੇ ਨਹੀਂ, ਅਤੇ ਹੁਣ ਉਹ ਡੋਨੇਸ਼ਨ ਲਈ ਬਹੁਤ ਅਤੇ ਅਡੋਪਸ਼ਨ ਲਈ ਅਵੇਲੇਬਲ ਹੈਗੇ ਨੇ ਜੀ। ਅਡੋਪਸ਼ਨ ਤਾਂ ਕਰ ਦਿੱਤੀ ਜਾਂਦੀ ਹੈ, ਪਰ ਕੀ ਡੌਗਸ ਲਈ ਮੁੜ ਕੇ ਕਿਸੇ ਹੋਰ ਫੈਮਿਲੀ 'ਚ ਸੈੱਟ ਹੋਣਾ ਈਜ਼ੀ ਹੋ ਜਾਂਦਾ? ਉਹ ਡਿਪੈਂਡ ਕਰੂਗਾ ਜੀ ਕਿ ਉਹਨੂੰ ਅੱਗੇ ਟਰੀਟਮੈਂਟ ਕਿਵੇਂ ਮਿਲਦਾ ਹੈਗਾ, ਜਾਂ ਉਹ ਪਿੱਛੇ ਇਨਵਾਇਰਮੈਂਟ ਕਿਹੋ ਜਿਹੀ ਸੀ। ਹੁਣ ਜੇ ਆਪਾਂ ਪਰਟੀਕੂਲਰ ਇਹਦਾ ਐਗਜ਼ਾਮਪਲ ਲਾਈਏ ਤਾਂ ਇਹ ਸਾਰਾ ਦਿਨ ਆਪਣੀ ਮਰਜ਼ੀ ਕਰਦੇ ਨੇ, ਜਦੋਂ ਜੀ ਕਰਦਾ ਆਉਂਦੇ ਨੇ, ਜਿੱਧਰ ਮਰਜ਼ੀ ਘੁੰਮਦੇ ਫਿਰਦੇ ਨੇ, ਜਿਸ ਆਉਂਦੇ ਨੇ ਖਾਂਦੇ ਨੇ ਆਪਣੇ ਟਾਈਮ ਦੇ ਉੱਤੇ। ਪਰ ਇਹਨਾਂ ਨੂੰ ਜੇ ਇਹੋ ਜਿਹੇ ਇਨਵਾਇਰਮੈਂਟ 'ਚ ਭੇਜਿਆ ਜਾਵੇ ਜਿੱਥੇ ਉਹਨਾਂ ਨੇ ਅੰਦਰ ਰਹਿਣਾ ਹੋਵੇ ਤਾਂ ਉਹਨੂੰ ਅਡੈਪਟ ਕਰਨ ਨੂੰ ਬਹੁਤ ਜ਼ਿਆਦਾ ਟਾਈਮ ਲੱਗੂਗਾ। ਉਵੇਂ ਜਿਵੇਂ ਜੇ ਕੋਈ ਅੰਦਰ ਰਹਿਣ ਵਾਲਾ ਪੈਟ ਹੈ ਉਹਨੂੰ ਬਾਹਰ ਛੱਡਦੇ ਚਾਹ ਉਹਨੂੰ ਅਡਾਪਟ ਕਰਨ ਨੂੰ ਟਾਈਮ ਲੱਗੂਗਾ। ਪਰ ਮੈਂ ਦੇਖਿਆ ਜੀ ਜਿਹੜਾ ਵਾਈਲਡ ਐਨੀਮਲ ਨੇ ਉਹ ਵਾਈਲਡ ਨੇ, ਉਹ ਬਾਹਰ ਰਹਿਣਾ ਜ਼ਿਆਦਾ ਪਸੰਦ ਕਰਦੇ। ਜਦੋਂ ਤੁਸੀਂ ਲੈਣਾ ਹੈਗਾ ਅਤੇ ਉਦੋਂ ਬਹੁਤ ਚੀਜ਼ਾਂ ਧਿਆਨ ਰੱਖਣੇ ਸ਼ੁਰੂਆਤ ਦੇ ਵਿੱਚੋਂ ਕਿ
ਦੇ ਪੈਰੈਂਟ ਨੂੰ ਕੋਈ ਪਹਿਲਾਂ ਇਹੋ ਜਿਹਾ ਡਿਜ਼ੀਜ਼ ਤਾਂ ਨਹੀਂ ਸੀਗਾ ਜਾਂ ਹੋਰ ਕੋਈ ਪ੍ਰੋਬਲਮਸ ਤਾਂ ਨਹੀਂ ਸੀਗੀਆਂ, ਉਹ ਫਿਰ ਜੈਨੇਟਿਕ ਅੱਗੇ ਪਾਸ ਜੈਨੇਟਿਕ ਮੇਕਅਪ ਉਵੇਂ ਪਾਸ ਹੋ ਜਾਂਦੀ ਹੈ। ਪਰ ਜੇ ਉਹਦੇ ਪੈਰੈਂਟਸ ਹੈਲਦੀ ਸੀ ਤਾਂ ਉਹ ਲੰਬਾ ਜਿਉਂਦੇ ਨੇ, ਤਾਂ ਫਿਰ ਇਹ ਵੀ ਲੰਬੇ ਚਾਹੁੰਦੇ ਆ। ਸਭ ਤੋਂ ਪਹਿਲਾਂ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਹੈ ਜੀ। ਸੋ ਜਿਵੇਂ ਤੁਸੀਂ ਕਿਹਾ ਕਿ ਫੈਮਿਲੀ ਮੈਂਬਰ ਹੈ, ਸੋ ਇਹ ਸਮਝਣਾ ਪਊਗਾ ਕਿ ਤੁਸੀਂ ਇੱਕ ਫੈਮਿਲੀ ਮੈਂਬਰ ਨੂੰ ਘਰ ਦੇ ਵਿੱਚੋਂ ਲੈ ਕੇ ਆਉਂਦਾ ਹੈਗਾ। ਸੋ ਜੋ ਉਹਦੀਆਂ ਇੱਕ ਟੱਬਰ ਦੇ ਜੀ ਦੀਆਂ ਨੀਡਸ ਨੇ, ਉਹੀ ਇੱਕ ਪੈਟ ਦੀਆਂ ਨੀਡਸ ਨੇ। ਅਤੇ ਦੂਜਾ, ਇਹ ਕੋਈ ਮਸ਼ੀਨ ਤਾਂ ਹੈ ਨਹੀਂ ਵੀ ਖੜੀ ਹੈ, ਇਹ ਇੱਕ ਲਿਵਿੰਗ ਬੀਇੰਗ ਹੈਗਾ। ਸੋ ਉਹਦੇ ਕਰਕੇ ਜੇ ਤੁਸੀਂ ਇਹ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਹੋ ਕਿ ਜਿਵੇਂ ਇੱਕ ਬੱਚੇ ਦੀ ਜ਼ਿੰਮੇਵਾਰੀ ਚੱਕਣੀ ਹੈ, ਤਾਂ ਫਿਰ ਤੁਹਾਨੂੰ ਲੈਣਾ ਚਾਹੀਦਾ। ਜੇ ਤੁਸੀਂ ਜ਼ਿੰਮੇਵਾਰੀ ਨਹੀਂ ਸਿਰਫ ਖੇਡ ਲਈ ਲੈਣਾ, ਅਤੇ ਫਿਰ ਇਹ ਖੇਡ ਨਹੀਂ ਹੈਗੀ ਹੈ, ਕਿਉਂਕਿ ਲਾਈਫ ਲੌਂਗ ਰਿਸਪੋਂਸਿਬਿਲਿਟੀ ਹੈਗੀ ਹੈ। ਅਤੇ ਦੂਜੀ ਬਾਕੀ ਕਿਉਂਕਿ ਇਹਨਾਂ ਨੇ ਬਿਮਾਰ ਵੀ ਹੋਣਾ ਜੀ, ਤੁਹਾਨੂੰ ਡਾਕਟਰ ਦੇ ਵੀ ਲੈ ਕੇ ਜਾਣਾ ਪਊਗਾ। ਬਾਕੀ ਇਹ ਤੋਂ ਜਿਹੜਾ ਨਾਲ ਇਹਨਾਂ ਨੂੰ ਸੰਗਤ ਦੀ ਵੀ ਉਨੀ ਲੋੜ ਹੈ, ਕੰਪਨੀ ਦੀ ਲੋੜ ਹੈ। ਜੇ ਤੁਸੀਂ ਇਕੱਲੇ ਛੱਡਤਾ ਤਾਂ ਫਿਰ ਇਹ ਵੀ ਮਾਯੂਸ ਹੋ ਜਾਣਗੇ, ਜਿਵੇਂ ਲੋਕ ਮਾਯੂਸ ਹੋ ਜਾਂਦੇ ਨੇ। ਸੋ ਜੇ ਕੰਪਨੀ ਲਈ ਲਿਆ ਤਾਂ ਕੰਪਨੀ ਮੇਨਟੇਨ ਕਰਨੀ ਪਊਗੀ, ਪਰ ਜੇ ਤੁਸੀਂ ਸਿਰਫ ਖੇਡਣ ਲਈ ਲਿਆ ਤਾਂ ਫਿਰ ਪੈਟ ਨਹੀਂ ਲੈਣਾ ਚਾਹੀਦਾ। ਸੋ ਇਸ ਵਕਤ ਅਸੀਂ ਮਿਸਟਰ ਰਾਜਨ ਦੇ ਘਰ ਹੈਗੇ ਹਾਂ। ਲੈਮਨ ਇਹਨਾਂ ਦਾ ਡੌਗ ਹੈ ਤੇ ਇਹਨਾਂ ਨੇ ਖਾਸ ਤੌਰ ਤੇ ਇੰਡੀਆ ਤੋਂ ਲੈਮਨ ਮੰਗਵਾਇਆ। ਘਰ ਇਹਨਾਂ ਦੇ ਇੰਡੀਆ ਦੇ ਵਿੱਚ ਸੀਗਾ। ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਰਾਜਨ ਜੀ, ਪਹਿਲਾਂ ਤਾਂ ਵੈਲਕਮ ਟੂ ਹਮਦਰ ਟੀਵੀ। ਥੈਂਕ ਯੂ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੈਨੇਡਾ ਰਹਿੰਦਿਆਂ ਨੂੰ? ਸਾਨੂੰ about 2 ਸਾਲ ਹੋ ਗਏ ਨੇ। 2 ਸਾਲ। ਹਾਂਜੀ। ਤੇ ਬੈਕ ਹੋਮ ਦੇ ਵਿੱਚ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ? ਅਸੀਂ ਮੋਹਾਲੀ ਤੋਂ ਜੀ। ਮੋਹਾਲੀ ਤੋਂ। ਰਾਈਟ। ਤੇ ਲੈਮਨ ਤੁਸੀਂ ਉੱਥੇ ਲਿਆ ਸੀ? ਹਾਂ, ਲੈਮਨ ਅਸੀਂ ਉੱਥੇ ਐਜ਼ ਅ ਪਪ ਲਿੱਤਾ ਸੀਗਾ, ਤੇ ਮੀ ਐਂਡ ਮਾਈ ਵਾਈਫ ਅਸੀਂ ਇਕੱਠੇ ਹੀ ਪਾਲੇ ਹੈ ਫਰੋਮ ਪਪ। ਐਂਡ ਹੀ ਵਾਜ਼ ਅਬਾਊਟ 3.5 ਸਾਲ ਸੀਗਾ ਜਦੋਂ ਅਸੀਂ ਮੂਵ ਕੀਤੇ ਇੱਥੇ ਕੈਨੇਡਾ। ਮੈਂ ਜਿਵੇਂ ਤੁਹਾਡੀ ਵਾਈਫ ਨਾਲ ਗੱਲਬਾਤ ਕਰੀ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਉੱਥੇ ਤੁਹਾਡੇ ਕੋਲ 2 ਡੌਗ ਸੀਗੇ ਤੇ ਦੋਵੇਂ ਸੇਮ ਬਰੀਡ ਸੀ? ਹਾਂਜੀ, ਦੋਵੇਂ ਗੋਲਡਨ ਰਿਟਰੀਵਰ ਸੀਗੇ। ਦੇਖੋ, 2 ਡੌਗ ਅਸੀਂ ਕੋਈ ਇੰਟੈਂਸ਼ਨਲੀ ਪਲਾਨ ਤਾਂ ਨਹੀਂ ਕੀਤਾ ਸੀਗਾ, ਬਟ ਉਹ ਜਿਹੜਾ ਸਾਡੇ ਕੋਲ ਪਹਿਲਾ ਡੌਗ ਸੀਗਾ, ਟਿਮੋਨ ਨਾਮ ਸੀ ਉਹਦਾ, ਸੇਮ ਬਰੀਡ ਸੀ, ਉਹ ਕਾਫੀ ਬੁੜਾ ਸੀਗਾ। ਤੇ ਇਨਫੈਕਟ ਹੁੰਦਾ ਕਿ ਇਹ 2 ਰੀਜ਼ਨ ਸੀਗੇ। ਇੱਕ ਤਾਂ ਸੀਗਾ ਕਿ ਉਹਨੂੰ ਥੋੜਾ ਕੰਪੀਟੀਸ਼ਨ ਮਹਿਸੂਸ ਹੁੰਦਾ, ਤਾਂ ਉਹ ਕੰਪੀਟ ਕਰਨ ਦੀ ਕੋਸ਼ਿਸ਼ ਕਰਦਾ, ਥੋੜੀ ਹੈਲਥ ਬੈਟਰ ਹੋ ਜਾਂਦੀ ਹੈ। ਜਿਵੇਂ ਉਹਦੇ ਜੁਆਇੰਟ ਥੋੜੇ ਜਿਹੇ ਪੇਨ ਕਰਦੇ ਸੀ, ਤੁਰਦਾ ਘੱਟ ਸੀਗਾ। ਯੰਗ ਆਇਆ, ਉਹ ਇਹਦੇ ਨਾਲ ਆਊਟ ਆਫ ਕੰਪੀਟੀਸ਼ਨ ਕੰਪੀਟ ਕਰਦਾ ਸੀ, ਥੋੜੀ ਜਿਹੀ ਹੈਲਥ ਇੰਪਰੂਵ ਹੋਣ ਲੱਗ ਗਈ। ਹਾਂ, ਤਾਂ ਇੱਕ ਉਹ ਸੀਗਾ। ਇੱਕ ਇਹ ਹੁੰਦਾ ਕਿ ਡੌਗ ਦੇਖੋ ਇਵੈਂਚੁਅਲੀ ਇਹਨਾਂ ਨੇ ਜਾਣਾ ਤਾਂ ਹੈਗਾ ਹੀ ਹੈ, ਉਮਰ ਹੁੰਦੀ ਹੈ। ਇੱਕ ਬਹੁਤ ਵੱਡਾ ਵੋਇਡ ਤੁਹਾਡੀ ਲਾਈਫ 'ਚ ਰਹਿ ਜਾਂਦਾ ਜਦੋਂ ਡੌਗ ਚਲਾ ਜਾਂਦਾ। ਸੋ ਉਹ ਇੱਕ ਜੇ ਤੁਸੀਂ ਪਹਿਲਾਂ ਇੱਕ ਨਾਲ ਰੱਖ ਲਿਆ ਤਾਂ ਉਹ ਟ੍ਰਾਂਜੀਸ਼ਨ ਲਾਈਕ ਤੁਹਾਨੂੰ ਵਿੱਚ ਨਾ ਬਲੈਂਕ ਨਹੀਂ ਹੁੰਦਾ, ਤੁਹਾਡੇ ਕੋਲ ਹੋਰ ਕੰਪੈਨੀਅਨ ਹੁੰਦਾ ਤੁਹਾਡੇ ਕੋਲ। ਇੱਕ ਇਹ ਸਾਡਾ ਕੁਝ ਉਹ ਸੀਗਾ ਕਿ ਵੀ ਸ਼ੁੱਡ ਹੈਵ ਅ ਡੌਗ, ਤਾਂ ਕਿ ਸਾਨੂੰ ਇੱਕਦਮ ਬਿਲਕੁਲ ਕੰਪੈਨੀਅਨਸ਼ਿਪ ਰਵੇ ਦੂਜੇ ਡੌਗ ਦੀ। ਇੰਡੀਆ 'ਚੋਂ ਕਿੰਨੇ ਦਾ, ਜਿਵੇਂ ਪ੍ਰਾਈਸ ਦੀ ਗੱਲ ਕਰਾਂ, ਕਿੰਨੇ ਦਾ ਸੀ ਉਸ ਟਾਈਮ ਜਦੋਂ ਤੁਸੀਂ ਲਿਆ ਸੀ? ਵੈਸੇ ਤਾਂ ਰੇਟ ਬਹੁਤ ਵੇਰੀ ਕਰਦੇ, ਬਰੀਡਰ 'ਤੇ ਡਿਪੈਂਡ ਕਰਦਾ। ਦਿਸ ਵਨ ਕੋਸਟਡ ਅਸ ਅਰਾਊਂਡ 20,000। ਤੇ ਬਾਕੀ ਦੇਰ ਇਜ਼ ਨੋ ਪ੍ਰਾਈਸ ਟੂ ਇਟ। ਹਰ ਇੱਕ ਬਰੀਡਰ ਦੀ ਆਪਣੀ, ਜਿਵੇਂ ਗੋਲਡਨ ਰਿਟਰੀਵਰ ਦੀ ਪ੍ਰਾਈਸ ਇਟ ਵੇਰੀਜ਼ ਫਰੋਮ 60,000 ਟੂ ਐਨੀਥਿੰਗ ਬਿਟਵੀਨ। ਇੰਡੀਆ ਤੋਂ ਕੈਨੇਡਾ ਮੰਗਵਾਉਣ ਦਾ ਮੇਨ ਮੋਟਿਵ ਕੀ ਸੀਗਾ? ਤੁਸੀਂ ਇੱਥੇ ਵੀ ਕੋਈ ਲੈ ਸਕਦੇ ਸੀ, ਬਟ ਇੰਡੀਆ ਤੋਂ ਸਪੈਸ਼ਲੀ ਲੈਮਨ ਨੂੰ ਤੁਸੀਂ ਮੰਗਵਾਇਆ? ਦੇਖੋ, ਮੇਰੀ ਤਾਂ ਐਜ਼ ਅ ਪਰਸਨ ਜਾਂ ਮੇਰੇ ਵਾਈਫ ਦੀ, ਸਾਡੀ ਤਾਂ ਕਾਰਾਂ ਨਾਲ ਵੀ ਇਮੋਸ਼ਨ ਅਟੈਚ ਹੋ ਜਾਂਦੀ ਸੀ, ਲਿਆ ਨਹੀਂ ਪਾਏ। ਇਹ ਤਾਂ ਫਿਰ ਜਿਉਂਦੀ ਚੀਜ਼ ਹੈ। ਤਾਂ ਜਦੋਂ ਉਹ ਤੁਹਾਨੂੰ ਪਰਸਨਲੀ ਲਵ ਕਰਦੇ ਨੇ, ਲਾਈਕ ਅਸੀਂ ਘਰੇ ਆਉਂਦੇ ਇੰਨੇ ਪਿਆਰ ਨਾਲ ਮਿਲਦਾ, ਅਸੀਂ ਇਹਨੂੰ ਪਿੱਛੇ ਕਿਤੇ ਛੱਡ ਦਿੰਦੇ। ਜਿਉਂਦਾ ਜਾਨ ਹੈ, ਸਾਨੂੰ ਪਿਆਰ ਸੀ ਇਹਦੇ ਨਾਲ। ਤਾਂ ਸਾਡੇ ਮੇਰੇ ਮੰਮੀ ਵੀ ਇਹੀ ਕਹਿੰਦੇ ਸੀਗੇ ਵੀ ਉੱਥੇ ਹੋਰ ਲੈ ਲਿਓ, ਬਟ ਉਹ ਗੱਲ ਨਹੀਂ ਹੈ। ਬੰਦੇ ਦੇ ਨਾਲ ਪਿਆਰ ਹੁੰਦਾ ਹੈ, ਉੱਦਾਂ ਹੀ ਜਾਨਵਰ ਦੇ ਨਾਲ ਪਿਆਰ ਹੁੰਦਾ ਹੈ। ਤਾਂ ਅਸੀਂ ਲੈ ਕੇ ਆਉਣਾ ਸੀ, ਮੈਂ ਪਿੱਛੇ ਛੱਡ ਨਹੀਂ ਸਕਦਾ ਸੀਗਾ ਇਹਨੂੰ। ਜਿਵੇਂ ਇੱਥੇ ਤਾਂ ਹੁੰਦਾ ਹੈ ਕਿ ਕੋਈ ਪਰਸਨ ਆਪਾਂ ਕੋਈ ਸਪਾਂਸਰ ਕਰਨਾ ਤਾਂ ਇਮੀਗ੍ਰੇਸ਼ਨ ਦਾ ਸਿਸਟਮ ਬਹੁਤ ਕਲੀਅਰ ਕਰਨਾ ਪੈਂਦਾ। ਸੋ ਡੌਗਸ ਜਾਂ ਪੈਟਸ ਲਈ ਵੀ ਸਾਰਾ ਕੁਝ ਕਰਨਾ ਪਿਆ? ਹਾਂ, ਦੇਖੋ ਇੰਨਾ ਸਿੰਪਲ ਤਾਂ ਨਹੀਂ ਸੀਗਾ, ਬਟ ਇੱਦਾਂ ਹੈ ਕਿ ਹਾਂ, ਮੈਡੀਕੇਸ਼ਨ, ਇਹਨਾਂ ਦੀ ਵੈਕਸੀਨੇਸ਼ਨ ਰਿਕਾਰਡ, ਉਹ ਸਾਰਾ ਕੁਝ 2 ਸਾਲ ਤੱਕ ਦਾ ਰਿਕਾਰਡ ਮੈਂ ਪ੍ਰੈਜ਼ੈਂਟ ਕਰਨਾ ਸੀਗਾ। ਬਟ ਲੱਕੀਲੀ ਅਸੀਂ ਉੱਥੇ ਵੈਸੇ ਜਨਰਲੀ ਹੀ ਮੇਨਟੇਨ ਕਰਦੇ ਸੀਗੇ, ਤਾਂ ਮੈਨੂੰ ਕੁਝ ਸਪੈਸ਼ਲੀ ਨਹੀਂ ਕਰਨਾ ਪਿਆ। ਤਾਂ ਮੇਰੇ ਕੋਲ ਤਾਂ ਸਾਰਾ ਕੁਝ ਸੀਗਾ। ਜੋ ਔਨ ਟੌਪ ਆਫ ਦੈਟ ਕੁਝ ਐਕਸਟਰਾ ਸੀਗਾ, ਉਹ ਸੀਗਾ ਕਿ ਜੀ ਚਲੋ ਇਹਨਾਂ ਦੇ ਇੱਕ ਚਿਪ ਪੈਂਦੀ ਹੈ ਟਰੈਕ ਕਰਨ ਲਈ, ਉਹ ਮੈਂਡੇਟਰੀ ਸੀ, ਉਹ ਮੈਨੂੰ ਲਵਾਉਣੀ ਪਈ ਸਪੈਸ਼ਲੀ। ਅਤੇ ਕੁਛ ਇੱਕ ਦਿੱਲੀ ਜਾ ਕੇ ਫਲਾਈਟ ਤੋਂ 72 ਆਵਰਸ ਪਹਿਲਾਂ ਗਵਰਨਮੈਂਟ ਐਨੀਮਲ ਹਸਬੈਂਡਰੀ ਤੋਂ ਲੈਣੀ ਪੈਂਦੀ ਹੈ ਸਪੈਸ਼ਲ, ਜਿਹੜੀ ਹੁੰਦੀ ਹੈ ਸਰਟੀਫਿਕੇਸ਼ਨਸ। ਉਹ ਮੈਂ ਸਪੈਸ਼ਲੀ ਦਿੱਲੀ ਜਿਹੜਾ ਪਹਿਲਾਂ ਲਗਾਇਆ, ਇਹਦੀ ਸਰਟੀਫਿਕੇਸ਼ਨਸ ਅਟੈਸਟੇਸ਼ਨ ਕਰਵਾਈ। ਉਹ ਡਾਕਟਰਸ ਬਹੁਤ ਨਾਈਸ ਸੀ ਉੱਥੇ। ਅਤੇ ਉਸ ਤੋਂ ਮੈਨੂੰ ਫਿਰ ਮਤਲਬ ਉਹੀ ਔਖਾ ਪਾਰਟ ਸੀਗਾ, ਬਟ ਉਹ ਵੀ ਇਟ ਵੈਂਟ ਵੈਲ ਬਿਕੋਜ਼ ਦੇ ਹੈਲਪ ਮੀ ਅ ਲੋਟ। ਫਲਾਈਟ ਦੇ ਦੌਰਾਨ ਕੋਈ ਪ੍ਰੋਬਲਮ ਨਹੀਂ? ਜਦੋਂ ਫਲਾਈਟ ਤੁਸੀਂ ਬੁੱਕ ਕਰਵਾਈ ਤਾਂ ਉਸ ਟਾਈਮ ਵੀ ਕੁਝ ਇੱਦਾਂ ਦੇਖਣਾ ਪੈਣਾ ਸੀ ਕਿ ਫਰੈਂਡਲੀ ਹੋਵੇ ਐਂਡ ਕਿਵੇਂ ਲੈ ਕੇ ਆਉਣਾ? ਹਾਂ, ਉਹ ਮੈਨੂੰ ਕਾਫੀ ਕੁਝ ਦੇਖਣਾ ਪਿਆ, ਬਿਕੋਜ਼ ਨਵਾਂ ਐਕਸਪੀਰੀਅੰਸ ਸੀਗਾ। ਇਹ ਵੀ ਟਰੈਵਲਿੰਗ ਦੇ ਨਾ ਆਦੀ ਨਹੀਂ ਸੀਗਾ। ਅਤੇ ਜਿਵੇਂ KLM ਮੈਂ ਸੁਣਿਆ ਸੀਗਾ, ਐਂਡ ਹੈ ਵੀ KLM ਅਤੇ ਲੁਫਥੈਂਜ਼ਾ, ਜਿਹੜੀਆਂ ਯੂਰਪੀਅਨ ਫਲਾਈਟਸ ਨੇ, ਇਹ ਬਹੁਤ ਜ਼ਿਆਦਾ ਪੈਟ ਫਰੈਂਡਲੀ ਹੈ ਐਜ਼ ਕੰਪੇਅਰ ਟੂ ਅਦਰਸ। ਸੋ ਉਸ ਹਿਸਾਬ ਨਾਲ
ਮੈਨੂੰ ਠੀਕ ਰਿਹਾ ਤੇ ਮੈਂ ਸਪੈਸ਼ਲੀ ਜਿਵੇਂ ਲੁਫਥੈਂਜ਼ਾ ਤੇ KLM ਨਾਲ ਕਾਫੀ ਗੱਲਾਂ ਬਾਤਾਂ ਕੀਤੀਆਂ। ਮੈਨੂੰ KLM ਬੈਟਰ ਲੱਗੀ, ਰਿਸਪੌਂਸਿਵ ਲੱਗੀ। ਉਹਨਾਂ ਦਾ ਐਮਸਟਰਡੈਮ ਦੇ ਵਿੱਚ ਸਪੈਸ਼ਲੀ ਪੈਟ ਹੋਟਲ ਵੀ ਸੀਗਾ, ਤਾਂ ਬਿਕੋਜ਼ ਫਲਾਈਟ ਬਹੁਤ ਲੰਬੀ ਸੀਗੀ ਉਸ ਵੇਲੇ, ਕੁਝ ਐਦਾਂ ਪਾਕਿਸਤਾਨ ਨਾਲ ਕਨਫਲਿਕਟ ਚੱਲ ਰਿਹਾ ਸੀਗਾ, ਤਾਂ ਫਲਾਈਟਸ ਡਿਵਰਟ ਹੋ ਕੇ ਆ ਰਹੀਆਂ ਸੀਗੀਆਂ, 1 ਘੰਟਾ ਐਕਸਟਰਾ ਐਡ ਹੋ ਰਿਹਾ ਸੀਗਾ। ਸੋ ਮੈਂ ਸਪੈਸ਼ਲੀ ਐਮਸਟਰਡੈਮ 6 ਘੰਟੇ ਦਾ ਸਟੇ ਲਿੱਤਾ ਰਾਦਰ ਦੈਨ 2 ਘੰਟੇ, ਬਿਕੋਜ਼ ਫਿਰ ਉਹ ਜੇ 2 ਘੰਟੇ ਤੋਂ ਵੱਧ ਦਾ ਸਟੇ ਹੋਵੇ ਫਿਰ ਉਹ ਡੌਗ ਨੂੰ ਬਾਹਰ ਕੱਢਦੇ ਆ ਹੋਟਲ, ਉਹਨਾਂ ਦਾ ਜਿਹੜਾ ਪੈਟ ਹੋਟਲ ਉੱਥੇ ਰੱਖਦੇ ਆ, ਪਾਣੀ ਪੂਣੀ ਪਿਲਾਉਂਦੇ ਐਂਡ ਦੇ ਲੈਟ ਵੀ ਮੂਵ ਆਊਟ ਕਰਕੇ ਆਪਣਾ ਜੋ ਵੀ ਉਹਨੇ ਈਜ਼ ਅਪ ਹੋਣਾ ਹੋ ਜਾਂਦਾ। ਤੇ ਮੈਂ ਸਪੈਸ਼ਲੀ ਉਹ 6 ਘੰਟੇ ਦਾ ਸਟੇ ਲਿੱਤਾ ਤੇ ਐਕਸਟਰਾ ਹੀ ਪੇ ਕੀਤਾ ਹੋਟਲ ਦਾ ਜੋ ਸੀਗਾ ਉਹਨਾਂ ਦਾ, ਤੇ ਫਿਰ ਤਾਂ ਕਿ ਇਹਨੂੰ ਕਨਵੀਨੀਅੰਟ ਰਵੇ। ਤੁਹਾਨੂੰ ਸਟੇ ਦੇ ਵਿੱਚ ਮਿਲਣ ਦੀ ਇਜਾਜ਼ਤ ਸੀ, ਮਿਲੇ ਤੁਸੀਂ ਸੀ ਜੇ ਮੈਂ ਪੁਸ਼ ਕਰਦਾ ਤਾਂ ਮਿਲ ਸਕਦੀ ਸੀ, ਬਟ ਜਿਹੜਾ ਇਹਨਾਂ ਦਾ ਪੈਟ ਹੋਟਲ ਸੀ ਉਹ ਥੋੜਾ 에ਅਰਪੋਰਟ ਤੋਂ ਬਾਹਰ ਸੀਗਾ। ਸੋ ਉਹਨਾਂ ਐਂਡ ਮੈਂ ਫੋਨ ਵੀ ਕੀਤਾ ਉਹਨਾਂ ਨੂੰ, ਬਟ ਉਹਨਾਂ ਨੇ ਮੈਨੂੰ ਸਪੈਸ਼ਲੀ ਕਿਹਾ ਕਿ ਸਰ ਤੁਸੀਂ ਨਾ ਮਿਲੋ, ਕੁੱਤਾ ਜਿਹੜਾ ਡੌਗ ਉਹ ਐਂਕਸ਼ੀਅਸ ਹੁੰਦਾ, ਤੁਸੀਂ ਮਿਲੋਗੇ ਦੁਬਾਰਾ ਐਂਗਜ਼ਾਈਟੀ ਅਟੈਕ ਹੋਏਗਾ ਉਹਨੂੰ, ਤੇ ਉਹ ਫਿਰ ਹਜੇ ਤਾਂ ਉਹ ਓਕੇ ਵਿਦ ਇਟ ਕਿ ਤੁਸੀਂ ਕੋਲ ਨਹੀਂ ਹੋ। ਮੈਨੂੰ ਉਹਨਾਂ ਦੀ ਗੱਲ ਰੈਲੇਵੈਂਟ ਲੱਗੀ ਵੀ ਠੀਕ ਹੈ ਨਹੀਂ ਮਿਲਣਾ ਚਾਹੀਦਾ, ਸੋ ਮੈਂ ਨਹੀਂ ਮਿਲਿਆ। ਬਟ ਮੈਂ ਉਹਨਾਂ ਨੂੰ 2 ਵਾਰੀ ਫੋਨ ਕਰਕੇ ਹਾਲ ਚਾਲ ਪੁੱਛਿਆ, ਇੱਕ ਉਤਰ ਕੇ ਤੇ ਇੱਕ ਚੜ੍ਹਨ ਲੱਗੇ, ਐਂਡ ਦੇ ਗੇਵ ਮੀ ਅ ਵੈਰੀ ਗੁੱਡ ਇਨਪੁਟ। ਈਵਨ ਜਦੋਂ ਫਲਾਈਟ ਚੜ੍ਹਨ ਤੋਂ ਪਹਿਲਾਂ ਪੁੱਛਿਆ, ਮੈਂ ਕਿਹਾ ਮੇਰਾ ਡੌਗ ਆ ਗਿਆ ਪਲੇਨ 'ਚ, ਤੇ ਉਹ ਕਹਿੰਦੇ ਅਸੀਂ ਇੱਥੋਂ ਭੇਜਤਾ, ਹੀ ਵਾਸ ਕਾਮ, ਅਸੀਂ ਉਹਨੂੰ ਪਾਣੀ ਪਿਲਾਤਾ, ਕਲੀਨ ਕਰਤਾ, ਤੁਹਾਡਾ ਡੱਬਾ ਜਿਹੜਾ ਇਹਨਾਂ ਦਾ ਹੁੰਦਾ ਉਹ ਵੀ ਕਲੀਨ ਕਰਤਾ। ਤੇ ਫਿਰ ਮੈਂ ਜਦੋਂ ਫਲਾਈਟ ਚੜ੍ਹਿਆ ਤਾਂ ਮੈਂ ਕੈਪਟਨ ਨੂੰ ਪੁੱਛਿਆ ਕਿ ਮੇਰਾ ਡੌਗ ਆ ਗਿਆ, ਐਂਡ ਉਹਨਾਂ ਨੇ ਲਾਈਕ ਕੈਪਟਨ ਆਪ ਕੈਬਨ 'ਚੋਂ ਉਤਰ ਕੇ ਆਂਦਾ ਸੀ ਦੱਸਣ ਕਿ ਹਾਂ ਜੀ ਮੈਂ ਖੁਦ ਉਹਨੂੰ ਕੀਤਾ ਅੰਦਰ, ਕੈਬਨ ਦਾ ਪ੍ਰੈਸ਼ਰ ਟੈਂਪਰੇਚਰ ਐਡਜਸਟ ਕੀਤਾ, ਐਂਡ ਬੇਫਿਕਰ ਰਹੋ। ਸੋ ਉਸ ਗੱਲੋਂ ਮੇਰਾ ਡਿਸੀਜਨ ਠੀਕ ਸੀਗਾ। KLM ਵਾਲਿਆਂ ਨੇ ਦੇ ਅਟੈਂਡਡ ਟੂ ਮੀ ਐਂਡ ਮਾਈ ਡੌਗ ਵੈਰੀ ਵੈਲ, ਵਧੀਆ ਸੀਗਾ। ਕਿੰਨਾ ਕੁ ਟੋਟਲ ਖਰਚਾ ਆ ਗਿਆ ਇੰਡੀਆ ਤੋਂ ਇੱਥੇ ਤੱਕ ਲੈ ਕੇ ਆਉਣ ਨੂੰ? ਸੀ 2 ਹੀ ਮੋਟੇ ਖਰਚੇ ਨੇ। ਇੱਕ ਤਾਂ ਜੋ ਇਹਨਾਂ ਦਾ ਟਰਾਂਸਪੋਰਟੇਸ਼ਨ ਹੁੰਦਾ ਬੌਗ, ਉਹ ਨਾ ਇੰਟਰਨੈਸ਼ਨਲੀ ਸਰਟੀਫਾਈਡ ਹੁੰਦਾ, 1-2 ਕੰਪਨੀਆਂ ਬਣਾਉਂਦੀਆਂ ਨੇ, ਸੋ ਦੈਟ ਇਨ ਟਰਮਸ ਆਫ ਇੰਡੀਅਨ ਮਨੀ ਅਰਾਊਂਡ 35,000 ਦਾ, ਠੀਕ ਹੈ, ਇੱਥੇ ਅਰਾਊਂਡ ਆਈ ਥਿੰਕ 500-600 ਦਾ ਹੋਏਗਾ ਡਾਲਰ ਦਾ। ਤੇ ਫਲਾਈਟ ਦਾ ਹੁਣ ਵੇਰੀ ਕਰਦਾ, ਲਾਈਕ ਡਿਪੈਂਡਸ ਕਿੰਨਾ ਹੁਣ ਅੱਜ ਕੱਲ੍ਹ ਜਿਵੇਂ ਫਲਾਈਟ, ਬਟ ਉਸ ਵੇਲੇ ਇਟ ਵਾਜ਼ ਲਾਈਕ $200 ਫॉर ਕੈਰੀਏਜ, ਤੇ ਅਰਾਊਂਡ $200 ਹੀ ਮੈਂ ਹੋਟਲ ਦਾ ਜੋ ਸਟੇ ਦਾ ਉੱਥੇ ਕੀਤਾ, ਸੋ ਨੀਅਰ ਅਬਾਊਟ 300-400 ਦੇ ਵਿੱਚ ਪੈ ਜਾਂਦਾ ਹੈਗਾ। ਤੇ ਇੱਥੋਂ ਜਿਵੇਂ ਆਪਾਂ ਬੈਗਸ ਵਗੈਰਾ ਜਦੋਂ ਲੈਂਦੇ ਹਾਂ, ਕਸਟਮ ਕਲੀਅਰ ਕਰਦੇ ਹਾਂ, ਫਿਰ ਇੱਥੇ 에ਅਰਪੋਰਟ ਤੇ ਆ ਕੇ ਫਿਰ ਤੁਹਾਨੂੰ ਤੁਹਾਡੇ ਹਵਾਲੇ ਕੀਤਾ ਜਾਂ ਘਰ ਤੱਕ ਛੱਡ ਕੇ ਗਏ? ਨਹੀਂ, ਉਹ ਆਪ ਲੈ ਕੇ ਆਉਣਾ, ਉਹ ਤੁਹਾਡੇ ਜ਼ਿੰਮੇਵਾਰੀ ਹੈ, ਜਿਵੇਂ ਤੁਸੀਂ ਆਪ ਖੁਦ ਆਉਂਦੇ। ਬਟ ਮੈਨੂੰ ਕਾਫੀ ਕਨਵੀਨੀਅੰਟ ਰਿਹਾ, ਕੋਈ ਹੈਸਲ ਨਹੀਂ ਸੀਗਾ। ਮੈਂ ਉੱਥੇ ਇੱਕ ਪੋਰਟਰ ਹਾਇਰ ਕਰ ਲਿਆ, ਬਿਕੋਜ਼ ਵੱਡਾ ਸੀਗਾ, ਮੇਰੇ ਕੋਲ ਆਪਣਾ ਲਗੇਜ ਵੀ ਸੀਗਾ, ਤਾਂ ਸਿੰਪਲੀ ਮੈਂ ਉੱਥੇ ਗੇਟ ਤੇ ਗਿਆ, ਆਈ ਟੋਲਡ ਦੈਮ ਮੇਰਾ ਡੌਗ ਹੈ। ਜਿੱਦਾਂ ਹੀ ਉਹ ਡੌਗ ਨੂੰ ਲਾਈਕ ਮੈਂ ਹਾਰਡਲੀ 5 ਮਿੰਟ ਹੀ ਵੇਟ ਕੀਤੀ ਹੈ, ਡੌਗ ਨੂੰ ਉਹ ਬਾਹਰ ਲੈ ਕੇ ਆਏ ਨੇ, ਤੇ ਆਈ ਸ਼ੋਡ ਦੈਮ ਮਾਈ ਡਾਕੂਮੈਂਟਸ। ਉਹਨਾਂ ਨੇ ਮੈਨੂੰ ਡੌਗ ਦੇ ਪੋਜੀਸ਼ਨ ਦਿੱਤਾ, ਉਹ ਪੋਰਟਰ ਦੇ ਮੈਂ ਬੈਗ ਤੇ ਰੱਖ ਲਿਆ। ਉਸ ਤੋਂ ਬਾਅਦ ਕਸਟਮ ਤੇ ਆ ਕੇ ਉਹਨਾਂ ਨੇ ਪੂਰੀ ਡਾਕੂਮੈਂਟੇਸ਼ਨ ਚੈੱਕ ਕੀਤੀ ਹੈ, ਪੂਰੀ ਤਸੱਲੀ ਨਾਲ ਮੈਨੂੰ ਵੀ ਸਵਾਲ ਪੁੱਛੇ, ਮੇਕ ਸ਼ੋਰ ਕੀਤਾ ਕਿ ਮੇਰਾ ਹੀ ਪੈਟ ਹੈ, ਮੈਂ ਕੁਝ ਸਮਗਲ ਤਾਂ ਨਹੀਂ ਕਰ ਰਿਹਾ। ਐਂਡ ਉਸ ਤੋਂ ਬਾਅਦ ਈਵਨ ਦੋ ਮੇਰੇ ਇਹਦੇ ਡੌਗ ਦੇ ਵੈਕਸੀਨ ਲੱਗੀ ਹੋਈ ਸੀ, ਮੇਰੇ ਕੋਲ ਰਿਕਾਰਡ ਵੀ ਸੀਗਾ, ਬਟ ਸਟਿਲ ਦੇ ਇਨਸਿਸਟਡ ਕਿ ਮੈਂ ਲਵਾਵਾਂ। ਸੋ ਆਈ ਪੇਡ them about $20 ਐਕਸਟਰਾ। ਉਹਨਾਂ ਨੇ ਉੱਥੇ ਹੀ ਇਹਨੂੰ ਵੈਕਸੀਨੇਟ ਕੀਤਾ, ਐਂਡ ਦੈਨ ਦੇ ਗੇਵ ਮੀ ਦ ਪੋਜੀਸ਼ਨ, ਆਈ ਮੂਵ ਟੂ ਪਾਰਕਿੰਗ ਐਂਡ ਕਨਵੀਨੀਐਂਟ। ਜਿਵੇਂ ਤੁਸੀਂ ਕਿਹਾ ਉੱਥੇ 에ਅਰਪੋਰਟ ਤੇ ਜਦੋਂ ਤੁਹਾਨੂੰ ਮਿਲਿਆ, ਕੀ ਰਿਐਕਸ਼ਨ ਸੀਗਾ? ਕਾਫੀ ਟਾਈਮ ਹਾਂ, ਇਹ ਤਾਂ ਬਹੁਤ ਲਾਈਕ ਕ੍ਰੇਜ਼ੀ ਹੋ ਗਿਆ, ਲਾਈਕ ਦੇਖ ਕੇ ਮੈਨੂੰ। ਪਹਿਲਾਂ ਸ਼ਾਂਤ ਸੀਗਾ, ਬਟ ਜਿੱਦਾਂ ਹੀ ਮੈਨੂੰ ਦੇਖਿਆ ਇਹ ਭੌਂਕਣ ਲੱਗ ਗਿਆ, ਐਂਡ ਸਾਰਾ 에ਅਰਪੋਰਟ ਸਾਨੂੰ ਦੇਖ ਰਿਹਾ ਸੀਗਾ ਵੀ ਕੀ ਹੋ ਗਿਆ। ਕਈ ਲੋਕ ਪਿਆਰ ਨਾਲ ਦੇਖ ਰਹੇ ਸੀ, ਕਈ ਲੋਕ ਇਰੀਟੇਟ ਹੋ ਰਹੇ ਸੀ, ਬਟ ਇੱਕ ਫਾਇਦਾ ਇਹ ਹੋਇਆ ਕਿ ਅਸੀਂ ਲਾਈਨ 'ਚ ਖੜੇ ਸੀ, ਕਸਟਮ ਵਾਲੀ ਕਾਫੀ ਲੰਬੀ ਲਾਈਨ ਸੀਗੀ, ਬਿਕੋਜ਼ ਇਹ ਭੌਂਕ ਰਿਹਾ ਸੀਗਾ। ਦੇ ਪੁਲਡ ਮੀ ਆਊਟ, ਉਹਨਾਂ ਨੇ ਮੈਨੂੰ ਪਹਿਲਾਂ ਹੀ ਬਾਹਰ ਕੱਢ ਕੇ ਮੈਨੂੰ ਅਟੈਂਡ ਕੀਤਾ। ਸੋ ਠੀਕ ਹੈ, ਡਿਸਐਡਵਾਂਟੇਜਸ ਐਡਵਾਂਟੇਜਸ ਆਪਣੀ ਤਾਂ ਸਭ ਕੁਝ। ਲੈਮਨ ਲਈ ਇੰਡੀਆ ਤੋਂ ਕੈਨੇਡਾ ਆਪਣੇ ਆਪ ਨੂੰ ਐਡਜਸਟ ਕਰਨਾ ਕਿੰਨਾ ਔਖਾ ਸੀਗਾ? ਇਹਨੂੰ ਤਾਂ ਕੁਝ ਵਧੀਆ ਰਿਹਾ, ਇਜ਼ ਬੀਨ ਵੈਰੀ ਗੁੱਡ ਵਿਦ ਐਡਜਸਟਮੈਂਟਸ। ਇੱਕੋ ਚੀਜ਼ ਦੀ ਦਿੱਕਤ ਰਹੀ ਹੈ ਉੱਥੇ, ਹੁਣ ਆਪਣੇ ਮਾਹੌਲ ਇਹੋ ਜਿਹਾ, ਇਹਨੂੰ ਕਦੇ ਅਸੀਂ ਲੀਸ਼ ਨਹੀਂ ਪਾਈ ਸੀਗੀ, ਖੁੱਲਾ ਘੁੰਮਦਾ ਸੀਗਾ, ਸਟਰੀਟ ਡੌਗਸ ਨਾਲ ਵੀ ਖੇਡਦਾ ਸੀ, ਲੋਕਾਂ ਨਾਲ ਵੀ ਖੇਡਦਾ ਸੀਗਾ, ਉਹ ਚੀਜ਼ ਦੀ ਰਿਸਟ੍ਰਿਕਟ ਹੋ ਗਈ ਹੈ। ਬਟ ਅਦਰ ਦੈਨ ਦੈਟ ਸਨੋ ਦੇ ਵਿੱਚ ਇਹ ਬਾਜਾ ਸਨੋ ਪੈਂਦੀ, ਅੱਧਾ ਘੰਟਾ ਬਾਹਰ ਬੈਠਦਾ, ਮਜ਼ੇ ਆਉਂਦੇ ਆ। ਤਾਂ ਇਹਦੇ ਲਈ ਤਾਂ ਇੱਥੇ ਮੈਂ ਬਰੀਡ ਦੇ ਹਿਸਾਬ ਨਾਲ ਇੱਥੇ ਬੈਟਰ ਰਿਹਾ ਮਾਹੌਲ ਇਹਨੂੰ ਮਿਲਿਆ। ਬਟ ਇੱਕੋ ਚੀਜ਼ ਆ, ਹਾਂ ਇੱਥੇ ਫ੍ਰੀ ਵਿਲੀ ਨਹੀਂ ਘੁੰਮ ਸਕਦਾ, ਉੱਥੇ ਫ੍ਰੀ ਵਿਲੀ ਘੁੰਮਦਾ ਸੀਗਾ। ਇੱਥੋਂ ਤੇ ਉੱਥੋਂ ਦੇ ਪੈਟ ਰੱਖਣ ਦੇ ਬਹੁਤ ਜ਼ਿਆਦਾ ਚੇਂਜਸ ਹੈਗੇ, ਖਾਸ ਤੌਰ ਤੇ ਜਦੋਂ ਆਪਾਂ ਕਹਿੰਦੇ ਹਾਂ ਕਿ ਬਹੁਤ ਟ੍ਰੇਨਿੰਗ ਦੇਣੀ ਪੈਂਦੀ ਹੈ, ਕਿਸੇ ਨੂੰ ਵਾਕ ਨਾ ਕਰੇ ਜਾਂ ਫਿਰ ਕਿਸੇ ਨੂੰ ਬਾਈਟ ਨਾ ਕਰ ਲਵੇ। ਸੋ ਇਹ ਚੀਜ਼ਾਂ ਤੁਹਾਨੂੰ ਇਹਨੂੰ ਸਿਖਾਉਣੀਆਂ ਪਈਆਂ ਕਿ ਕੋਈ ਘਰ ਆਉਂਦਾ ਜਾਂ ਕੋਈ ਵੀ ਬਾਹਰ ਜਾ ਰਿਹਾ ਵਾ, ਕਿਤੇ ਬਾਈਟ ਨਾ ਕਰ ਲਵੇ, ਕਿਉਂਕਿ ਬਹੁਤ ਜ਼ਿਆਦਾ ਇਹਦੇ ਅੱਗੇ ਜਾ ਕੇ ਪ੍ਰੋਬਲਮਸ ਕ੍ਰੀਏਟ ਹੋ ਸਕਦੀਆਂ ਨੇ। ਦੇਖੋ ਕੰਪਲਸ਼ਨਸ ਤਾਂ ਡੈਫੀਨੇਟਲੀ ਇੱਥੇ ਜ਼ਿਆਦਾ ਨੇ, ਐਸ ਜੇ ਪੈਟ ਰੱਖਣ ਦੇ ਪੁਆਇੰਟ ਆਫ ਵਿਊ ਨਾਲ। ਇੰਡੀਆ 'ਚ ਤਾਂ ਕੁਝ ਹੈ ਹੀ ਨਹੀਂ, ਜ਼ੀਰੋ ਹੈ। ਲਾਇਬਿਲਿਟੀਜ਼ ਰਿਸਪੌਂਸਿਬਿਲਿਟੀਜ਼ ਦੋਵੇਂ ਜ਼ਿਆਦਾ ਨੇ। ਇਨਫੈਕਟ ਇੱਥੇ ਜੋ ਡਾਕਟਰ ਵੈਟ ਦਾ ਜੋ ਖਰਚਾ ਹੈ, ਦੈਟ ਇਜ਼
ਪ੍ਰੀਟੀ ਮੱਚ ਹਾਈ ਲਾਈਕ ਮੈਨੀ ਫੋਲਡ। ਤਾਂ ਇੰਡੀਆ 'ਚ ਉਹ ਸਾਰਾ ਕੁਝ ਨਹੀਂ ਹੈ ਉਹਨਾਂ। ਸੋ ਹਾਂ ਜਿਵੇਂ ਦੂਜੇ ਡੌਗਸ ਨਾਲ ਇੱਕ ਦੋ ਵਾਰੀ ਸਾਡੇ ਨੇਬਰਹੁੱਡ ਡੌਗ ਹੈ ਉਹਦੇ ਨਾਲ ਲੈਮਨ ਦੀ ਨਹੀਂ ਬਣਦੀ, ਦੇ ਹੈਡ ਅ ਫਾਈਟ 2 ਵਾਰੀ। ਸੋ ਹੁਣ ਨੂੰ ਅਸੀਂ ਇਹਨੂੰ ਜ਼ਿਆਦਾਤਰ ਬਾਹਰ 'ਚ ਕੱਢਦੇ, ਲੀਸ਼ 'ਤੇ ਹੀ ਰੱਖਦੇ ਹਾਂ। ਸੋ ਇਹੋ ਜਿਹੀ ਚੀਜ਼ਾਂ ਜਿਵੇਂ ਬਾਹਰ ਗਏ ਹੋ ਕਿਸੇ ਹੋਰ ਦੇ ਡੌਗ ਨੂੰ ਮੈਂ ਫ੍ਰੀ ਨਹੀਂ ਛੱਡਦਾ, ਜਾਂ ਲੋਕਾਂ ਨਾਲ ਵੀ ਈਵਨ ਦੋ ਹਿਊਮਨਸ ਦੇ ਵਾਲੇ ਬਰੀਡ ਬਿਲਕੁਲ ਫਰੈਂਡਲੀ ਹੈ, ਬਟ ਐਂ ਕਿ ਹਾਂ ਜ਼ਿਆਦਾ ਧਿਆਨ ਰੱਖਣਾ ਪੈਂਦਾ ਇੰਡੀਆ ਨਾਲੋਂ ਤਾਂ ਕਿਤੇ ਵੱਧ। ਤੇ ਇਹਦੀ ਸੇਫਟੀ ਵਾਸਤੇ ਵੀ ਬਿਕੋਜ਼ ਇੱਥੇ ਕਾਰਸ ਵਗੈਰਾ ਦੇ ਆਰ ਨਾਟ ਯੂਜ਼ਡ ਟੂ ਲਾਈਕ ਵੀ ਸੜਕ ਤੇ ਕੁੱਤਾ ਆ ਗਿਆ ਦੇ ਵੋਂਟ ਸਟਾਪ। ਸੋ ਸਾਨੂੰ ਇਹਦੇ ਪ੍ਰੋਟੈਕਸ਼ਨ ਜਾਂ ਇਹਦੀ ਸੇਫਟੀ ਦੇ ਹਿਸਾਬ ਨਾਲ ਵੀ ਜ਼ਿਆਦਾ ਇਹਨੂੰ ਲੀਸ਼ ਤੇ ਰੱਖਣਾ ਪੈਂਦਾ ਹੈ, ਇਹਨੂੰ ਕੰਸਟ੍ਰੇਂਟ ਰੱਖਣਾ ਪੈਂਦਾ ਵੀ ਬਾਹਰ ਨਿਕਲ ਨਾ ਜਾਵੇ ਕਿਤੇ। ਤੇ ਟਰੈਵਲ ਕਰਨ ਵੇਲੇ ਕਿੰਨਾ ਕੁ ਮੁਸ਼ਕਿਲ ਹੁੰਦਾ ਕਿ ਤੁਸੀਂ ਹੁਣ ਕੋਈ ਟਰੈਵਲ ਕਰਨ ਦਾ ਪਲਾਨ ਬਣਾਇਆ, ਚਾਹੇ 1 ਦਿਨ ਦਾ ਆ ਚਾਹੇ 5 ਦਿਨ ਦਾ ਆ, ਸੋ ਫਿਰ ਲੈਮਨ ਦਾ ਕੀ ਕੀਤਾ? ਹਾਂ ਅਸੀਂ ਰੀਸੈਂਟਲੀ ਐਕਚੁਅਲੀ ਜਾ ਕੇ ਆਏ ਹਾਂ ਸਿਮਿਲਰ ਟਰੈਵਲ, ਇੱਕ ਅਸੀਂ ਜੋ ਲੰਬਾ ਵਕੇਸ਼ਨ 5-6 ਦਿਨ ਦਾ। ਸੋ ਇੱਦਾਂ ਹੈ ਕਿ ਦੇਖੋ ਥੋੜ੍ਹੀ ਜਿਹੀ ਇਨਕਨਵੀਨੀਅੰਸ ਹੁੰਦੀ ਹੈ ਡੈਫੀਨੇਟਲੀ, ਜਿਵੇਂ ਪੈਟ ਫਰੈਂਡਲੀ ਹੋਟਲ ਲੱਭਣੇ ਪੈਂਦੇ, ਔਖੇ ਲੱਭਦੇ ਨੇ, ਠੀਕ ਹੈ, ਐਂਡ ਐਕਸਪੈਂਸ ਵੀ ਪੈਂਦਾ ਐਕਸਟਰਾ। ਤੇ ਫਿਰ ਜਿੱਥੇ ਅਸੀਂ ਰੈਸਟੋਰੈਂਟ 'ਚ ਕਿਤੇ ਜਾਣਾ, ਸ਼ਹਿਰ ਘੁੰਮ ਰਹੇ ਹਾਂ, ਉੱਥੇ ਵੀ ਪੁੱਛਣਾ ਪੈਂਦਾ, ਠੀਕ ਹੈ, ਕਈ ਅਲਾਓ ਕਰਦੇ ਆ ਕਿ ਨਹੀਂ ਕਰਦੇ ਆ, ਤਾਂ ਇਟ ਇਜ਼ ਅ ਬਿਟ ਆਫ ਅ ਹੈਸਲ। ਬਟ ਇਹ ਕਿ ਹੁਣ ਦੇਖੋ ਪਿਆਰ ਨੂੰ ਤੇ ਹੈਸਲ ਨੂੰ ਕਿਤੇ ਤਾਂ ਆਫਸੈਟ ਕਰਨਾ ਪੈਂਦਾ। ਅਸੀਂ ਇਹਨੂੰ ਘਰੇ ਛੱਡ ਕੇ ਵੀ ਨਹੀਂ ਜਾ ਸਕਦੇ, ਮੈਂ ਇਹਨੂੰ ਕਿਸੇ ਪੈਟ ਸ਼ਾਪ ਤੇ ਵੀ ਨਹੀਂ ਛੱਡਣਾ ਚਾਹੂੰਗਾ, ਠੀਕ ਹੈ। ਸੋ ਮੋਰ ਲੈਸ ਜੇ ਕੋਈ ਪਿਆਰ ਨਾਲ ਪੈਟ ਪਾਲਿਆ ਉਹ ਤੁਹਾਡੇ ਬੱਚੇ ਵਰਗਾ ਹੀ ਹੁੰਦਾ, ਅਟੈਂਸ਼ਨ ਪਿਆਰ ਧਿਆਨ ਦੇਣਾ ਪਏਗਾ। ਤੇ ਜਦੋਂ ਨਾਲ ਲੈ ਕੇ ਜਾਣਾ, ਜਿਵੇਂ ਬੱਚੇ ਵੀ ਤੰਗ ਕਰਦੇ ਆ ਉਹਨਾਂ ਇਹਨੂੰ ਇਹਦਾ ਵੀ ਤੁਹਾਨੂੰ ਬਰਦਾਸ਼ਤ ਕਰਨਾ ਪਏਗਾ, ਜੋ ਇਟਸ ਐਨ ਪੈਕੇਜ ਐਡਿਡ ਰਿਸਪੌਂਸਿਬਿਲਿਟੀ। ਡਾਈਟ ਤੇ ਜੇ ਆਪਾਂ ਕਹੀਏ ਵੀ ਟੇਕ ਕਰਨ ਦਾ ਇੰਡੀਆ ਦੇ ਮੁਕਾਬਲੇ ਇੱਥੇ ਕਿੰਨਾ ਕੁ ਡਿਫਰੈਂਸ ਹੈਗਾ ਆ? ਦੇਖੋ ਜ਼ਿਆਦਾ ਡਿਫਰੈਂਸ ਤਾਂ ਨਹੀਂ ਹੈ। ਇਨਫੈਕਟ ਇੰਡੀਆ ਚਲੋ ਥੋੜੀ ਕਨਵੀਨੀਅੰਸ ਹੁੰਦੀ ਸੀਗੀ ਕਿ ਡੋਮੈਸਟਿਕ ਹੈਲਪ ਐਂਡ ਆਲ ਹੈ, ਉਹ ਪਾ ਵੀ ਦਿੰਦੇ ਸੀਗੇ, ਬਣਾ ਵੀ ਦਿੰਦੇ ਸੀਗੇ। ਇੱਥੇ ਹੁਣ ਜਿਵੇਂ ਉੱਥੇ ਤਾਂ ਅਸੀਂ ਇਹਨੂੰ ਨੋਰਮਲ ਇੰਡੀਅਨ ਫੂਡ ਦਿੰਦੇ ਸੀ, ਫੁਲਕੇ ਬਣੇ ਫੁਲਕੇ, ਠੀਕ ਹੈ, ਰਾਈਸ ਬਣਿਆ ਰਾਈਸ ਹੈ, ਸਪੈਸ਼ਲ ਡਾਈਟ ਨਹੀਂ ਹੁੰਦੀ ਸੀ ਜਿਵੇਂ ਇੱਥੇ। ਬਟ ਇੱਥੇ ਹੁਣ ਆਊਟ ਆਫ ਕਨਵੀਨੀਅੰਸ ਅਸੀਂ ਇਹਨੂੰ ਫੀਡ ਹੀ ਦਿੰਦੇ ਹਾਂ ਜ਼ਿਆਦਾਤਰ, ਬਿਕੋਜ਼ ਹਮੇਸ਼ਾ ਤਾਂ ਘਰੇ ਫੁਲਕੇ ਇੱਦਾਂ ਉੱਦਾਂ ਬਣੇ ਨਹੀਂ ਹੁੰਦੇ ਫੂਡ। ਬਟ ਐਂ ਕਿ ਅਸੀਂ ਇੰਨੇ ਉਹ ਨਹੀਂ ਹੈ ਵੀ ਕੋਈ ਇਹਨੂੰ ਡਾਈਟ ਹੀ ਦੇਣੀ ਹੈ, ਜੇ ਰਾਈਸ ਹੈ, ਬਿਰਿਆਨੀ ਹੈ, ਫੁਲਕੇ ਹੈ, ਇਹ ਵੀ ਖਾਣਾ ਪਸੰਦ ਕਰਦਾ, ਅਸੀਂ ਵੀ ਦੇ ਦਿੰਦੇ ਹਾਂ। ਬਟ ਯੂਜੂਅਲੀ ਇੱਥੇ ਅਸੀਂ ਇਹਨੂੰ ਕਿਬਲ ਡਾਈਟ 'ਤੇ ਜੋ ਸਟੈਂਡਰਡ ਹੈ ਉਹ ਤੇ ਮਾੜਾ ਮੋਟਾ ਮਿਕਸ ਵਿਦ ਕਰਡ ਐਂਡ ਸਮਥਿੰਗ ਲਾਈਕ ਦੈਟ ਉਹੀ ਚੱਲਦਾ ਹੈਗਾ, ਗੁੱਡ ਇਨਫ। ਕੋਈ ਪੈਟਸ ਨੂੰ ਲੱਗੇ ਕੋਈ ਇਨਸਪੈਕਸ਼ਨ ਵਗੈਰਾ ਲਈ ਵੀ ਕੋਈ ਆਉਂਦੀ ਹੈ ਕਿ ਤੁਸੀਂ ਆਪਣੇ ਪੈਟਸ ਨੂੰ ਕਿਵੇਂ ਰੱਖਦੇ ਹੋ? ਨਹੀਂ ਅੱਜ ਤੱਕ ਤਾਂ ਕਦੇ ਨਹੀਂ ਹੋਇਆ, ਬਟ ਅਸੀਂ ਇਹਨੂੰ ਨਾ ਜਿਵੇਂ ਇੱਥੇ ਰੂਲ ਹੈ ਬਰੈਂਪਟਨ ਸ਼ਹਿਰ ਦਾ, ਸਿਟੀ ਦਾ, ਕਿ ਡੌਗ ਰਜਿਸਟਰ ਕਰਨਾ ਹੁੰਦਾ। ਲੋਕੀ ਕਰਨ ਨਾ ਕਰਨ ਦੈਟਸ ਅ ਡਿਫਰੈਂਟ ਥਿੰਗ, ਬਟ ਅਸੀਂ ਕਰ ਲੈਂਦੇ ਹਾਂ ਕਿਉਂਕਿ ਇੱਕ ਨਾ ਇਹਦੇ ਰਜਿਸਟਰ ਟੈਗ ਗਲੇ 'ਚ ਹੁੰਦਾ, ਰੱਬ ਨਾ ਕਰੇ ਕਦੇ ਗੁੰਮ ਜਾਵੇ ਛੁੱਟ ਜਾਵੇ। ਸੋ ਦ ਸਿਟੀ ਨੋਜ਼ ਕਿਹਦਾ ਪੈਟ ਹੈਗਾ, ਸੋ ਅਸੀਂ ਤਾਂ ਕਰਵਾਉਂਦੇ ਹੈਗੇ ਹਾਂ। ਸੋ ਉਹ ਇੱਕ ਚੀਜ਼ ਹੈਗੀ ਹੈ। ਤੇ ਰੇਬੀਜ਼ ਇੰਜੈਕਸ਼ਨ ਲੱਗਦੇ ਆ, ਤੇ ਜੇ ਕੋਈ ਆ ਵੀ ਜਾਂਦਾ ਕੋਈ ਦਿੱਕਤ ਨਹੀਂ ਹੈ, ਐਜ਼ ਲੌਂਗ ਐਜ਼ ਯੂ ਆਰ ਫੋਲੋਇੰਗ ਦ ਰੂਲਸ, ਕੋਈ ਮਰਜ਼ੀ ਇੰਸਪੈਕਟ ਕਰੀ ਜਾਵੇ, ਨੋ ਬਿਗ ਡੀਲ। ਮੰਥਲੀ ਜੇ ਮੈਂ ਗੱਲ ਕਰਾਂ ਤਾਂ ਕਿੰਨਾ ਕੁ ਇਹਦੀ ਡਾਈਟ ਦਾ ਜਾਂ ਪੂਰਾ ਟੋਟਲ ਖਰਚਾ ਇਕੱਲਾ ਮੈਂ ਲੈਮਨ ਦਾ ਕਰਾਂ ਤਾਂ ਕਿੰਨਾ ਕੁ ਆ ਜਾਂਦਾ? ਦੇਖੋ ਡਾਈਟ ਦਾ ਤਾਂ ਕੋਈ ਜ਼ਿਆਦਾ ਅਸੀਂ ਵੈਸੇ ਮੈਜਰ ਵੀ ਨਹੀਂ ਕਰਦੇ, ਬਟ ਕਿੰਨਾ ਕੁ ਪਏਗਾ ਆਈ ਥਿੰਕ $80 ਦਾ ਬੈਗ ਆਉਂਦਾ ਹੈ, ਅਬਾਊਟ 13 kgs, ਉਹ 1.5-2 ਮਹੀਨੇ ਚੱਲ ਜਾਂਦਾ, ਠੀਕ ਹੈ। ਉਹ ਤੁਸੀਂ ਪਾਉਣਾ ਹੈਗਾ, ਬਾਕੀ ਦੁੱਧ ਕਰਡ ਤਾਂ ਚਲੋ ਕਿੰਨਾ ਕੁ ਹੁੰਦਾ। ਦ ਓਨਲੀ ਥਿੰਗ ਇਜ਼ ਹਾਂ ਇੱਥੇ ਇੰਸ਼ੋਰੈਂਸ ਕਰਾਉਣੀ ਲੋਕੀ ਪਸੰਦ ਕਰਦੇ ਨੇ ਕਿਉਂਕਿ ਐਕਸਪੈਂਸ ਬਹੁਤ ਹੈ। ਜਿਵੇਂ ਕੋਈ ਸਰਜਰੀ ਆ ਗਈ, ਆਫਤ ਐਕਸੀਡੈਂਟ ਹੋ ਗਿਆ, ਕਾਫੀ ਜ਼ਿਆਦਾ ਪੈ ਜਾਂਦਾ। ਤਾਂ ਬਟ ਮੇਰੀ ਵਾਈਫ ਹੁਣ ਬੈਂਕ 'ਚ ਹੈ, ਥੋੜ੍ਹਾ ਫਾਈਨੈਂਸ਼ੀਅਲੀ ਉਹਦਾ ਦਿਮਾਗ ਮੇਰੇ ਨਾਲੋਂ ਬੈਟਰ ਚੱਲਦਾ, ਤਾਂ ਉਹ ਕੀ ਕਰਦੀ ਆ, ਉਹ ਅਸੀਂ ਇੰਸ਼ੋਰੈਂਸ ਤਾਂ ਨਹੀਂ ਕਰਵਾਈ, ਬਟ ਅਸੀਂ ਮੰਥਲੀ ਇਹਦਾ ਇੱਕ ਫਿਕਸਡ ਮਨੀ ਕੁਝ ਸਾਈਡ 'ਤੇ ਰੱਖ ਦਿੰਦੇ ਐਵਰੀ ਮੰਥ, ਉਹ ਇਕੱਠੀ ਹੁੰਦੀ ਰਹਿੰਦੀ ਹੈ। ਰੱਬ ਨਾ ਕਰੇ ਕਦੇ ਲੋੜ ਪਵੇ ਤਾਂ ਸਾਨੂੰ ਪਿੰਚ ਨਹੀਂ ਕਰੇਗਾ ਵੱਖਰਾ ਪਿਆ। ਸੋ ਇਹੋ ਜਿਹਾ ਕੁਝ ਪਰਸਨਲ ਲੈਵਲ 'ਤੇ ਕੀਤਾ ਜਾ ਸਕਦਾ ਹੈਗਾ, ਤਾਂ ਗੁੱਡ ਇਨਫ। ਜਿਵੇਂ ਆਪਾਂ ਸਾਰੀ ਇਹ ਗੱਲਬਾਤ ਕੀਤੀ ਆ, ਜਿਹੜੇ ਖਾਸ ਤੌਰ ਤੇ ਕੁਝ ਲੋਕ ਇਹ ਕਹਿੰਦੇ ਨੇ ਕਿ ਵੀ ਪੈਟ ਰੱਖਣਾ ਬਹੁਤ ਮੁਸ਼ਕਿਲ ਹੋ ਰਿਹਾ, ਖਾਸ ਤੌਰ ਤੇ ਜਿਹੜੇ ਵਰਕਿੰਗ ਪਰਸਨ ਨੇ। ਸੋ ਤੁਸੀਂ ਕੀ ਸੁਜੈਸਟ ਕਰੋਗੇ ਕਿ ਪੈਟ ਰੱਖਣ ਨਾਲ ਕੀ ਤੁਹਾਡੀ ਕੋਈ ਰਿਸਪੌਂਸਿਬਿਲਿਟੀਜ਼ ਵੱਧ ਜਾਂਦੀਆਂ ਨੇ, ਜਾਂ ਇਹ ਤੁਹਾਨੂੰ ਮੇਰੇ ਖਿਆਲ ਦੇ ਵਿੱਚ ਇੱਕ ਜਿਹੜਾ ਆਈਸੋਲੇਸ਼ਨ ਵਾਲੀ ਸਥਿਤੀ ਹੁੰਦੀ ਹੈ ਉਹ ਚੋਂ ਬਾਹਰ ਕੱਢਦਾ ਹੈ? ਦੇਖੋ ਦੋਵੇਂ ਚੀਜ਼ਾਂ ਸਹੀ ਨੇ। ਹੁਣ ਜਿਨ੍ਹਾਂ ਨੇ ਕਦੇ ਪੈਟ ਨਹੀਂ ਰੱਖਿਆ ਆਫ ਕੋਰਸ ਉਹਨਾਂ ਨੂੰ ਨਹੀਂ ਪਤਾ। ਜਿਵੇਂ ਹੁਣ ਕੁਝ ਚੀਜ਼ਾਂ ਅਸੀਂ ਯੂਜ਼ਡ ਟੂ ਆ, ਇੰਨੇ ਸਾਲਾਂ ਤੋਂ ਸਾਡੇ ਕੋਲ ਪੈਟ ਹੈ, ਬਾਲ ਠੀਕ ਹੈ ਡਿੱਗਣਗੇ, ਪੈਟ ਗੰਦ ਪਾਏਗਾ, ਠੀਕ ਹੈ। ਦੇਰ ਆਰ ਸਮ ਰਿਸਪੌਂਸਿਬਿਲਿਟੀ, ਸ਼ਾਮ ਨੂੰ ਜਾਂ ਸਵੇਰੇ 2 ਟਾਈਮ ਘੁਮਾਉਣਾ ਬਿਕੋਜ਼ ਹਰ ਬੰਦੇ ਨੂੰ ਲੋੜ ਹੈ ਜਿਉਂ ਦੀ ਚੀਜ਼ ਨੂੰ। ਸੋ ਹਾਂ ਜਿਨ੍ਹਾਂ ਨੇ ਨਹੀਂ ਰੱਖਿਆ ਉਹਨਾਂ ਨੂੰ ਤਾਂ ਲੱਗੇਗੀ ਐਡਿਡ ਰਿਸਪੌਂਸਿਬਿਲਿਟੀ, ਜਿਨ੍ਹਾਂ ਨੇ ਰੱਖਿਆ ਹੋਇਆ ਵੀ ਨੋ ਕਿ ਹਾਂ ਅਸੀਂ ਇਹ ਕਰਨਾ, ਅਸੀਂ ਅਡੈਪਟ ਹੋ ਗਏ ਹਾਂ ਉੱਦਾਂ ਹੀ। ਸੋ ਦੇਰ ਇਜ਼ ਅ ਮਿਕਸ ਮੈਚ, ਦੋਨੇ ਚੀਜ਼ਾਂ ਨੇ। ਐਂਡ ਡੈਫੀਨੇਟਲੀ ਤੁਹਾਡੇ ਆਈਸੋਲੇਸ਼ਨ ਤੋਂ ਜਾਂ ਤੁਹਾਡੇ ਬੈਡ ਟਾਈਮਸ ਤੋਂ ਤੁਹਾਨੂੰ ਇਹ ਬੜਾ ਵਧੀਆ ਬਾਹਰ ਕੱਢਦੇ ਨੇ, ਬਿਕੋਜ਼ ਇਹ ਬੜੇ ਤੁਹਾਡੇ ਤੋਂ ਮੰਗਦੇ ਥੋੜਾ ਕੁਝ ਵਾਪਸ ਹੈ। ਲਾਈਕ ਇਹ ਤਾਂ ਫੁੱਲ ਹਾਰਟਡ ਦਿੰਦੇ ਆ ਤੁਹਾਨੂੰ। ਮੰਨ ਲਓ ਤੁਹਾਡਾ ਕੋਈ ਚੰਗਾ ਦੋਸਤ ਹੋਵੇ ਜਿਹੜਾ ਬਿਨਾਂ ਕੁਝ ਮੰਗੇ ਤੁਹਾਨੂੰ ਸਭ ਕੁਝ, ਥੋੜਾ ਟਾਈਮ ਵੀ ਸਪੈਂਡ ਕਰ, ਲਾਈਕ ਜਸਟ ਲਾਈਕ ਦੈਟ। ਘਰੇ ਆਉਣਾ, ਇਹਨੇ ਉਨੀ ਇੰਥੂਜ਼ੀਆਜ਼ਮ ਨਾਲ ਰੋਜ਼ ਮਿਲਣਾ। ਮੇਰੀ ਵਾਈਫ ਨੂੰ ਆਫਿਸ ਤੋਂ ਆਉਂਦੀ ਹੈ ਜਦੋਂ,
ਤੇ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਤੁਸੀਂ ਕਿਤੇ ਵੀ ਜਾਂਦੇ ਹੋ ਤਾਂ ਲੈਮਨ ਨੂੰ ਨਾਲ ਲੈ ਕੇ ਜਾਂਦੇ ਹੋ, ਕਈ ਲੋਕ ਇਹ ਕਹਿੰਦੇ ਆ ਕਿ ਅਸੀਂ ਇਸ ਚੀਜ਼ ਨੂੰ ਬਹੁਤ ਯੂਜ਼ ਟੂ ਕਰ ਦਿੰਦੇ ਆ ਕਿ ਪੈਟਸ ਦੀ ਇੱਕ ਆਪਣੀ ਲਾਈਫ ਹੈ ਤੇ ਸਾਡੀ ਇੱਕ ਇੰਡੀਵਿਜੂਅਲ ਆਪਣੀ ਲਾਈਫ ਹੈਗੀ ਆ, ਕਿ ਇੰਨਾ ਜ਼ਿਆਦਾ ਮਿਕਸ ਨਹੀਂ ਕਰਨਾ ਚਾਹੀਦਾ। ਇਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਡੌਗਸ ਨਾਲ ਤਾਂ ਨਹੀਂ ਲੱਗਦਾ ਮੈਨੂੰ, ਮੇ ਬੀ ਕੈਟਸ ਨਾ ਹੋਵੇ, ਇਹ ਵਿਚਾਰੇ ਤਾਂ ਅਸੀਂ ਉਹ ਇਹਨਾਂ ਦੀ ਲਾਈਫ ਆ। ਮਤਲਬ ਹੁਣ ਮੈਂ, ਮੇਰੇ ਵਾਈਫ ਹੈ, ਬ੍ਰਦਰ ਹੈ, ਸਾਰੀ ਹੁਣ ਜਿਵੇਂ ਅਸੀਂ ਘੁੰਮ ਰਹੇ ਹਾਂ ਕਿਤੇ, ਅਸੀਂ ਰੀਸੈਂਟਲੀ ਗਏ ਸੀ ਮੌਂਟਰੀਅਲ ਤੇ ਘੁੰਮ ਰਹੇ ਹਾਂ, ਤੇ ਇਹ ਮੰਨ ਲਓ ਮੇਰੇ ਕੋਲ ਹੈ ਤੇ 3 ਬੰਦੇ ਫੈਮਿਲੀ ਦੇ ਅੱਗੇ ਹੈ ਤੇ ਕੋਈ ਇੱਕ ਵੀ ਪਿੱਛੇ ਰਹਿ ਗਿਆ ਜੇ ਤਾਂ ਇਹ ਰੁਕ ਜਾਂਦਾ ਹੈ ਕਿ ਉਹ ਤਾਂ ਪਿੱਛੇ ਰਹਿ ਗਿਆ, ਉਹ ਤਾਂ ਆਇਆ ਨਹੀਂ। ਸੋ ਇਹਨਾਂ ਦੀ ਤਾਂ ਅਸੀਂ ਉਹ ਲਾਈਫ ਆ, ਸੈਪਰੇਟ ਲਾਈਫ ਇੰਨੀ ਕਿ ਹੈਗੀ ਆ ਵੀ ਹਾਂ ਇਹਨੇ ਜਦੋਂ ਖਾਣਾ ਖਾ ਕੇ ਸੌਣਾ ਉਹਨੇ ਸੌਣਾ ਹੈ, ਜਦੋਂ ਉਹਨੇ ਖਾਣਾ ਖਾ ਕੇ ਬਾਹਰ ਘੁੰਮਣ ਜਾਣਾ ਉਹਨੇ ਜਾਣਾ ਹੈ, ਉਹ ਤਾਂ ਆਪਣੇ ਸਾਰਿਆਂ ਦੀ ਹੁੰਦੀ ਹੈ। ਕੈਟਸ ਦੇ ਮਾਮਲੇ 'ਚ ਮੈਂ ਸੁਣਿਆ ਕਿ ਹਾਂ ਦੇ ਹੈਵ ਅ ਸੈਪਰੇਟ, ਆਪਣਾ ਉਹ ਆਪਣਾ ਹੀ ਰਹਿੰਦੇ ਨੇ। ਡੌਗਸ ਇਹ ਤਾਂ ਬੱਚਿਆਂ ਵਾਂਗੂ ਥੋੜੀ ਲੱਤ ਫੜ ਕੇ ਚੱਲਦੇ ਨੇ। ਇੰਡੀਆ ਵਿੱਚ ਪੈਟ ਰੱਖਣਾ ਜ਼ਿਆਦਾ ਔਖਾ ਜਾਂ ਸੌਖਾ ਜਾਂ ਇੱਥੇ? ਦੇਖੋ ਔਖਾ ਜੇ ਮੈਂ ਕਹਾਂ ਤਾਂ ਹਾਂ, ਇੱਥੇ ਐਡਿਡ ਰਿਸਪੌਂਸਿਬਿਲਿਟੀਜ਼ ਜੋ ਹੈਗੀਆਂ ਪੈਟਸ ਦੀਆਂ, ਜੋ ਰੂਲ ਸਟ੍ਰਿਕਟ ਨੇ, ਠੀਕ ਹੈ, ਕੰਪਲਾਇੰਸ ਜੋ ਗਵਰਨਮੈਂਟ ਦੀ ਫੋਲੋ ਕਰਨੀ ਪੈਂਦੀ, ਉਸ ਹਿਸਾਬ ਨਾਲ ਹਾਂ ਇੱਥੇ ਥੋੜ੍ਹਾ ਜਿਹਾ ਜ਼ਿਆਦਾ ਔਖਾ ਹੈਗਾ ਐਜ਼ ਕੰਪੇਅਰ ਟੂ ਇੰਡੀਆ। ਇੰਡੀਆ ਤਾਂ ਕੋਈ ਰੂਲਸ ਨਾਮ ਦੀ ਚੀਜ਼ ਹੈ ਹੀ ਨਹੀਂ ਇਹ ਜੀ। ਸੋ ਉਸ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਵੀ ਹਾਂ ਇੱਥੇ ਤੁਹਾਡੇ ਮੋਢਿਆਂ 'ਤੇ ਐਜ਼ ਐਨ ਓਨਰ, ਤੁਹਾਡੇ ਮੋਢਿਆਂ 'ਤੇ ਸਾਰਾ ਬਰਡਨ ਹੈ ਉਸ। ਬਿਲਕੁਲ। ਇਮੋਸ਼ਨਸ ਇਹਦੇ ਪਤਾ ਲੱਗ ਜਾਂਦੇ ਤੁਹਾਨੂੰ ਕਿ ਤੁਹਾਡੇ ਨਾਲ ਖੁਸ਼ ਆ ਜਾਂ ਤੁਹਾਡੇ ਨਾਲ ਗੁੱਸੇ ਆ ਜਾਂ ਕੁਛ ਹੈ? ਲੱਗ ਜਾਂਦੇ ਜੀ, ਕਾਫੀ ਹੌਲੀ ਹੌਲੀ ਯੂ ਕਮ ਟੂ ਨੋ। ਜਿਵੇਂ ਹੁਣ ਇਹਨੂੰ ਪਿਆਸ ਲੱਗੀ ਹੈ, ਇਹਨੇ ਰੋਟੀ ਖਾਣੀ ਹੈ, ਇਹਨੇ ਬਾਹਰ ਜਾਣਾ ਹੈ, ਈਵਨ ਉਹਦੇ ਬਾਕ ਕਰਨ ਦਾ ਸਟਾਈਲ ਵੀ ਇਹਨੇ ਬਾਹਰ ਜਾਣਾ ਹੈ, ਇਹ ਗੁੱਸੇ ਹੈ ਕਿ ਬਾਹਰ ਕੋਈ ਆ ਗਿਆ ਹੈ, ਕਿ ਜਾਨਵਰ ਆ ਗਿਆ, ਸਾਨੂੰ ਪਤਾ ਲੱਗ ਜਾਂਦਾ ਹੌਲੀ ਹੌਲੀ। ਐਦਾਂ ਹੁੰਦਾ ਹੈ ਕਿ ਜਾਣ ਲੱਗੇ ਮੈਨੂੰ ਮਿਲ ਕੇ ਜਾਓ ਤੇ ਆ ਕੇ ਫਿਰ ਮੈਨੂੰ ਮਿਲੋ? ਜਾਣ ਲੱਗੇ ਦੇਖੋ ਮਿਲ ਕੇ ਤਾਂ ਉਹਨੇ ਤੁਹਾਨੂੰ ਜਾਣ ਹੀ ਨਹੀਂ ਦੇਣਾ, ਉਹਨੇ ਅੱਗੇ ਖੜਨਾ ਗੇਟ ਤੇ ਆ ਕੇ, ਮੈਂ ਵੀ ਨਾਲ ਜਾਣਾ। ਤੇ ਜਦੋਂ ਉਹਨੂੰ ਪਤਾ ਹੁੰਦਾ ਹੈ ਕਿ ਮੈਨੂੰ ਨਹੀਂ ਲੈ ਕੇ ਜਾਣਾ ਨਾਲ, ਪਤਾ ਲੱਗ ਜਾਂਦਾ ਇਹਨੂੰ ਸਮਹਾਓ, ਉਹ ਕੋਸ਼ਿਸ਼ ਹੀ ਨਹੀਂ ਕਰਦਾ ਬਾਹਰ ਆਉਣ ਦੀ, ਤੇ ਉਹਦੀ ਅੱਖਾਂ ਦੇਖ ਕੇ ਪਤਾ ਲੱਗਦਾ ਸਾਨੂੰ ਵੀ ਹਾਂ ਇਹ ਨਹੀਂ ਆਏਗਾ ਨਾਲ। ਬਟ ਜਦੋਂ ਉਹਦਾ ਮੂਡ ਹੈ ਮੈਂ ਨਾਲ ਜਾਣਾ, ਉਹ ਤਾਂ ਭੱਜ ਕੇ ਡਿੱਗੀ 'ਚ ਬੈਠ ਜਾਂਦਾ ਹੈ ਕਾਰ ਦੀ। ਸੋ ਉਹਨੂੰ ਤਾਂ ਫੁੱਲ ਪਤਾ ਹੁੰਦਾ ਹੈਗਾ। ਜਿਹੜੇ ਇਸ ਵਕਤ ਡੌਗ ਲਵਰਸ ਤੁਹਾਡਾ ਪ੍ਰੋਗਰਾਮ ਦੇਖ ਰਹੇ ਨੇ, ਤੁਹਾਨੂੰ ਸੁਣ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਇੱਕ ਡੌਗ ਰੱਖਣਾ ਚਾਹੁੰਦੇ ਨੇ ਪਰ ਅਜੇ ਦਿਮਾਗ ਦੇ ਵਿੱਚ ਕਾਫੀ ਉਹਨਾਂ ਦੇ ਕੁਐਸਚਨਸ ਨੇ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਮੈਂ ਤਾਂ ਇਹੀ ਕਹਿਣਾ ਚਾਹੂੰਗਾ, ਦੇਖੋ ਜੀ ਮੈਂ ਕੋਈ ਪੂਰੀ ਲਾਈਫ ਮੇਰੇ ਡੌਗ ਰਿਹਾ ਕੋਲ ਐਂਡ ਇਟਸ ਅ ਵੰਡਰਫੁਲ ਐਕਸਪੀਰੀਅੰਸ, ਤੇ ਅਨਕੰਡੀਸ਼ਨਲ ਲਵ ਹੈ, ਬਟ ਬੀ ਰੈਡੀ ਫॉर दैट ਕਿ ਹਾਂ ਐਡਿਡ ਰਿਸਪੌਂਸਿਬਿਲਿਟੀਜ਼ ਹੈਗੀਆਂ ਨੇ ਐਂਡ ਐਡਿਡ ਉਹ ਚੀਜ਼ਾਂ ਵੀ ਨੇ ਕਿ ਹਾਂ ਬਾਲ ਬੁਲ ਡਿੱਗਣਗੇ, ਘਰੇ ਸਫਾਈ ਰੱਖਣੀ ਪਏਗੀ ਐਕਸਟਰਾ। ਸੋ ਦੋਵੇਂ ਚੀਜ਼ਾਂ ਨੇ, ਬਟ ਆਈ ਥਿੰਕ ਜੇ ਕੋਈ ਪੂਰੇ ਦਿਲ ਨਾਲ ਪਿਆਰ ਨਾਲ ਡੌਗੀ ਘਰੇ ਰੱਖੇ, ਇਟ ਵਿਲ ਐਡ ਟੂ ਅ ਲੋਟ ਆਫ ਚਾਰਮ ਐਂਡ ਕਾਮਨੈਸ ਇਨ ਯੋਰ ਲਾਈਫ। ਸੋ ਰਾਈਟ ਨਾਓ ਮੈਂ ਬੈਠੀ ਆ ਅਮਰੀਨ ਤੇ ਲੈਮਨ ਦੇ ਕੋਲ। ਅਮਰੀਨ ਨਾਲੋਂ ਜ਼ਿਆਦਾ ਮੈਨੂੰ ਲੱਗਦਾ ਮੈਂ ਨਰਵਸ ਹੋ ਰਹੀ ਹਾਂ ਕਿਉਂਕਿ ਮੈਂ ਲੈਮਨ ਦੇ ਨਾਲ ਬੈਠੀ ਆ। ਅਮਰੀਨ, ਵੈਲਕਮ ਟੂ ਹਮਦਰ ਟੀਵੀ, ਹਾਊ ਆਰ ਯੂ? I'm good. ਅਮਰੀਨ, ਮੈਂ ਦੇਖ ਰਹੀ ਹਾਂ ਕਿ ਲੈਮਨ ਤੁਹਾਡਾ ਬਹੁਤ ਕਹਿਣਾ ਮੰਨਦਾ ਆ, ਸੋ ਲੈਮਨ ਨੂੰ ਕਿੰਨਾ ਪਿਆਰ ਕਰਦੇ ਹੋ? ਬਹੁਤ ਜ਼ਿਆਦਾ। ਜਿਵੇਂ ਮੈਂ ਸਭ ਨੂੰ ਪਿਆਰ ਕਰਦੀ ਹਾਂ ਉਵੇਂ ਮੈਂ ਉਹਨੂੰ ਪਿਆਰ ਕਰਦੀ ਹਾਂ। ਤੇ ਮੈਨੂੰ ਉਹਦੇ ਨਾਲ ਖੇਲਣਾ ਬਹੁਤ ਚੰਗਾ ਲੱਗਦਾ ਹੈ। ਤੇ ਤੁਹਾਡੇ ਨਾਲ ਇਹ ਮਤਲਬ ਖੇਲਦਾ ਆ, ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕਰਦਾ? ਨਹੀਂ, ਤੰਗ ਪਰੇਸ਼ਾਨ ਤਾਂ ਨਹੀਂ ਕਰਦਾ, ਬਸ ਮੇਰੇ ਨਾਲ ਖੇਲਦਾ ਰਹਿੰਦਾ, ਬਾਈਟ ਨਹੀਂ ਕਰਦਾ। ਚਾਹੇ ਕੁਛ ਵੀ ਕਰ ਲਓ, ਉਹਨੂੰ ਬਸ ਮਜ਼ਾ ਆਉਂਦਾ ਹੈ, ਚਾਹੇ ਹੱਥ ਫੇਰੀ ਜਾਓ ਉਹਨੂੰ ਮਜ਼ਾ ਆਊਗਾ। ਤੇ ਜਦੋਂ ਤੁਸੀਂ ਫਿਰ ਕਿਤੇ ਬਾਹਰ ਜਾਂਦੇ ਹੋ, ਟਰੈਵਲ ਕਰਦੇ ਹੋ, ਫਿਰ ਤੁਹਾਡੇ ਨਾਲ ਜਾਂਦਾ ਆ? ਹਾਂਜੀ, ਨਾਲ ਜਾਂਦਾ ਆ। ਹਾਂਜੀ। ਸੋ ਲੈਮਨ ਇਹ ਨੇਮ ਕਿਹਨੇ ਰੱਖਿਆ ਸੀ ਇਹਦਾ? ਮੇਰੀ ਚਾਚੀ ਤੇ ਚਾਚੂ ਨੇ। ਚਾਚੂ ਨੇ ਰੱਖਿਆ ਸੀ। ਤੋ ਕਿੰਨੇ ਟਾਈਮ ਹੋ ਗਿਆ ਤੁਹਾਡੇ ਨਾਲ ਹੈ? 5 ਸਾਲ ਤੋਂ ਹੋ ਗਏ। ਤੇ ਹੁਣ ਤਾਂ ਫੈਮਿਲੀ ਮੈਂਬਰ ਬਣ ਗਿਆ ਹੋਣਾ? ਹਾਂਜੀ, ਮੈਨੂੰ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਕਿਉਂਕਿ ਮੈਂ ਆਪਣੀ ਪੂਰੀ ਲਾਈਫ ਡੌਗਸ ਦੇ ਨਾਲ ਸਪੈਂਡ ਕੀਤੀ ਹੈ। ਸੋ ਆਈ ਲਾਈਕ ਡੌਗਸ ਵੈਰੀ ਮੱਚ। ਤੇ ਜਿਵੇਂ ਤੁਸੀਂ ਆਉਂਦੇ ਹੋ ਸਮਟਾਈਮਸ ਕਿਤੇ ਬਾਹਰ ਗਏ ਹੋ ਫੈਮਿਲੀ ਨਾਲ, ਤੁਸੀਂ ਵਾਪਸ ਆਉਂਦੇ ਹੋ, ਫਿਰ ਤੁਹਾਨੂੰ ਦੇਖ ਕੇ ਐਕਸਾਈਟਿਡ ਹੁੰਦਾ, ਤੁਹਾਡੇ ਨਾਲ ਪਲੇ ਕਰਦਾ ਇਹ? ਹਾਂਜੀ, ਬਹੁਤ ਐਕਸਾਈਟਿਡ ਹੋ ਜਾਂਦਾ ਹੈ, ਜੰਪਿੰਗ ਕਰਨ ਲੱਗ ਜਾਂਦਾ ਹੈ, ਬਹੁਤ ਜ਼ਿਆਦਾ ਹੈਪੀ ਹੋ ਜਾਂਦਾ ਹੈ ਕਿ ਆ ਗਏ ਵਾਪਸ। ਸੋ ਤੁਸੀਂ ਵੀ ਇਹਨੂੰ ਕੋਈ ਟ੍ਰੇਨਿੰਗ ਦਿੰਦੇ ਹੁੰਦੇ ਹੋ, ਜਿਵੇਂ ਕਿ ਉਹ ਸਿਟ ਕੈਮ ਤੇ ਬੈਠ ਜਾਂਦਾ ਹੈ, ਤੁਸੀਂ ਵੀ ਟ੍ਰੇਨਿੰਗ ਦਿੰਦੇ ਹੋ? ਹਾਂਜੀ, ਮੈਂ ਆਪਣੇ ਪਾਪਾ ਦੇ ਨਾਲ ਦਿੰਦੀ ਹਾਂ ਕਦੇ ਕਦੇ ਦਿੰਦੇ ਹੋ। ਹਾਂਜੀ। ਸੋ ਲੈਮਨ ਲਈ ਕੁਝ ਕਹਿਣਾ ਚਾਹੁੰਦੇ ਹੋ, ਉਹ ਕੀ ਕਹੋਗੇ? ਕਿ ਜਿਵੇਂ ਲੈਮਨ ਬਹੁਤ ਪਿਆਰਾ ਡੌਗ ਹੈ ਅਤੇ ਉਹ ਕਿਸੇ ਨੂੰ ਤੰਗ ਨਹੀਂ ਕਰਦਾ ਅਤੇ ਉਹ ਹਮੇਸ਼ਾ ਕਹਿਣਾ ਮੰਨਦਾ ਅਤੇ ਉਹ ਬਾਈਟ ਨਹੀਂ ਕਰਦਾ ਸਾਨੂੰ। ਜੇ ਤੁਸੀਂ ਉਹਦੇ ਮੂੰਹ 'ਚ ਹੱਥ ਪਾ ਲਓ, ਨੋਜ਼ ਵਿੱਚ ਹੱਥ ਪਾ ਲਓ, ਉਹ ਬਸ
ਉਹ ਬਸ ਹੋਏਗਾ ਕਿ ਮੇਰੇ ਨਾਲ ਕੁਝ ਵੀ ਕਰੀ ਜਾਓ ਤਾਂ ਫਿਰ ਮੈਨੂੰ ਉਹਦੇ ਨਾਲ ਬਹੁਤ ਪਿਆਰ ਹੈ। ਤੁਹਾਡੇ ਰੂਮਸ ਵਿੱਚ ਵੀ ਇਹ ਚਲੇ ਜਾਂਦਾ, ਜਿਵੇਂ ਤੁਸੀਂ ਸੋ ਰਹੇ ਹੁੰਦੇ ਹੋ ਉਦੋਂ ਤੰਗ ਤਾਂ ਨਹੀਂ ਕਰਦਾ? ਨਹੀਂ, ਉਹਦੇ ਤਾਂ ਆਪਾਂ door ਬੰਦ ਕਰ ਲੈਂਦੇ ਆ, ਵਰਨਾ ਤਾਂ ਇਹ ਪੂਰਾ ਰਾਤ ਨੂੰ ਕਦੇ ਉੱਠ ਜਾਂਦਾ ਹੈ ਕਦੇ ਨਹੀਂ ਉੱਠ ਜਾਂਦਾ। ਹੈਲੋ ਅੰਬਰ, ਹੈਲੋ, ਹਾਊ ਆਰ ਯੂ? ਆਮ ਗੁੱਡ। ਸੋ ਡੂ ਯੂ ਲਾਈਕ ਲੈਮਨ? ਯਾ ਡੂ ਯੂ ਪਲੇ ਵਿਦ? ਯਾ ਕੀ ਕਰਦੇ ਹੋ ਤੁਸੀਂ, ਉਹਨਾਂ ਨੂੰ ਤੰਗ ਕਰਦੇ ਹੋ ਜਾਂ ਪਲੇ ਕਰਦੇ ਹੋ? ਪਲੇ। Play ਕਰਦੇ ਹੁੰਦੇ ਹੋ। So you love lemon? You can say that I love you lemon. ਯਾ Say I love you lemon. ਆਈ ਲਵ ਯੂ ਲੈਮਨ। Thank you. ਸੋ ਅੱਜ ਦਾ ਜਿਹੜਾ ਐਪੀਸੋਡ ਹੈ ਡੌਗ ਲਵਰਸ ਦੇ ਲਈ ਹੈ ਤੇ ਅੱਜ ਅਸੀਂ ਇਸ ਵਕਤ ਪਹੁੰਚੇ ਹੋਏ ਹਾਂ ਸਰਦਾਰ ਹਰਪ੍ਰੀਤ ਲੋਥਰ ਜੀ ਦੇ ਘਰੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਰ ਵੈਲਕਮ ਟੂ ਹਮਦਰਦ ਮੀਡੀਆ ਗਰੁੱਪ। ਹਾਂਜੀ, ਥੈਂਕ ਯੂ ਜੀ। ਪਹਿਲਾਂ ਤਾਂ ਤੁਹਾਡਾ ਘਰ ਬਹੁਤ ਸੋਹਣਾ ਹੈ ਹਾਂਜੀ, ਥੈਂਕ ਯੂ ਸੋ ਮਚ। ਤੇ ਅੱਜ ਅਸੀਂ ਡੌਗ ਲਵਰਸ ਲਈ ਖਾਸ ਤੌਰ ਤੇ ਐਪੀਸੋਡ ਬਣਾ ਰਹੇ ਹਾਂ। ਅੱਛਾ। ਸੋ ਤੁਹਾਡੇ ਕੋਲ ਕਿਹੜੀ ਬਰੀਡ ਦੇ ਡੌਗਸ ਨੇ? ਮੈਂ ਦੇਖਿਆ ਕਿ 2 ਡੌਗ ਇਸ ਵਕਤ ਸਾਡੇ ਸਾਹਮਣੇ ਘੁੰਮ ਰਹੇ ਨੇ, ਕਿਹੜੀ ਬਰੀਡ ਦੇ ਨੇ? ਇਹ ਇੱਕ ਜਰਮਨ ਸ਼ੈਪਰਡ ਹੈ ਜੀ ਤੇ ਦੂਸਰਾ ਜਰਮਨ ਤੇ ਆਸਟ੍ਰੇਲੀਅਨ ਮਿਕਸਡ ਹੈ। ਵੈਸੇ ਹੀ ਇਹ ਘਰਦਿਆਂ ਦੀ ਚੋਇਸ ਸੀ ਡੌਗ ਰੱਖਣਾ ਜਾਂ ਤੁਹਾਨੂੰ ਵੀ ਪਸੰਦ ਹੈ ਰੱਖਣਾ? ਮੈਨੂੰ ਜ਼ਿਆਦਾ ਪਸੰਦ ਹੈ ਪਰ ਬੱਚੇ ਵੀ ਲਾਈਕ ਕਰਦੇ ਕਾਫੀ। ਕਰਦੇ ਆ। ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਲਿਆ ਨੂੰ? ਇਹ 1.5 ਸਾਲ। 1.5 ਸਾਲ ਹੋ ਗਿਆ। ਤੇ ਜੇ ਮੈਂ ਕਾਸਟ ਦੀ ਗੱਲ ਕਰਾਂ, ਕਿੰਨੇ ਕੁ ਦੇ ਕਾਸਟ ਪਈ ਆ ਤੁਹਾਨੂੰ ਇਹਨਾਂ ਨੂੰ ਲੈਣ ਦੇ ਵਿੱਚ? ਬੱਚੇ ਲਿਆਏ ਸੀਗੇ ਜੀ, ਮੇਰਾ ਖਿਆਲ ਉਦੋਂ one was around $1,500 ਤੇ ਅਦਰ ਵਨ ਆਲਸੋ ਸੇਮ, ਆਲਮੋਸਟ ਸੇਮ ਹੀ ਸੀ। ਡੌਗ ਰੱਖਣਾ ਇੱਥੇ ਕਿੱਡੀ ਕੁ ਵੱਡੀ ਰਿਸਪੌਂਸਿਬਿਲਟੀ ਆ? Responsibility is good responsibility. You have to dedicate your life. ਮਤਲਬ ਸਾਰਾ ਕੁਝ ਟਾਈਮ ਤੁਹਾਨੂੰ ਡੈਡੀਕੇਟ ਕਰਨਾ ਪੈਂਦਾ ਆਪਣਾ। ਬਾਕੀ it's the best thing to have dog in your house. ਤੇ ਜਿਵੇਂ ਕਹਿੰਦੇ ਨੇ ਕਿ ਘਰ ਦੇ ਵਿੱਚ ਜਦੋਂ ਆਪਾਂ ਕੋਈ ਐਵੇਂ ਪੈਟ ਰੱਖਦੇ ਆ ਤੇ ਉਹਦੇ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਹੋ ਜਾਂਦੀ ਆ। ਸੋ ਤੁਹਾਨੂੰ ਤੇ ਤੁਹਾਡੇ ਬਾਕੀ ਫੈਮਿਲੀ ਮੈਂਬਰਸ ਨੂੰ ਵੀ ਉਹ ਅਟੈਚਮੈਂਟ ਫੀਲ ਹੁੰਦੀ ਆ? ਪਹਿਲਾਂ ਦੇਖੋ ਮੇਰੀ ਵਾਈਫ ਲਾਈਕ ਨਹੀਂ ਕਰਦੀ ਸੀ ਡੌਗਸ ਨੂੰ, ਕਹਿੰਦੀ ਸੀ ਨਹੀਂ ਮੈਂ ਨਹੀਂ, ਪਰ ਜਦੋਂ ਆ ਗਿਆ ਸੋ ਉਹਦੇ ਹੀ ਫੇਵਰਟ ਹੈ ਸਭ ਤੋਂ ਜ਼ਿਆਦਾ ਉਹ। ਤੇ ਅਸੀਂ ਸੁਣਿਆ ਕਿ ਡੌਗਸ ਨੂੰ ਖਾਸ ਤੌਰ ਤੇ ਟ੍ਰੇਨਿੰਗ ਦੇਣ ਦੀ ਇੱਥੇ ਜ਼ਰੂਰਤ ਹੁੰਦੀ ਹੈ ਤਾਂ ਕਿ ਕਿਸੇ ਆਊਟਸਾਈਡਰ ਨੂੰ ਕਦੇ ਬਾਈਟ ਨਾ ਕਰ ਲਵੇ ਜਾਂ ਕੁਝ ਹੈ। ਸੋ ਤੁਹਾਡੇ ਇੱਥੇ ਕੀ ਸਿਸਟਮ ਸੀ? ਤੁਸੀਂ ਵੀ ਇਹ ਟ੍ਰੇਨਿੰਗ ਦਿੱਤੀ ਆ? ਕਿਉਂਕਿ ਮੈਂ ਦੇਖ ਰਹੀ ਹਾਂ ਕਿ ਤੁਸੀਂ ਖੁੱਲੇ ਹੀ ਇਹਨਾਂ ਨੂੰ ਰੱਖਿਆ ਹੋਇਆ, ਕੋਈ ਇਹਨਾਂ ਦੇ ਕੁਝ ਨਹੀਂ ਪਾਇਆ ਹੋਇਆ। ਹਾਂਜੀ। ਸੋ ਵੀ ਇਹਨਾਂ ਦੇ ਲਈ ਕੀ ਖਾਸ ਟ੍ਰੇਨਿੰਗ ਦਿੱਤੀ ਹੈ ਜਾਂ ਕਿਵੇਂ ਇਹਨਾਂ ਨੂੰ ਕੰਟਰੋਲ ਕਰਦੇ? ਇਹਨਾਂ ਨੂੰ ਤੁਸੀਂ ਟ੍ਰੇਨਿੰਗ ਸਕੂਲਸ ਵੀ ਹੈਗੇ ਆ, ਬਾਕੀ ਆਪ ਅਸੀਂ ਟ੍ਰੇਨ ਕਰ ਦਈਦਾ। ਜਿੰਨਾ ਕੁ ਚਾਹੀਦਾ ਥੋੜਾ ਬਹੁਤਾ ਤੁਸੀਂ ਆਪ ਕਰ ਸਕਦੇ ਹੋ। ਟ੍ਰੇਨਿੰਗ ਸਕੂਲਸ ਵਾਲੇ ਵੀ ਕਰ ਦਿੰਦੇ ਆ, ਘਰ ਆ ਕੇ ਵੀ ਦੇ ਜਾਂਦੇ ਟ੍ਰੇਨਿੰਗ। ਜਰਮਨ ਸ਼ੈਪਰਡਸ ਆਰ ਵੈਰੀ ਗੁੱਡ ਟੂ ਲਰਨ, ਸੋ ਉਹਨਾਂ ਨੂੰ ਥੋੜਾ ਜਿਹਾ ਸਮਝਾਓ। ਐਂਡ ਇਹ ਪੋਜੈਸਿਵ ਹੁੰਦੇ ਆ ਕਾਫੀ, ਸੋ ਤੁਹਾਡੇ ਨਾਲ ਰਹਿਣਾ ਆਉਂਦਾ ਹੁੰਦਾ ਇਹਨਾਂ ਨੂੰ। ਦੇ ਆਰ ਦ ਬੈਸਟ ਡੌਗਸ ਟੂ ਹੈਵ। ਐਂਡ ਇੰਨੀ ਜ਼ਿਆਦਾ ਟ੍ਰੇਨਿੰਗ ਦੀ ਲੋੜ ਨਹੀਂ, ਬਟ ਥੋੜੀ ਬਹੁਤੀ ਟ੍ਰੇਨਿੰਗ ਦੇ ਦਿਓ ਤੁਸੀਂ ਆਪਣੇ ਕਰਕੇ ਜਿੰਨਾ ਕੁ ਚਾਹੀਦਾ। ਕੈਨੇਡਾ ਵਿੱਚ ਗੱਲ ਕਰੀਏ ਜ਼ਿਆਦਾਤਰ ਕਿਹੜੀ ਬਰੀਡ ਦੇ ਡੌਗ ਜਿਹੜੇ ਆ ਫੇਮਸ ਆ ਕਿ ਲੋਕੀ ਆਪਣੇ ਘਰ 'ਚ ਰੱਖਦੇ ਆ? ਮੋਸਟਲੀ ਜਰਮਨ ਸ਼ੈਪਰਡ ਹੀ ਲਾਈਕ ਕਰਦੇ ਹੈਗੇ, ਆਪਣੇ ਬੰਦੇ ਵੀ ਹੁਣ ਜਰਮਨ ਸ਼ੈਪਰਡਸ ਲਾਈਕ ਕਰਦੇ ਆ। ਬਾਕੀ ਇਟ ਡਿਪੈਂਡਸ, ਤੁਸੀਂ ਜੇ ਛੋਟਾ ਰੱਖਣਾ ਡੌਗ ਤੇ ਉਹ ਫਿਰ ਇਨਸਾਈਡ ਹਾਊਸ ਦੇ ਵਿੱਚ ਵੀ ਰੱਖ ਸਕਦੇ ਹੋ। ਵੱਡੇ ਕਈ ਵਾਰੀ ਬਾਹਰ, ਜਰਮਨ ਸ਼ੈਪਰਡ ਇਨਸਾਈਡ ਵੀ ਲਾਈਕ ਕਰਦੇ ਆ। ਇਹਨਾਂ ਨੂੰ ਤਾਂ ਕਈ ਵਾਰ ਮੈਂ ਸੁਣਿਆ ਕਿ ਸੈਪਰੇਸ਼ਨ ਐਂਗਜ਼ਾਈਟੀਆਂ ਵੀ ਹੋ ਜਾਂਦੀਆਂ। ਓਕੇ। ਤੇ ਤੁਸੀਂ ਜਿਵੇਂ ਹੁਣ ਇਹਨਾਂ ਦੇ ਲਈ ਫਿਰ ਅਲੱਗ ਹੋਮ ਬਣਾਇਆ ਹੋਣਾ, ਡੌਗ ਹਾਊਸ ਬਣਾਇਆ ਹੋਣਾ, ਘਰ ਦੇ ਅੰਦਰ ਰਹਿੰਦੇ ਜਾਂ ਬਾਹਰ ਰਹਿੰਦੇ ਆ? ਇਹਨਾਂ ਦਾ ਬਾਹਰ ਹੀ ਘਰ ਹੈਗਾ ਜੀ। ਬਾਹਰ ਹੀ ਰਹਿਣਾ ਪਸੰਦ ਕਰਦੇ ਨੇ? ਬਾਹਰ, ਹਾਂਜੀ। ਸਰਦੀਆਂ 'ਚ ਦੇ ਲਾਈਕ ਇਟ। ਗਰਮੀਆਂ ਦੇ ਵਿੱਚ ਗਰਮੀ ਬਹੁਤ ਮਹਿਸੂਸ ਕਰਦੇ ਆ ਤੇ ਉਦੋਂ ਫਿਰ ਪਾਣੀ ਪੂਣੀ ਔਨ ਰੱਖੀਦਾ ਇਹਨਾਂ ਵਾਸਤੇ, ਸਪ੍ਰਿੰਕਲਰ ਔਨ ਰੱਖੀਦੇ ਆ। ਬਾਕੀ ਇਹਨਾਂ ਦੀ ਖਾਸੀਅਤ ਇਹ ਆ, ਇਹ ਉੱਥੇ ਟ੍ਰੈਂਪਲਿਨ ਦੇ ਥੱਲੇ ਵੱਡੇ ਵੱਡੇ ਖੱਡੇ ਬਣਾ ਲੈਂਦੇ ਆ ਆਪ ਹੀ ਡਿੱਗ ਕਰਕੇ ਤੇ ਉੱਥੇ ਮਿੱਟੀ ਦੇ ਵਿੱਚ ਵੜ ਜਾਂਦੇ ਆ। ਸੋ ਮਿੱਟੀ ਠੰਡੀ ਹੁੰਦੀ ਆ। ਮੈਂ ਦੇਖਿਆ ਜਾ ਕੇ, ਮੈਂ ਵੀ ਹੈਰਾਨ ਹੋ ਗਿਆ। ਕਈ ਵਾਰ ਜਿੱਥੇ ਪਿੱਛੇ ਉੱਥੇ ਖੀਰੇ ਖੂਰੇ ਲੱਗੇ ਉਹਨਾਂ ਦੇ ਵਿੱਚ ਵੜ ਜਾਂਦੇ ਆ। ਠੰਡ ਚ ਅੱਛੇ ਰਹਿੰਦੇ ਆ। ਮਤਲਬ -ਡਿਗਰੀ ਟੈਂਪਰੇਚਰ ਦੇ ਵਿੱਚ ਵੀ ਆਪਦੇ ਆਪ ਮਾਈਨਸ ਦਾ ਇਹਨਾਂ ਨੂੰ ਸਨੋ ਪੈਂਦੀ ਹੋਵੇ, ਯੂ ਵਿਲ ਸੀ ਕਿ ਕਿੰਨੇ ਖੁਸ਼ ਆ, ਖੁਸ਼ ਹੁੰਦੇ ਬੜੇ ਖੁਸ਼ ਰਹਿੰਦੇ ਆ। ਹਾਂਜੀ। ਤੇ ਮੈਂ ਦੇਖ ਰਹੀ ਹਾਂ ਕਿ ਆਪਾਂ ਇੱਥੇ ਬੈਠੇ ਹਾਂ ਪਰ ਇਹ ਆਪਣੇ ਨਜ਼ਦੀਕ ਨਹੀਂ ਆ ਰਹੇ, ਕਿ ਇਹਨਾਂ ਨੂੰ ਕਿਵੇਂ ਤੁਸੀਂ ਕੰਟਰੋਲ ਕੀਤਾ, ਸਿਖਾਇਆ ਜਾਂ ਕਿਵੇਂ ਰਿਹਾ ਇਹ ਸਿਸਟਮ? ਇਹਨਾਂ ਦੇ ਮੈਂ ਇੱਥੇ ਇਨਵਿਜ਼ੀਬਲ ਫੈਂਸ ਲਾਈ ਹੋਈ ਆ। ਓਕੇ। ਸੋ ਓਨੀ ਬਾਉਂਡਰੀ ਦੇ ਵਿੱਚ ਦੌੜਦੇ ਭੱਜਦੇ ਰਹਿੰਦੇ ਆ। ਐਂਡ ਆਫਟਰ ਸਮ ਟਾਈਮ ਇਹ ਆਪ ਹੀ ਟ੍ਰੇਨਡ ਹੋ ਜਾਂਦੇ, ਬੇਸ਼ੱਕ ਫੈਂਸ ਨਾ ਵੀ ਹੋਵੇ ਤੁਹਾਡੀ। ਸੋ ਆਪ ਹੀ ਟ੍ਰੇਨਡ ਹੋ ਜਾਂਦੇ ਆ ਕਿ ਵੀ ਇੰਨੀ ਕੁ ਬਾਉਂਡਰੀ ਸਾਡੀ ਆ, ਉਸ ਤੋਂ ਪਰੇ ਨਹੀਂ ਜਾਂਦੇ ਇਹ। ਇਹਨਾਂ ਨੂੰ ਰੱਖਣ ਦਾ ਜੇ ਮੰਥਲੀ ਮੈਂ ਐਕਸਪੈਂਸਸ ਦੀ ਗੱਲ ਕਰਾਂ, ਕਿੰਨਾ ਕੁ ਆ ਜਾਂਦਾ ਮਹੀਨੇ ਦਾ ਜਾਂ ਸਾਲ ਦਾ ਖਰਚੇ ਦੀ ਗੱਲ ਕਰੀਏ ਆਪਾਂ ਤਾਂ, ਖਾਣ ਪੀਣ ਨੂੰ ਲੈ ਕੇ ਸਪੈਸ਼ਲੀ? ਮੰਥਲੀ ਤੁਹਾਡਾ ਫੂਡ ਦਾ ਹੀ ਐਕਸਪੈਂਸ ਹੈ ਇਹਨਾਂ ਦਾ, ਬਾਕੀ ਵੈਟ ਦਾ ਐਕਸਪੈਂਸ ਹੈ। ਇਹਨਾਂ ਨੂੰ ਵੈਕਸੀਨੇਸ਼ਨ ਸਾਰੀਆਂ ਪ੍ਰੋਪਰ ਲਵਾ ਕੇ ਰੱਖਣੀਆਂ ਪੈਂਦੀਆਂ।
ਬਰੈਂਪਟਨ ਜਿਹੜੀ ਵੀ ਸਿਟੀ 'ਚ ਤੁਸੀਂ ਰਹਿੰਦੇ ਹੋ ਉਹਨਾਂ ਦੇ ਨਾਲ ਰਜਿਸਟਰ ਕਰਾ ਕੇ ਰੱਖਣਾ ਪੈਂਦਾ। ਉਹਨਾਂ ਦੀ $35 ਸ਼ਾਇਦ ਕਾਸਟ ਆ ਸਿਟੀ ਦੀ ਰਜਿਸਟ੍ਰੇਸ਼ਨ ਕਰਾਉਣ ਦੀ, ਆਈ ਥਿੰਕ ਸੋ, ਪੂਰੇ ਸਾਲ ਦੀ। ਓਕੇ, ਤੇ ਡਾਕਟਰਸ ਫਿਰ ਖੁਦ ਆ ਕੇ ਵੈਕਸੀਨੇਸ਼ਨ ਲਗਾ ਕੇ ਜਾਂਦੇ ਤੇ ਕਿੰਨੇ ਚਿਰ ਬਾਅਦ ਵੈਕਸੀਨ ਇਹਨਾਂ ਦੇ ਲੱਗਦੀ ਹੈ? ਡਾਕਟਰਸ ਮੇਰੇ ਕੋਲ ਇੱਥੇ ਆ ਜਾਂਦੇ ਆਪਣੇ, ਅੱਛੇ ਵਧੀਆ ਮੁੰਡੇ ਵੈਟਰਨੇਰੀਅਨ ਹੈਗੇ ਹੁਣ ਤਾਂ ਪੰਜਾਬੀ ਕਮਿਊਨਿਟੀ 'ਚ ਵੀ ਬੜੇ ਅੱਛੇ ਵੈਟਰਨੇਰੀਅਨ ਹੈਗੇ ਆ। ਦੇ ਕਮ ਟੂ ਯੂਰ ਹਾਊਸ ਆਲਸੋ, ਜਦ ਤੁਸੀਂ ਉਹਨਾਂ ਨੂੰ ਲੈ ਜਾਓ ਜੇ ਕੋਈ ਜ਼ਿਆਦਾ ਸੀਵੀਅਰ ਟਰਬਲ ਹੋ ਗਈ ਹੈ ਡੌਗਸ ਨੂੰ। ਤੇ ਇਹਨਾਂ ਦੇ ਮੋਸਟਲੀ ਵੈਕਸੀਨੇਸ਼ਨ ਕਿਸ ਚੀਜ਼ ਨੂੰ ਲੱਗ ਕੇ ਕਰਕੇ ਲੱਗਦੀ ਹੈ? ਦੇਖੋ ਇਹਨਾਂ ਦੇ ਜ਼ਿਆਦਾਤਰ ਰੇਬੀਜ਼ ਦਾ ਹੁੰਦਾ, ਉਸ ਤੋਂ ਬਾਅਦ ਇਹਨਾਂ ਨੂੰ ਵੀ ਹੁੰਦਾ ਕਿ ਵੀ ਇਹਨਾਂ ਨੂੰ ਕੋਈ ਡਿਜ਼ੀਜ਼ ਨਾ ਹੋ ਜੇ, ਸੋ ਹਾਰਟ ਵਾਰਮ, ਓਕੇ, ਕਿਉਂਕਿ ਬਾਹਰ ਘੁੰਮਦੇ ਰਹਿੰਦੇ ਪਤਾ ਨਹੀਂ ਕੀ ਮੱਛਰਾਂ 'ਚ ਰਹਿੰਦੇ ਆ, ਸੋ ਦੇ ਵਾਂਟ ਟੂ ਬੀ ਪ੍ਰੋਟੈਕਟਡ। ਤੇ ਉਹ ਵੈਕਸੀਨੇਸ਼ਨਸ ਇਹਨਾਂ ਨੂੰ ਸਾਰੀਆਂ ਲਾਈਆਂ ਹੋਈਆਂ ਹੋਣੀ ਚਾਹੀਦੀਆਂ। ਡਾਈਟ ਦਾ ਕੀ ਸਿਸਟਮ ਹੈ ਕਿ ਇਹਨਾਂ ਨੂੰ ਤੁਸੀਂ ਫਿਰ ਕੋਈ ਇਹਨਾਂ ਦੀ ਸਪੈਸ਼ਲ ਕੋਈ ਡਾਈਟ ਹੁੰਦੀ ਆ ਜਾਂ ਜਿਵੇਂ ਦਾ ਤੁਹਾਡੇ ਘਰ ਹੁੰਦਾ ਉਹੀ ਚੀਜ਼ ਖਵਾਉਂਦੇ? ਨਹੀਂ, ਡਾਈਟ ਇਹਨਾਂ ਨੂੰ ਅਸੀਂ ਆਪਣਾ ਕੰਟਰੋਲਡ ਡਾਈਟ ਤੇ ਰੱਖਿਆ ਹੋਇਆ, ਓਕੇ। ਸੋ ਇਟਸ ਬੈਟਰ ਕਿ ਤੁਸੀਂ ਇੱਕੋ ਹੀ ਡਾਈਟ ਦਿਓ। ਇਹਨਾਂ ਦੀ ਡਾਈਟ ਬਦਲੋ ਤਾਂ ਇਹਨਾਂ ਨੂੰ ਕਾਫੀ ਫਰਕ ਪੈ ਜਾਂਦਾ, ਸੋ ਦੇ ਵੋਮਿਟ, ਦੇ ਡੂ ਲੋਟ ਆਫ ਸਟਫ, ਪਰ ਇੱਕੋ ਤਰ੍ਹਾਂ ਦੀ ਡਾਈਟ ਦਿਓ। ਬਾਕੀ ਵੈਜੀਟੇਬਲਸ ਖਾ ਕੇ ਬੜੇ ਖੁਸ਼ ਆ। ਓਕੇ, ਕਈ ਵਾਰ ਖੀਰੇ ਪਾ ਦਿਓ ਆਪਣਾ, ਇਹ ਪਿੱਛੇ ਇੱਥੇ ਉਹ ਆਪਣਾ ਨਾਸ਼ਪਤੀਆਂ ਲੱਗੀਆਂ ਸੀਗੀਆਂ, ਉਹ ਤੋੜ ਕੇ ਆਪ ਵੀ ਖਾਂਦੇ ਰਹਿੰਦੇ। ਹਾਂਜੀ ਹਾਂਜੀ, ਬਿਲਕੁਲ। ਤੇ ਜਿਵੇਂ ਮੈਂ ਦੇਖ ਰਹੀ ਹਾਂ ਕਿ ਤੁਸੀਂ ਕਿਹਾ ਕਿ ਇਹਨਾਂ ਦੇ ਸਪੈਸ਼ਲ ਕਾਲਰ ਵਗੈਰਾ ਪਾਇਆ ਹੁੰਦਾ ਜਿਹਦੇ ਨਾਲ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ, ਸੋ ਕੀ ਇਹ ਬਿਊਰੇਬਲ ਹੁੰਦਾ ਜਾਂ ਇਹ ਵੀ ਸਿਟੀ ਬਣੀ ਅਪਰੂਵਡ ਹੁੰਦਾ ਕਿ ਇੰਨੇ ਡੈਸੀਮਲ ਤੱਕ ਹੀ ਜਿਹੜਾ ਤੁਸੀਂ ਪਾ ਸਕਦੇ ਹੋ ਜਾਂ ਕੁਝ ਵੀ ਕਰੰਟ ਜਿਹੜਾ ਇੰਨਾ ਤੱਕ ਹੀ ਹੋਣਾ ਚਾਹੀਦਾ ਹੈ XZ ਦਾ? ਉਹ ਨਾਰਮਲੀ ਲੋਕੀ ਲਾਈਕ ਨਹੀਂ ਕਰਦੇ ਹੈਗੇ, ਬਟ ਇਟ ਡਿਪੈਂਡਸ ਤੁਸੀਂ ਕਿੰਨਾ ਕੁ ਰੱਖਣਾ। ਸੋ ਜਿਹੜੇ ਲਾ ਕੇ ਕਰਕੇ ਜਾਂਦੇ ਹੈਗੇ ਆ ਇਹਨਾਂ ਨੂੰ ਟ੍ਰੇਨਡ, ਉਹਨਾਂ ਨੂੰ ਪਤਾ ਹੁੰਦਾ ਕਿ ਕਿੰਨਾ ਰੱਖਣਾ। ਸੋ ਬਟ ਜਿਹੜੇ ਜਰਮਨ ਸ਼ੈਪਰਡ ਆ ਇਹ ਈਵਨ ਫੈਂਸ ਨੂੰ ਵੀ ਇੰਨਾ ਉਹ ਨਹੀਂ ਕਰਦੇ, ਕਈ ਵਾਰ ਮੰਨਦੇ ਨਹੀਂ। ਸੋ ਸਾਨੂੰ ਜਦੋਂ ਪਹਿਲਾਂ ਇਹਨੂੰ ਟ੍ਰੇਨ ਕਰਨਾ ਪਿਆ ਉਦੋਂ ਇਹ ਫੈਂਸ ਤੋੜ ਕੇ ਅੰਦਰ ਆ ਜਾਂਦਾ ਹੁੰਦਾ ਸੀ, ਤੇ ਕਿਉਂਕਿ ਇਹਦੇ ਕਾਫੀ ਵਾਲ ਵੂਲ ਆ, ਹੀ ਡਜ਼ ਨਾਟ ਕੇਅਰ, ਹੀ ਵਾਂਟਸ ਟੂ ਬੀ ਵਿਦ ਹਿਜ਼ ਓਨਰ। ਓਕੇ, ਠੀਕ ਹੈ, ਤੇ ਉਦੋਂ ਫਿਰ ਆਪਣਾ ਥੋੜਾ ਜਿਹਾ ਕਰੰਟ ਇਹਦਾ ਵਧਾਉਣਾ ਪਿਆ ਸੀ, ਪਰ ਉਸ ਤੋਂ ਬਾਅਦ ਇਹਨੂੰ ਫਿਰ ਵਾਪਸ ਲਿਆਂਦਾ। ਬਟ ਤੁਹਾਨੂੰ ਦੇਖਣਾ ਪੈਂਦਾ, ਰੈਗੂਲਰਲੀ ਮੋਨੀਟਰ ਕਰਨਾ ਪੈਂਦਾ ਕਿ ਵੀ ਇਹਨਾਂ ਦਾ ਕੋਈ ਜਿਹੜਾ ਕਾਲਰ ਹੈਗਾ ਗਰਦਨ ਤੇ ਚੁੱਭ ਤਾਂ ਨਹੀਂ ਰਿਹਾ ਜਾਂ ਕੁਝ ਹੋਰ ਤਾਂ ਨਹੀਂ ਹੈਗਾ। ਮਤਲਬ ਮੈਂ ਉਸ ਤਰ੍ਹਾਂ ਕੀਤਾ, ਇਟ ਡਿਪੈਂਡਸ, ਜੇ ਬੰਦਾ ਨਹੀਂ ਕੋਈ ਲਾਈਕ ਕਰਦਾ ਦੇ ਕੈਨ ਕੀਪ them out of all this also। ਇਹ ਵੀ ਸੁਣਨ ਦੇ ਵਿੱਚ ਆਇਆ, ਜਿਵੇਂ ਮੈਂ ਆਪਣੇ ਕੈਮਰਾਮੈਨ ਨਾਲ ਹੀ ਗੱਲ ਕਰ ਰਹੀ ਸੀ ਜਦੋਂ ਅਸੀਂ ਤੁਰੇ ਆ ਰਹੇ ਸੀਗੇ, ਕਿ ਕੰਪਨਸੇਸ਼ਨ ਵੀ ਸੁਣਨ ਨੂੰ ਮਿਲਦਾ ਹੈ ਕਿ ਇੱਥੇ ਵੀ ਜੇਕਰ ਤੁਹਾਡਾ ਡੌਗ ਕਿਸੇ ਨੂੰ ਬਾਈਟ ਕਰ ਲਵੇ ਤਾਂ ਬਹੁਤ ਵੱਡੇ ਮੁਆਵਜ਼ੇ ਤੱਕ ਦੇਣੇ ਪੈਂਦੇ ਨੇ। ਸੋ ਕੀ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਤੇ ਬਾਹਰ ਗਏ ਹੋ ਉਦੋਂ ਬਾਈਟ ਕਰ ਲਏ, ਜੇ ਤੁਹਾਡੇ ਕੋਈ ਘਰੇ ਆਉਂਦਾ ਆ ਉਸ ਟਾਈਮ ਬਾਈਟ ਕਰਦਾ ਆ ਉਦੋਂ ਵੀ ਇਹ ਸਭ ਡਿਪੈਂਡ ਕਰਦਾ ਹੈ? ਨਹੀਂ, ਉਹ ਤਾਂ ਲਾਇਬਿਲਿਟੀ ਇਸ਼ੂਜ਼ ਤਾਂ ਹੈ ਹੀ ਆ, ਬਟ ਕਿਉਂਕਿ ਤੁਹਾਡੀ ਘਰ ਦੀ ਇੰਸ਼ੋਰੈਂਸ ਹੁੰਦੀ ਆ, ਸੋ ਇੰਸ਼ੋਰੈਂਸ 'ਚ ਕਵਰ ਹੁੰਦਾ ਉਹ, ਸੋ ਦੇ ਟੇਕ ਕੇਅਰ ਆਫ ਦੈਟ ਜੇ ਕਿਸੇ ਨੂੰ ਬਾਈਟ ਕਰ ਵੀ ਲਵੇ ਉਹ। ਤੇ ਇਹਦੇ ਲਈ ਕੀ ਇੰਜੈਕਸ਼ਨਸ ਵਗੈਰਾ ਇਹਨਾਂ ਦੇ ਪਹਿਲਾਂ ਲਗਾ ਕੇ ਰੱਖੇ ਹੁੰਦੇ ਆ? ਇਹ ਪੂਰੀ, ਹਾਂਜੀ, ਫੁੱਲੀ ਵੈਕਸੀਨੇਟਡ ਚਾਹੀਦੇ ਹੈਗੇ ਤੁਹਾਨੂੰ ਡੌਗਸ। ਬਾਕੀ ਚਾਰਟ ਹੈਗਾ ਸਾਰਾ, ਤੁਹਾਨੂੰ ਕਿਤੇ ਵੀ ਲਿਜਾਣਾ, ਈਵਨ ਤੁਸੀਂ ਇਹਨਾਂ ਦੀ ਗਰੂਮਿੰਗ ਕਰਾਣੀ ਹੈ, ਸੋ ਉੱਥੇ ਵੀ ਉਹ ਸਾਰੇ ਦੇਖਦੇ ਕਿ ਫੁੱਲੀ ਵੈਕਸੀਨੇਟਡ ਆ ਤਾਂ ਹੱਥ ਲਾਉਂਦੇ, ਅਦਰਵਾਈਜ਼ ਨੋਬਡੀ ਟੱਚਸ them। ਜਦੋਂ ਕਿਤੇ ਬਾਹਰ ਜਾਣਾ ਹੁੰਦਾ ਫਿਰ ਇਹਨਾਂ ਦਾ ਕੀ ਕਰਦੇ ਹੋ? ਕਿਸੇ ਨੂੰ ਟੇਕ ਕੇਅਰ ਹੀ ਛੱਡ ਕੇ ਜਾਂਦੇ ਹੋ ਜਾਂ ਕਿਤੇ ਇਹਨਾਂ ਨੂੰ ਸਪੈਸ਼ਲ ਜਿਵੇਂ ਇਹਨਾਂ ਦੇ ਸਟੇ ਲਈ ਕੁਝ ਜਿਵੇਂ ਹੋਟਲਸ ਵਗੈਰਾ ਜਾਂ ਕੁਝ ਬਣੇ ਹੋਏ ਆ? ਨਹੀਂ, ਅਸੀਂ ਤਾਂ ਇੱਥੇ ਹੀ ਛੱਡ ਜਾਈਦਾ ਤੇ ਕਿਸੇ ਨੂੰ ਕਹਿ ਜਾਈਦਾ ਕਿ ਵੀ ਇਹਨੂੰ ਫੂਡ ਤੇ ਪਾਣੀ ਆ ਕੇ ਜਸਟ ਕੀਪ ਐਨ ਆਈ ਔਨ them। ਫੂਡ ਤੇ ਪਾਣੀ ਪਾ ਜਾਂਦੇ ਹੈਗੇ। ਹੁਣ ਮੇਰੇ ਇੱਥੇ ਰਿਸ਼ਤੇਦਾਰ ਰਹਿੰਦੇ ਜਾਂ ਯਾਰ ਦੋਸਤ ਇਸ ਏਰੀਏ 'ਚ, ਜਦੋਂ ਉਹ ਬਾਹਰ ਜਾਂਦੇ ਅਸੀਂ ਉਹਨਾਂ ਦੇ ਡੌਗਸ ਦੀ ਟੇਕ ਕੇਅਰ ਕਰ ਲੈਂਦੇ ਆ, ਜਦੋਂ ਅਸੀਂ ਜਾਈਦਾ ਸੋ ਉਹ ਕਰ ਲੈਂਦੇ ਆ। ਪਰ ਇਹ ਪਛਾਣਦੇ ਹੋਣਗੇ ਤਾਂ ਹੀ ਉਹਨਾਂ ਤੋਂ ਖਾ ਲੈਂਦੇ ਹੋਣੇ ਆ ਕਿ ਅਦਰਵਾਈਜ਼ ਕਿਸੇ ਆਊਟਸਾਈਡਰ ਨੂੰ ਤਾਂ ਅੰਦਰ ਆਉਣ ਹੀ ਨਹੀਂ ਦਿੰਦੇ ਹੋਣੇ? ਹਾਂਜੀ, ਸਾਰਾ ਉਹਨਾਂ ਨੂੰ ਪਤਾ ਹੈਗਾ, ਛੋਟੇ ਹੁੰਦਿਆਂ ਤੋਂ ਨਾਲ ਹੁੰਦੇ ਕਈ ਵਾਰੀ, ਤੇ ਨਾ ਵੀ ਹੋਵੇ ਤੇ ਆਪਣਾ ਇਹਨਾਂ ਦੇ ਏਰੀਏ ਦੇ ਵਿੱਚ ਰੱਖ ਜਾਂਦੇ ਆ ਉਹ। ਸੋ ਜਿਹੜਾ ਫੂਡ ਹੈਗਾ, ਫੂਡ ਉਹਨਾਂ ਦੇ ਕੰਟਰੋਲ 'ਚ ਹੁੰਦਾ। ਸੋ ਜਦੋਂ ਇਹ ਕਿਤੇ ਦੂਸਰੇ ਪਾਸੇ ਹੁੰਦੇ ਉਹਨਾਂ ਦੇ ਏਰੀਏ ਦੇ ਵਿੱਚ ਰੱਖ ਕੇ, ਪਾਣੀ ਇਹਨਾਂ ਦਾ ਅਸੀਂ ਰੈਗੂਲਰ ਰੱਖਿਆ ਹੋਇਆ, ਪਾਣੀ ਬਹੁਤ ਪੀਂਦੇ ਆ। ਸੋ ਕਈਆਂ ਨੇ ਤਾਂ ਪਾਣੀ ਦੇ ਉਹ ਜਿਸ ਤਰ੍ਹਾਂ ਆਪਣਾ ਫਲਸ਼ ਉਹ ਨਹੀਂ ਲਾਏ ਹੁੰਦੇ, ਫਲਸ਼ ਉਹਦੇ 'ਚ ਗੋਲਾ ਲੱਗਿਆ ਹੁੰਦਾ, ਸੋ ਉਸ ਤਰ੍ਹਾਂ ਹੀ ਔਨ ਰੱਖਦੇ ਆ, ਸੋ ਪੀਂਦੇ ਰਹਿੰਦੇ ਫਿਰ ਨਾਲ ਦੀ ਨਾਲ। ਕੀ ਇਹਨਾਂ ਨੂੰ ਫਿਰ ਡੇਲੀ ਵਾਕ ਵਗੈਰਾ ਤੇ ਵੀ ਲੈ ਕੇ ਜਾਂਦੇ ਹੋ ਜਾਂ ਇਸ ਏਰੀਆ ਵਿੱਚ ਆਪਣੇ ਆਪ ਹੀ ਘੁੰਮਦੇ ਰਹਿੰਦੇ ਨੇ? ਇੱਥੇ ਕਿਉਂਕਿ ਮੈਂ 2 ਰੱਖੇ ਹੋਏ ਆ, ਸੋ 2 ਆਪਸ 'ਚ ਕਿਤੇ ਤੁਹਾਨੂੰ ਮੈਂ ਵੀਡੀਓ ਦਿਖਾਵਾਂ ਇਹਨਾਂ ਦੀ ਇੰਨਾ ਕੁ ਘੁਲਦੇ ਆ ਇਹ। ਸੋ ਮਤਲਬ ਦੇ ਕੀਪ ਦੈਮਸੈਲਵਸ ਬਿਜ਼ੀ ਐਂਡ ਹੈਲਥੀ। ਪਰ ਵਾਕ ਤੇ ਲਿਜਾਣਾ ਜ਼ਰੂਰੀ ਹੈ, ਲੈ ਜਾਣਾ ਚਾਹੀਦਾ। ਜਰਮਨ ਸ਼ੈਪਰਡਸ ਆਰ ਵੈਰੀ ਫੌਂਡ ਆਫ ਵਾਕਿੰਗ,
ਤੇ ਜਦੋਂ ਜਾਂਦੇ ਆ ਮੈਂ ਕਈ ਵਾਰ ਜੇ ਇਕੱਲਾ ਵੀ ਚੱਲ ਜਾਣਾ ਤੇ ਪਿੱਛੋਂ ਕਰਾਈ ਕਰ ਰਹੇ ਹੁੰਦੇ ਆ। ਸਗੋਂ ਬੱਚੇ ਮੈਨੂੰ ਕਹਿੰਦੇ ਵੀ ਵਾਈ ਯੂ ਵੈਂਟ ਔਨ ਵਾਕ, ਤੇ ਇਹਨੂੰ ਵੀ ਨਾਲ ਲੈ ਕੇ ਜਾਣਾ ਸੀਗਾ, ਸੌਣ ਨਹੀਂ ਦਿੰਦੇ। ਓਕੇ, ਤੁਸੀਂ ਜਿਵੇਂ ਕਿਹਾ ਦੋ ਰੱਖਣ ਦਾ ਕੀ ਕੋਈ ਰੀਜ਼ਨ ਸੀਗਾ ਕਿ ਤੁਸੀਂ ਸਿੰਗਲ ਨਹੀਂ ਰੱਖਿਆ ਜਾਂ ਡਬਲ ਹੀ ਕਿਉਂ ਰੱਖਿਆ? ਦੋ ਕੰਪਨੀ ਹੋ ਜਾਂਦੀ ਇਹਨਾਂ ਦੀ, ਇਹਨਾਂ ਨੂੰ ਵੀ ਚਾਹੀਦੀ ਕੰਪਨੀ, ਓਕੇ, ਇਹਨਾਂ ਦੀ ਵੀ ਕੰਪਨੀ ਚਾਹੀਦੀ ਆ, ਉਸ ਤੋਂ ਬਾਅਦ ਤੁਹਾਡੀ ਵੀ ਕੰਪਨੀ ਚਾਹੀਦੀ ਆ। ਸੋ ਜੇ ਮੈਂ ਇਹਨਾਂ ਕੋਲ ਆਫਿਸ ਤੋਂ ਆ ਕੇ ਅੱਧਾ ਘੰਟਾ ਨਾ ਸਪੈਂਡ ਕਰਾਂ ਇਹਨਾਂ ਦੇ ਨਾਲ, ਦੇ ਫਾਈਟ ਬਿਟਵੀਨ ਦੈਮਸੈਲਵਸ ਟੂ। ਹਾਂ, ਮਤਲਬ ਇਹਨਾਂ ਦਾ ਵੀ ਨੇਚਰ ਹੁੰਦਾ ਹੈ ਕਿ ਆਪਣੇ ਨਾਲ ਓਨਰ ਦੇ ਨਾਲ ਟਾਈਮ ਸਪੈਂਡ ਕਰਨਾ। ਹਾਂ, ਇਹਨਾਂ ਨੂੰ ਬੜਾ ਜ਼ਰੂਰੀ ਹੈ ਕਿ ਟਾਈਮ ਸਪੈਂਡ ਕਰਨ। ਜੇ ਕਿਤੇ ਮੈਂ 15 ਮਿੰਟ ਵੀ ਇਹਨਾਂ ਦੇ ਕੋਲ ਆ ਕੇ ਬੈਠ ਗਿਆ, ਇਹਨਾਂ ਦਾ ਦਿਨ ਬਣ ਜਾਂਦਾ। ਓਕੇ, ਸੋ ਦੇ ਲਾਈਕ ਇਟ। ਡੌਗਸ ਰੱਖਣੀ ਕਿੰਨੀ ਕੁ ਵੱਡੀ ਲਾਇਬਿਲਿਟੀ ਹੋ ਸਕਦੀ ਹੈ? ਲਾਇਬਿਲਿਟੀ ਇਨ ਦੀ ਸੈਂਸ ਆਫ ਫਾਈਨੈਂਸ਼ੀਅਲ ਜਾਂ ਕਿਸ ਤਰ੍ਹਾਂ? ਇਨ ਬੋਥ ਵੇਜ਼, ਫਾਈਨੈਂਸ਼ੀਅਲੀ ਵੀ ਤੇ ਇਮੋਸ਼ਨਲੀ। ਕੋਈ ਜ਼ਿਆਦਾ ਨਹੀਂ ਹੈਗੀ ਡੌਗਸ ਰੱਖਣੀ ਫਾਈਨੈਂਸ਼ੀਅਲੀ, ਮਤਲਬ ਐਕਸਪੈਂਸ ਹੈਗਾ ਫੂਡ ਦਾ ਪਲੱਸ ਤੁਹਾਡਾ ਵੈਟ ਦਾ, ਤੇ ਜੇ ਕਿਤੇ ਬਿਮਾਰ ਹੋ ਜੇ ਦੈਨ ਇਟਸ ਯੂ ਆਰ ਲੁਕਿੰਗ ਐਟ ਬਿਗ ਐਕਸਪੈਂਸ। ਪਰ ਉਹ ਵੀ ਦੇਖਣਾ ਪੈਂਦਾ ਕਿੰਨਾ ਕੁ ਐਕਸਪੈਂਸ ਹੈਗਾ। ਜੇ ਆਪਰੇਟ ਕਰਾਉਣਾ ਪਏ, ਸਰਜਰੀ ਕਰਾਉਣੀ ਪਏ, ਆਲ ਦੋਜ਼ ਥਿੰਗਸ ਯੂ ਹੈਵ ਟੂ ਬੀ ਲਾਈਕ ਪ੍ਰੀਪੇਅਰਡ ਫॉर। ਜਿਵੇਂ ਇਹਨਾਂ ਦੀ ਏਜ ਦੀ ਗੱਲ ਕਰੀਏ, ਮੈਕਸਿਮਮ ਕਿੰਨੀ ਏਜ ਹੁੰਦੀ ਆ? ਖਾਸ ਤੌਰ ਤੇ ਇਸ ਬਰੀਡ ਦੀ ਗੱਲ ਕਰਾਂ ਮੈਂ, ਮੇਰੇ ਖਿਆਲ 10-12 ਸਾਲ। 10-12 ਸਾਲ ਹੁੰਦੀ ਆ। ਸੋ ਫੈਮਿਲੀ ਮੈਂਬਰ ਇੱਕ ਤਰ੍ਹਾਂ ਨਾਲ ਬਣ ਜਾਂਦੇ ਆ ਡੌਗਸ ਵੀ, ਤੇ ਤੁਹਾਡੀ ਫੈਮਿਲੀ ਨਾਲ ਵੀ ਉਨਾ ਹੀ ਪਿਆਰ ਕਰਦੇ ਆ ਜਿੰਨਾ ਤੁਹਾਡੇ ਨਾਲ ਕਰਦੇ ਆ। ਇਹ ਤਾਂ ਨੋਬਡੀ ਕੈਨ ਈਵਨ ਡਿਸਕ੍ਰਾਈਬ ਕਿ ਕਿੰਨੇ ਵੀ ਅਫੈਕਸ਼ਨੇਟ ਹੈਗੇ ਆ। ਜਿਹੜੇ ਖਾਸ ਤੌਰ ਤੇ ਬਿਜ਼ੀ ਹੁੰਦੇ ਆ, ਜਿਨ੍ਹਾਂ ਦਾ ਬਿਜ਼ੀ ਸਕੇਜੂਲ ਆ, ਆਪਣੇ ਕੰਮਾਂ ਕਾਰਾਂ ਤੇ ਚਲੇ ਜਾਂਦੇ ਆ, ਪਿੱਛੇ ਟੇਕ ਕੇਅਰ ਕਰਨ ਲਈ ਕੋਈ ਨਹੀਂ ਹੁੰਦਾ, ਤੁਹਾਨੂੰ ਲੱਗਦਾ ਕਿ ਉਹਨਾਂ ਲਈ ਇੱਕ ਸਹੀ ਆਪਸ਼ਨ ਹੋ ਸਕਦਾ ਡੌਗ ਰੱਖਣਾ? ਵੈਰੀ ਨਾਈਸ ਆਪਸ਼ਨ ਹੈਗੀ ਹੈ ਜੀ। ਇੱਕ ਤਾਂ ਦੇਖੋ ਇਹਨਾਂ ਕੰਟਰੀਆਂ 'ਚ ਕਈ ਵਾਰ ਸਪੋਜ਼ ਮੈਂ ਵੀ ਇਕੱਲਾ ਹੋਵਾਂ ਘਰ, ਮੇਰੇ ਹੁਣ ਬਾਹਰ ਰਹਿੰਦੇ ਆ ਇਹ ਡੌਗਸ, ਮੈਂ ਅੰਦਰ ਵਾੜ ਲੈਣਾ ਇਹਨਾਂ ਨੂੰ ਜੇ ਮੈਂ ਇਕੱਲਾ ਹੋਵਾਂ। ਅੰਦਰ ਇਸ ਤਰ੍ਹਾਂ ਲੱਗਦਾ ਜਿੱਦਾਂ ਫੈਮਿਲੀ ਮੈਂਬਰ ਹੀ ਘੁੰਮ ਰਿਹਾ ਸਾਡਾ। ਐਂਡ ਵੈਰੀ ਨਾਈਸ ਸਟ੍ਰੈਸ ਰਿਲੀਵਰਸ ਹੈਗੇ ਆ। ਤੁਸੀਂ ਆਫਿਸ ਤੋਂ ਕੰਮ ਕਰਕੇ ਥੱਕੇ ਟੁੱਟੇ ਆਏ ਹੋ, ਇਹਨਾਂ ਦੇ ਕੋਲ 10 ਮਿੰਟ ਬੈਠ ਜਾਓ, ਯੂ ਨੋ ਹਾਊ ਮਚ ਗੁੱਡ ਫੀਲਿੰਗ ਦੇ ਗਿਵ। ਡੌਗ ਰੱਖਣ ਤੋਂ ਬਾਅਦ ਇੱਕ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਤੁਹਾਡੇ ਉੱਤੇ ਇੱਕ ਜ਼ਿੰਮੇਵਾਰੀ ਪੈ ਗਈ ਹੈ, ਤੁਸੀਂ ਉਸ ਜ਼ਿੰਮੇਵਾਰੀ ਨੂੰ ਕਿਸ ਤਰੀਕੇ ਨਾਲ ਲੈਂਦੇ ਹੋ? ਬਰਡਨ ਹੈ ਜਾਂ ਆਪਣੀ ਇੱਛਾ ਨਾਲ ਲੈਂਦੇ ਹੋ? ਇਹ ਤੁਹਾਡੇ ਉੱਤੇ ਡਿਪੈਂਡ ਹੈ, ਤੁਸੀਂ ਇਹਨੂੰ ਕਿਸ ਤਰ੍ਹਾਂ ਲੈਂਦੇ ਹੋ। ਸੋ ਆਈਦਰ ਤੁਸੀਂ ਇੰਜੋਏ ਕਰਦੇ ਹੋ, ਜਾਂ ਇਹਨੂੰ ਜੇ ਬਰਡਨ ਲੈਣਾ, ਬਰਡਨ ਮੰਨ ਕੇ ਵੀ ਚੱਲ ਸਕਦੇ ਹੋ। ਉਹ ਤਾਂ ਫਿਰ ਫਾਇਦਾ ਨਹੀਂ ਹੈ, ਸ਼ੌਂਕ ਨਾਲ ਹੀ ਰੱਖਣਾ ਚਾਹੀਦਾ ਹੈਗਾ ਜਦੋਂ ਡੌਗ। ਤੁਸੀਂ ਇਹ ਬਾਏ ਕੀਤੇ ਸੀ ਕਿ ਤੁਹਾਡੇ ਤੋਂ ਕੋਈ ਸਾਈਨ ਵਗੈਰਾ ਵੀ ਕਰਵਾਏ ਗਏ ਸੀ ਕਿਸੇ ਡਾਕੂਮੈਂਟਸ ਦੇ ਉੱਤੇ, ਜਾਂ ਜਿਵੇਂ ਇਹ ਆਪਸ ਦੇ ਵਿੱਚ ਅੱਗੇ ਇਹਨਾਂ ਦੇ ਬੇਬੀਜ਼ ਕਰਵਾ ਸਕਦੇ ਹੋ ਜਾਂ ਕੁਝ ਅੱਗੇ ਕੁਝ ਸਿਸਟਮ ਹੈ? ਨਹੀਂ, ਮੇਰੇ ਕੋਲ ਦੋਨੋਂ ਬॉय ਡੌਗਸ ਹੀ ਆ, ਪਰ ਤੁਸੀਂ ਕਰ ਸਕਦੇ ਹੋ। ਜੇ ਬਰੀਡਰ ਬਣਨਾ ਦੈਨ ਯੂ ਹੈਵ ਟੂ ਹੈਵ ਅ ਡਿਫਰੈਂਟ ਲਾਇਸੈਂਸ ਬਰੀਡਰ ਦਾ। ਲਾਇਸੈਂਸ ਲੈਣਾ ਪੈਂਦਾ? ਹਾਂਜੀ, ਹਾਂਜੀ। ਤੇ ਤੁਸੀਂ ਚਾਹੋ ਜੇ ਤੁਹਾਡਾ ਨਹੀਂ ਤੁਹਾਡੇ ਬਣ ਪਾ ਰਿਹਾ ਜਾਂ ਤੁਸੀਂ ਅੱਗੇ ਕਿਤੇ ਮੂਵ ਹੋਣਾ, ਸ਼ਿਫਟ ਹੋਣਾ ਚਾਹੁੰਦੇ ਹੋ, ਤਾਂ ਕੀ ਤੁਸੀਂ ਆਪਣੇ ਡੌਗਸ ਅੱਗੇ ਕਿਤੇ ਸੇਲ ਵੀ ਕਰ ਸਕਦੇ ਹੋ? ਇਹ ਕੋਈ ਤੁਹਾਡੇ ਕੋਲ ਇਹ ਰਾਈਟ ਹੈਗਾ ਜਾਂ ਇਹ ਵੀ ਤੁਹਾਨੂੰ ਪਰਮਿਸ਼ਨ ਲੈਣੀ ਪੈਣੀ ਹੈ? ਨਹੀਂ, ਤੁਸੀਂ ਸੇਲ ਕਰ ਸਕਦੇ ਹੋ, ਕਿਸੇ ਆਪਣੇ ਯਾਰ ਦੋਸਤ ਨੂੰ ਪੁੱਛ ਸਕਦੇ ਹੋ। ਬਾਕੀ ਸ਼ੈਲਟਰਸ ਵੀ ਹੈਗੇ ਆ, ਜੇ ਤੁਹਾਨੂੰ ਜ਼ਿਆਦਾ ਹੀ ਕੋਈ ਟਰਬਲ ਆ ਜਾਵੇ ਤੇ ਫਿਰ ਸਿਟੀ ਨੇ ਵੀ ਤੁਹਾਡੀ ਹੈਲਪ ਕਰਦੀ ਹੈ। ਉੱਥੋਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਵੀ ਮੈਂ ਆਈ ਕੈਨਟ ਟੇਕ ਕੇਅਰ ਆਫ them, ਤੇ ਤੁਸੀਂ ਕੋਈ ਫਾਈਂਡ ਆਊਟ ਕਰ ਦਿਓ ਮੈਨੂੰ ਗੁੱਡ ਓਨਰ, ਗੁੱਡ ਹਾਊਸ, ਉਹ ਤੁਹਾਡੀ ਹੈਲਪ ਕਰਦੇ ਆ। ਜਿਹੜੇ ਡੌਗ ਸ਼ੈਲਟਰਸ ਨੇ, ਕਿ ਉੱਥੇ ਜਦੋਂ ਤੁਸੀਂ ਡੌਗ ਦੇ ਕੇ ਆਉਂਦੇ ਹੋ ਉਹਦੇ ਲਈ ਕੋਈ ਫੀਸ ਦੇਣੀ ਪੈਂਦੀ ਆ ਜਾਂ ਸਿਟੀ ਵਾਲੇ ਆਪਣੇ ਆਪ ਲੈ ਜਾਂਦੇ ਆ? ਨਹੀਂ, ਉਹਦਾ ਮੈਨੂੰ ਪਤਾ ਨਹੀਂ ਜ਼ਿਆਦਾ, ਪਰ ਵੀ ਕੈਨ ਫਾਈਂਡ ਆਊਟ। ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਕਈ ਵਾਰੀ ਇਦਾਂ ਹੁੰਦਾ ਕਿ ਇਨਸਾਨ ਤਾਂ ਆਪਸ ਦੇ ਵਿੱਚ ਬਹੁਤ ਇਮੋਸ਼ਨਲੀ ਅਟੈਚ ਹੋ ਜਾਂਦੇ ਆ, ਡੌਗਸ ਕਿੰਨੇ ਕੁ ਅਟੈਚ ਹੁੰਦੇ ਆ ਜੇਕਰ ਉਹਨਾਂ ਦਾ ਓਨਰ ਚੇਂਜ ਹੁੰਦਾ ਹੈ? ਜਿਵੇਂ ਹੁਣ ਤੁਸੀਂ ਅੱਗੇ ਆਪਣਾ ਡੌਗ ਅੱਗੇ ਆਪਣੇ ਕਿਸੇ ਫਰੈਂਡ ਨੂੰ ਸੇਲ ਕਰਨਾ ਚਾਹੁੰਦੇ ਹੋ, ਡੌਗਸ ਵਿੱਚ ਕਿੰਨੀ ਕੁ ਅਟੈਚਮੈਂਟ ਹੁੰਦੀ ਹੈ ਜਾਂ ਕਿੰਨਾ ਕੁ ਔਖਾ ਉਹਨਾਂ ਲਈ ਹੁੰਦਾ ਅੱਗੇ ਕਿਸੇ ਹੋਰ ਨਾਲ ਐਡਜਸਟ ਕਰਨਾ? ਡੌਗਸ ਵੀ ਕਾਫੀ ਅਟੈਚ ਹੁੰਦੇ ਆ, ਸੋ ਓਨਰ ਚੇਂਜ ਹੋ ਜੇ ਇਟਸ ਕੁਆਇਟ ਅ ਬਿਟ ਆਫ ਡਿਪਰੈਸ਼ਨ ਫॉर them। ਤੇ ਉਸ ਤੋਂ ਬਾਅਦ ਫਿਰ ਦੇ ਕਮ ਆਊਟ, ਪਰ ਉਹ ਗੱਲ ਨਹੀਂ ਰਹਿੰਦੀ ਜਿਹੜੀ ਇਹਨਾਂ ਦੀ ਓਰੀਜਨਲ ਓਨਰ ਦੇ ਨਾਲ ਆ। ਸੋ ਤੇ ਜਿਹੜੇ ਇਸ ਵਕਤ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਜਾਂ ਸੋਚ ਰਹੇ ਨੇ ਡੌਗ ਲੈਂਡ ਦੇ ਬਾਰੇ ਵਿੱਚ, ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ? ਮੈਂ ਤਾਂ ਕਹਿੰਦਾ ਸਾਰੇ ਜਣੇ ਡੌਗ ਰੱਖੋ, ਇੰਜੋਏ ਕਰੋ। ਜੋ ਸਟ੍ਰੈਸ ਇਹਨਾਂ ਤੋਂ ਰਿਲੀਵ ਹੁੰਦਾ, ਯੂ ਵਿਲ ਫੀਲ ਕਿ ਕਿਸ ਤਰ੍ਹਾਂ ਇਹਨਾਂ ਦੇ ਨਾਲ ਰਹਿਣਾ ਐਂਡ ਇੰਜੋਏ ਕਰਦੇ। ਤੁਹਾਡੇ ਡੌਗਸ ਦੇ ਨਾਮ ਮੈਂ ਪੁੱਛਣਾ ਭੁੱਲ ਗਈ, ਕੀ ਨਾਮ ਨਾਮ ਹੈ? ਇੱਕ ਦਾ ਨਾਮ ਬਲੂ, ਇੱਕ ਦਾ ਨਾਮ ਬੇਨ। ਕਿਹਨੇ ਇਹ ਨਾਮ ਰੱਖੇ ਨੇ? ਮੇਰੇ ਬੇਟੇ ਨੇ। ਬਲੂ ਐਂਡ ਬੇਨ। ਬੇਨ ਆਪਣਾ ਉਹ ਮੂਵੀ ਸੀਗੀ ਇੱਕ ਜੋਕਰ, ਤੇ ਉਹਦੇ ਵਿੱਚ ਬੇਨ ਹੈਗਾ ਜਿਹੜਾ ਮੇਨ ਕਰੈਕਟਰ। ਤੇ ਉਹ ਬੇਨ ਜਿਹੜਾ ਸਾਡੇ ਵਾਲਾ, ਉਹ ਕਾਫੀ ਮਤਲਬ
ਖੁੰਖਾਰ ਕਰੈਕਟਰ ਹੈ, ਉਹ ਮੂਵੀ 'ਚ ਵੀ ਖੁੰਖਾਰ ਹੀ ਸੀ, ਓਕੇ ਸੋ ਇਹਦੇ ਕਰਕੇ ਉਹਨੇ ਬੇਨ ਰੱਖਤਾ ਉਹਦਾ ਨਾਮ। ਵੈਸੇ ਕਿੰਨੇ ਕੁ ਨੌਟੀ ਨੇ ਜਾਂ ਕਿੰਨਾ ਕੁ ਤੁਹਾਡਾ ਕਿਹਾ ਈਜ਼ੀਲੀ ਮੰਨ ਜਾਂਦੇ ਆ ਜਾਂ ਕਈ ਵਾਰੀ ਕਰਦੇ ਆ ਥੋੜੀ ਜੀ? ਨਹੀਂ ਕਰਦੇ ਆ, ਪਰੇਸ਼ਾਨ ਕਰਦੇ ਆ, ਕਿਹਾ ਕੋ ਤਾਂ ਥੋੜਾ ਬਹੁਤਾ ਮੰਨ ਲੈਂਦੇ ਆ। ਟੂ ਬੀ ਵੈਰੀ ਟਰੂ, ਆਪਣਾ ਮਤਲਬ ਜਿੰਨਾ ਮਰਜ਼ੀ ਇਹਨਾਂ ਨੂੰ ਕਰ ਲੋ ਟ੍ਰੇਨ ਹੋ ਜਾਂਦੇ ਆ, ਪਰ ਮੇਰੇ ਵਾਲੇ ਜ਼ਿਆਦਾ ਟ੍ਰੇਨ ਨਹੀਂ ਹੈਗੇ। ਉਹ ਮਤਲਬ ਆਪਣੀ ਮਨ ਦੀ ਮਰਜ਼ੀ ਕਰਦੇ ਆਪਣੇ ਮਨ ਦੀ ਮਰਜ਼ੀ ਕਰਦੇ ਆ। ਉਸ ਤੋਂ ਬਾਅਦ ਜੇ ਖੱਡੇ ਖੁੱਡੇ ਖੋਦ ਕੇ ਬੈਠਣਾ, ਮੇਰੇ ਯਾਰਡ 'ਚ ਖੱਡੇ ਕਿੰਨੇ ਹੀ ਕੀਤੇ ਹੋਇਆ, ਸੋ ਦੇ ਵਾਂਟ ਟੂ ਡਿਗ, ਦੇ ਲਵ ਇਟ। ਸਰਦੀਆਂ 'ਚ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਸਨੋ ਦੇ ਵਿੱਚ ਖੇਡਦੇ, ਉੱਤੇ ਇੱਕ ਦੂਜੇ ਦੇ ਪਾਉਂਦੇ, ਭੱਜਦੇ ਦੌੜਦੇ, ਸਨੋ 'ਚ ਕੋਈ ਇੰਨਾ ਇਸ਼ੂ ਨਹੀਂ ਹੈ। ਗਰਮੀਆਂ 'ਚ ਇਹਨਾਂ ਨੂੰ ਹੁੰਦਾ ਹੈ ਕਿ ਵੀ ਸਾਨੂੰ ਥੋੜਾ ਜਿਹਾ ਉਹ ਕਰਕੇ ਰੱਖੋ। ਕਿ ਇਹ ਵੀ ਆਪਣੀ ਇਮੋਸ਼ਨਸ ਤੁਹਾਡੇ ਨਾਲ ਐਕਸਪ੍ਰੈਸ ਕਰਦੇ ਆ ਵੀ ਕਦੇ ਗੁੱਸੇ ਹੋ ਗਏ ਜਾਂ ਤੁਸੀਂ ਮਿਲੇ ਨਹੀਂ ਹੈਗੇ ਤਾਂ ਇਹਨਾਂ ਦਾ ਮੂਡ ਆਫ ਹੋ ਗਿਆ, ਇਹ ਚੀਜ਼ਾਂ ਕੀ ਤੁਸੀਂ ਕਦੇ ਇਹਨਾਂ ਦੀ ਮਹਿਸੂਸ ਕਰ ਸਕਦੇ ਹੋ, ਇੱਕ ਕਾਰਨਰ ਮਹਿਸੂਸ ਕਰ ਸਕਦਾ ਹੈ? ਹਾਂਜੀ ਕਰ ਸਕਦਾ ਹੈਗਾ। ਮੇਰੇ ਕੋਲ ਪਹਿਲਾਂ ਹੁੰਦਾ ਸੀ ਡੈਸ਼ ਹਾਊਂਡ ਡੌਗ, ਤੇ ਉਹ ਡੈਸ਼ ਹਾਊਂਡ ਥੋੜਾ ਬਿਮਾਰ ਹੋ ਗਿਆ ਸੀਗਾ, ਸੋ ਉਹਦੀਆਂ ਇਮੋਸ਼ਨਸ ਮੈਨੂੰ ਪਤਾ ਹੈ ਕਿ ਜਦੋਂ ਬਿਮਾਰ ਹੋ ਗਿਆ ਸੀ, ਮੈਂ ਆਫਿਸ ਤੋਂ ਆਇਆ ਤੇ ਹੀ ਕੁਡ ਨਾਟ ਵਾਕ ਐਂਡ ਹੀ ਵਾਸ ਲੁਕਿੰਗ ਐਟ ਮੀ ਕਿ ਤੂੰ ਵਾਟ ਆਰ ਯੂ ਡੂਇੰਗ, ਤੂੰ ਆਇਆ, ਤੂੰ ਹੁਣ ਰਾਈਟ ਵੇ ਕੱਪੜੇ ਚੇਂਜ ਕਰਕੇ ਮੈਨੂੰ ਡਾਕਟਰ ਕੋਲ ਲੈ ਕੇ ਚੱਲ। ਸੋ ਯੂ ਕੈਨ ਡੈਫੀਨੇਟਲੀ ਫੀਲ ਕਿ ਇਹ ਹੁਣ ਤੁਹਾਨੂੰ ਕੀ ਕਹਿ ਰਿਹਾ। ਜੇ ਬਾਈ ਚਾਂਸ ਇਹ ਸਿੱਕ ਨੇ, ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਹਾਂ ਕਿ ਇਹਨਾਂ ਵਿੱਚ ਅੱਜ ਕੋਈ ਪ੍ਰੋਬਲਮ ਲੱਗ ਰਹੀ ਹੈ, ਕੋਈ ਹੈਲਥ ਪ੍ਰੋਬਲਮ ਲੱਗ ਰਹੀ ਹੈ ਜਾਂ ਇਹ ਐਕਟਿਵ ਨਹੀਂ ਲੱਗ ਰਹੀ? ਹਾਂਜੀ ਸਾਰਾ ਪਤਾ, ਕਿਉਂਕਿ ਰੋਟੀ ਖਾਣੀ ਛੱਡ ਦਿੰਦੇ ਆ, ਤੁਹਾਡੇ ਨਾਲ ਜੋ ਇਹਨਾਂ ਦਾ ਬਿਹੇਵੀਅਰ ਨਾਰਮਲ ਹੈ ਉਹ ਕਰਨਾ ਛੱਡ ਦਿੰਦੇ ਆ ਇਹ, ਸੋ ਉਹਦੇ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਚੱਕਰ ਪੈ ਗਿਆ ਕੋਈ। ਦਿਨ 'ਚ ਕਿੰਨੇ ਟਾਈਮ ਇਹਨਾਂ ਨੂੰ ਖਾਣਾ ਦਿੰਦੇ ਹੋ ਤੁਸੀਂ? 2 ਟਾਈਮ। 2 ਟਾਈਮ? ਹਾਂਜੀ, ਇੱਕ ਸਵੇਰੇ ਇੱਕ ਸ਼ਾਮ ਨੂੰ। ਸ਼ਾਮ ਨੂੰ? ਹਾਂਜੀ। ਠੀਕ ਹੈ ਜੀ, ਥੈਂਕ ਯੂ ਸੋ ਮਚ ਸਰ। ਨੋ ਪ੍ਰੋਬਲਮ, ਥੈਂਕ ਯੂ ਸੋ ਮਚ ਫॉर ਯੂਰ ਟਾਈਮ। ਥੈਂਕ ਯੂ ਸਰ। ਸੋ ਅੱਜ ਅਸੀਂ ਡਿਆਗੋ ਦੀ ਬਰਥਡੇ ਪਾਰਟੀ ਤੇ ਪਹੁੰਚੇ ਹਾਂ, ਜੋ ਕਿ 5 ਸਾਲ ਦਾ ਹੋਣ ਲੱਗਿਆ। ਡਿਆਗੋ ਦੇ ਓਨਰ, ਉਹਨਾਂ ਦੇ ਫੈਮਿਲੀ ਮੈਂਬਰਸ ਮੇਘਾ ਸਾਡੇ ਨਾਲ ਮੌਜੂਦ ਨੇ। ਮੇਘਾ, ਵੈਲਕਮ ਟੂ ਹਮਦਰਦ ਟੀਵੀ। Hi, how are you? ਆਮ ਗੁੱਡ। ਤੇ ਮੈਂ ਦੇਖ ਰਹੀ ਹਾਂ ਕਾਫੀ ਅੱਛੀ ਡੈਕੋਰੇਸ਼ਨ ਹੋ ਰਹੀ ਹੈ। ਸੋ ਡਿਆਗੋ 5 ਸਾਲ ਦਾ ਹੋਣ ਲੱਗਿਆ। ਕੰਗ੍ਰੈਚੁਲੇਸ਼ਨਸ ਟੂ ਯੂ ਐਂਡ ਯੂਰ ਫੈਮਿਲੀ। Thank you. ਸੋ ਪ੍ਰੋਪਰ ਇੱਕ ਅੱਛੀ ਬਰਥਡੇ ਪਾਰਟੀ ਤੁਸੀਂ ਇੱਥੇ ਸੈਲੀਬ੍ਰੇਟ ਕਰ ਰਹੇ ਹੋ, ਤੇ ਮੈਂ ਜਾਣਨਾ ਚਾਹਾਂਗੀ ਕਿ ਡਿਆਗੋ ਬਾਰੇ ਪਹਿਲਾਂ ਆਪਣੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਕੁਝ ਦੱਸੋ। ਡਿਆਗੋ ਕੌਣ ਹੈ? ਤੇ ਇਸ ਟਾਈਮ ਸਾਨੂੰ ਤੰਗ ਵੀ ਕਰ ਰਿਹਾ, ਤੁਸੀਂ ਦੇਖ ਸਕਦੇ ਹੋ ਵਿੱਚ। ਸੋ ਲੋ ਜੀ, ਡਿਆਗੋ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਸੋ ਡਿਆਗੋ ਨੂੰ ਤੁਸੀਂ ਕਦੋਂ ਲਿਆ? ਅਸੀਂ 5 ਸਾਲ ਪਹਿਲਾਂ ਲਿੱਤਾ ਸੀ ਡਿਆਗੋ। ਸੋ ਅੱਜ ਇਹਦਾ 5ਵਾਂ ਬਰਥਡੇ ਹੈ। ਹਾਂਜੀ 5ਵਾਂ ਬਰਥਡੇ ਹੈ। ਓਕੇ, ਸੋ ਕਾਫੀ ਜ਼ਿਆਦਾ ਇੱਥੇ ਮੈਂ ਦੇਖ ਰਹੀ ਹਾਂ, ਬਾਕੀ ਇਹਦਾ ਫਰੈਂਡ ਸਰਕਲ ਵੀ ਆ ਰਿਹਾ, ਜਿਹੜਾ ਦੇਖ ਸਕਦੇ ਹੋ ਕਿ ਤੁਸੀਂ ਦੇਖੋ ਕਿ ਉਹਨਾਂ ਨੇ ਉਹਨੂੰ ਗੋਦ ਵਿੱਚ ਚੁੱਕਿਆ ਤੇ ਦੂਸਰੇ ਨੂੰ ਹੋ ਰਿਹਾ ਕਿ ਮੈਨੂੰ ਕਿਉਂ ਨਹੀਂ ਲਿਆ ਜਾ ਰਿਹਾ ਹੈਗਾ। ਸੋ 5 ਸਾਲ ਪਹਿਲਾਂ ਲਿਆ ਸੀ, ਕਿਵੇਂ ਦਾ ਐਕਸਪੀਰੀਅੰਸ ਰਿਹਾ, ਕਿਵੇਂ ਲਿਆ, ਕਿ ਪੂਰੀ ਫੈਮਿਲੀ ਮੰਨੀ ਹੋਈ ਸੀ? ਐਕਚੁਅਲੀ ਅਸੀਂ ਨਾ ਮੰਮੀ ਨੂੰ ਬਹੁਤ ਚਾਹੀਦਾ ਸੀ ਡੌਗੀ, ਮੰਮੀ ਬਚਪਨ ਤੋਂ ਹੀ ਡੌਗੀ ਨੂੰ ਬਹੁਤ ਪਿਆਰ ਕਰਦੀ ਹੈ, ਪਰ ਪਾਪਾ ਨੂੰ ਨਹੀਂ ਚਾਹੀਦਾ ਸੀ, ਤਾਂ ਅਸੀਂ ਲਾਈਕ ਚੋਰੀ ਚੋਰੀ ਲੈ ਕੇ ਆਏ ਸੀ। ਮੇਰੀ ਵੱਡੀ ਕਜ਼ਨ ਹੈ, ਉਹਨੇ ਸਾਡੀ ਹੈਲਪ ਕੀਤੀ ਸੀ। ਫਿਰ ਉਹ ਛੋਟਾ ਜਿਹਾ ਸੀ, 3 ਹਫ਼ਤਿਆਂ ਦਾ ਸੀ, ਐਂਡ ਪਹਿਲਾਂ ਤਾਂ ਪਾਪਾ ਬਹੁਤ ਗੁੱਸੇ ਹੋਏ ਸੀ, ਲੜਾਈ ਹੋਈ ਸੀ ਘਰ 'ਚ, ਫਿਰ ਕਹਿੰਦੇ ਸੀ ਨਹੀਂ ਅਸੀਂ ਵਾਪਸ ਕਰ ਦੇਣਾ, ਪਰ ਹੌਲੀ ਹੌਲੀ ਸਾਰਿਆਂ ਨੂੰ ਪਿਆਰ ਹੋ ਗਿਆ ਸੀ। ਹੁਣ ਕਿਸੇ ਦਾ ਦਿਲ ਹੀ ਨਹੀਂ ਖੁਸ਼ ਹੁੰਦਾ ਬਿਨਾਂ ਡਿਆਗੋ ਤੋਂ, ਘਰ ਹੀ ਇੰਨਾ ਸੁਨਸਾਨ ਲੱਗਦਾ ਹੈ। ਸੋ ਡਿਆਗੋ ਜਦੋਂ ਆਇਆ ਸੀ ਸੀਗਾ ਘਰ ਦੇ ਵਿੱਚ, ਕਾਫੀ ਜ਼ਿਆਦਾ ਮਾਹੌਲ ਵੀ ਖਰਾਬ ਹੋਇਆ। ਸੋ ਹੁਣ ਫਾਦਰ ਸਾਹਿਬ ਨੇ ਐਕਸੈਪਟ ਕਰ ਲਿਆ? ਉਹ ਤਾਂ ਕਹਿੰਦਾ ਹੈ ਇਹ ਮੇਰੀ ਖਾਤਰਦਾਰੀ ਕਰਦਾ ਹੈ, ਇਹ ਹੀ ਖੁਸ਼ ਹੁੰਦਾ ਹੈ ਜਦੋਂ ਮੈਂ ਘਰ ਆਉਂਦਾ ਹੈ। ਪਾਪਾ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ਆ ਜਦੋਂ ਡਿਆਗੋ ਹੁੰਦਾ ਹੈ। ਸੋ ਡਿਆਗੋ 3 ਮਹੀਨੇ ਦਾ ਸੀ, ਉਹਦੀ ਟੇਕ ਕੇਅਰ ਫਿਰ ਕਿਵੇਂ ਕੀਤੀ? ਇੰਨਾ ਛੋਟਾ ਸੀ ਉਸ ਟਾਈਮ ਦੇ ਵਿੱਚ, ਕਿ ਤੁਹਾਨੂੰ ਪਹਿਲਾਂ ਦੱਸਿਆ ਗਿਆ ਸੀ ਕਿਵੇਂ ਟੇਕ ਕੇਅਰ ਕਰਨੀ, ਕੀ ਇਹਦੀ ਖਾਣ ਪੀਣ ਦੀ ਰੂਟੀਨ ਹੋਏ? ਐਕਚੁਅਲੀ ਅਸੀਂ ਸਾਰਾ YouTube ਤੋਂ ਸਿੱਖਿਆ ਸੀ। ਸੋ ਮੇਰੀ ਸਿਸਟਰ, ਮੈਂ YouTube ਤੇ ਜਾ ਕੇ ਅਸੀਂ ਸਾਰਾ ਕੁਝ ਸਿੱਖਿਆ, ਲਾਈਕ ਹਾਊ ਟੂ ਟੇਕ ਕੇਅਰ ਆਫ ਹਿਮ, ਕਿੱਦਾਂ ਟ੍ਰੇਨ ਕਰਨਾ ਹੈ, ਲਾਈਕ ਬੋਡੀ ਟ੍ਰੇਨ ਕਿੱਦਾਂ ਕਰਾਉਣਾ ਹੈ, ਸਾਰਾ ਕੁਝ ਇੰਟਰਨੈਟ ਤੇ ਸਾਰਾ ਕੁਝ ਪਿਆ ਹੁੰਦਾ ਅੱਜ ਕੱਲ੍ਹ। ਡਿਆਗੋ ਛੋਟਾ ਡੌਗੀ ਹੈ ਤਾਂ ਉਹਨੂੰ ਟ੍ਰੇਨ ਕਰਨਾ ਥੋੜਾ ਈਜ਼ੀ ਹੈ ਵੱਡੇ ਡੌਗੀਆਂ ਨਾਲ, ਬਟ ਫਿਰ ਵੀ 6 ਮਹੀਨੇ ਲੱਗੇ ਸੀ ਜਦੋਂ ਤੱਕ ਉਹ ਲਾਈਕ ਉਹਨੂੰ ਦੱਸਣਾ ਨਹੀਂ ਆ ਗਿਆ, ਲਾਈਕ ਕਿ ਮੈਂ ਬਾਥਰੂਮ ਜਾਣਾ, ਮੈਨੂੰ ਬਾਹਰ ਛੱਡ ਦਿਓ, ਜਾਂ ਫਿਰ ਉਹ ਆਰਾਮ ਨਾਲ ਸੌਣ ਨਹੀਂ ਲੱਗਿਆ। ਹੁਣ ਵੀ ਲਾਈਕ ਜਦੋਂ ਸਟ੍ਰੇਂਜਰਸ ਨਾਲ ਮਿਲਦਾ ਹੈ, ਲਾਈਕ ਥੋੜਾ ਓਪਰਾ ਕਰਦਾ ਹੈ, ਪਰ ਫਿਰ ਬਾਅਦ 'ਚੋਂ ਠੀਕ ਹੋ ਜਾਂਦਾ ਹੈ। ਐਕਚੁਅਲੀ 4 ਸਾਲ ਤੋਂ ਬਾਅਦ ਅਸੀਂ ਦੇਖਿਆ ਕਿ ਉਹ ਬੋਲਣ ਵੀ ਲੱਗ ਗਿਆ ਸੀ। ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਤੇ ਕਿੰਨੇ ਦਾ ਤੁਸੀਂ ਲਿਆ ਸੀ, ਕਿੰਨੇ ਡਾਲਰ 'ਚ ਲਿਆ ਸੀ, ਤੇ ਕਿਹੜੀ ਬਰੀਡ ਹੈ? I think in 2016 $1,000 ਦਾ ਆ ਗਿਆ ਸੀ ਡੌਗੀ। ਅੱਜ ਕੱਲ੍ਹ ਬਹੁਤ ਮਹਿੰਗੇ ਹੋ ਗਏ ਸੀ। ਹੀ ਇਜ਼ ਮਾਲਟੀਜ਼ ਯੋਰਕੀ। ਤੇ ਜਿਵੇਂ ਡਿਆਗੋ, ਇਹਦਾ ਨਾਮ ਫਿਰ ਕਿਹਨੇ ਰੱਖਿਆ ਕਿ ਡਿਆਗੋ ਨਾਮ ਇਹ ਸੂਟ ਕਰੇਗਾ? ਐਕਚੁਅਲੀ ਜਦੋਂ ਮੈਂ ਔਰ ਮੇਰੇ ਬ੍ਰਦਰ ਛੋਟੇ ਸੀਗੇ ਨਾ, ਅਸੀਂ ਡੋਰਾ ਦੀ ਐਕਸਪਲੋਰਰ ਦੇਖਦੇ ਸੀ, ਔਰ ਉਹਦੇ 'ਚ ਕੈਰੈਕਟਰ ਹੈ ਡਿਆਗੋ,
ਤਾਂ ਫਿਰ ਮੇਰੀ ਮੰਮੀ ਨੇ ਡਿਆਗੋ ਨਾਮ ਰੱਖਿਆ ਸੀ ਉਹਦਾ। ਹਾਂ ਤੇ ਜਦੋਂ ਕਿਤੇ ਬਾਹਰ ਜਾਣਾ ਹੁੰਦਾ ਆ ਫਿਰ ਇਹਨੂੰ ਤੁਸੀਂ ਨਾਲ ਲੈ ਕੇ ਜਾਂਦੇ ਹੋ ਜਾਂ ਫਿਰ ਕਿਤੇ ਜਿਵੇਂ ਅੱਜ ਕੱਲ੍ਹ ਡੌਗ ਕੇਅਰ ਸੈਂਟਰਸ ਵਗੈਰਾ ਨੇ ਉੱਥੇ ਤੁਸੀਂ ਛੱਡ ਕੇ ਜੇ ਤਾਂ ਡੌਗੀ ਨੂੰ ਲਿਜਾ ਸਕਦੇ ਹਾਂ ਅਸੀਂ ਲੈ ਜਾਂਦੇ ਹਾਂ, ਜਿੱਦਾਂ ਕੋਈ ਪਿਕਨਿਕ ਤੇ ਗਏ ਵਗੈਰਾ। ਪਰ ਜੇ ਨਹੀਂ ਲੈ ਜਾ ਸਕਦੇ ਅਸੀਂ ਆਪਣੇ ਮਾਮਾ ਜੀ ਨਾਲ ਛੱਡ ਦਿੰਦੇ ਹਾਂ, ਉਹ ਟੇਕ ਕੇਅਰ ਕਰ ਲੈਂਦੇ ਆ ਉਹਦੀ। ਰਿਸਪੌਂਸਿਬਿਲਿਟੀ ਤਾਂ ਹੁੰਦੀ ਹੈ, ਜਿੱਦਾਂ ਇਹਨੂੰ ਵਾਕ ਤੇ ਲੈ ਕੇ ਜਾਣਾ ਹੈ ਰੋਜ਼, ਇਹਦਾ ਲਾਈਕ ਖਾਣ ਪੀਣ ਦਾ ਧਿਆਨ ਰੱਖਣਾ ਹੁੰਦਾ ਹੈ, ਇਹਨੂੰ ਨਲਾਉਣਾ ਵੀ ਪੈਂਦਾ ਹੈ, ਗਰੂਮਿੰਗ ਦੇ ਵੀ ਪੈਸੇ ਲੱਗਦੇ ਹੈ, ਡਾਕਟਰ ਦੇ ਵੀ ਪੈਸੇ ਲੱਗਦੇ ਹੈ। ਪਰ ਜਦੋਂ ਡੌਗੀ ਨਾਲ ਪਿਆਰ ਹੋ ਜਾਂਦਾ ਨਾ, ਉਹ ਫੈਮਿਲੀ ਮੈਂਬਰ ਬਣ ਜਾਂਦਾ ਹੈ, ਫਿਰ ਉਹ ਰਿਸਪੌਂਸਿਬਿਲਿਟੀ ਇੰਨੀ ਔਖੀ ਨਹੀਂ ਲੱਗਦੀ। ਸੋ ਖਾਣ ਪੀਣ 'ਚ ਤੁਸੀਂ ਕੀ ਆਪਣਾ ਜਿਵੇਂ ਤੁਸੀਂ ਘਰ ਦਾ ਖਾਣਾ ਦਿੰਦੇ ਹੋ ਆਪਣਾ ਜਿਵੇਂ ਦਾ ਬਣਿਆ ਹੁੰਦਾ ਉਵੇਂ ਦਾ ਦਿੰਦੇ ਹੋ ਜਾਂ ਇਹਨਾਂ ਲਈ ਸਪੈਸ਼ਲ ਅਲੱਗ ਡਾਈਟ ਹੁੰਦੀ ਹੈ? ਐਕਚੁਅਲੀ ਅਸੀਂ ਜ਼ਿਆਦਾ ਇਹਨੂੰ ਪ੍ਰੋਸੈਸਡ ਫੂਡ ਨਹੀਂ ਦਿੰਦੇ, ਜਿੱਦਾਂ ਡੌਗ ਫੂਡ ਆਉਂਦਾ ਹੈ ਨਾ ਕੈਨ 'ਚ, ਉਹ ਨਹੀਂ ਦਿੰਦੇ ਅਸੀਂ ਜ਼ਿਆਦਾ, ਕਿਉਂਕਿ ਉਹਦੇ 'ਚ ਜ਼ਿਆਦਾ ਕੈਮੀਕਲਸ ਵਗੈਰਾ ਹੁੰਦੇ ਆ। ਅਸੀਂ ਇਹਦੇ ਲਈ ਜ਼ਿਆਦਾਤਰ ਚਿਕਨ ਬਣਾ ਕੇ ਇਹਨੂੰ ਦੇ ਦਿੰਦੇ ਹਾਂ। ਹਾਂਜੀ, ਐਕਚੁਅਲੀ ਸਾਡੇ ਨੇਬਰਸ ਨਾ, ਅਸੀਂ ਉੱਦਾਂ ਨਹੀਂ ਆਪਣੇ ਨੇਬਰਸ ਨੂੰ ਹਾਏ ਹੈਲੋ ਲਾਈਕ ਜ਼ਿਆਦਾ ਨਹੀਂ ਕਰਦੇ, ਬਟ ਡੌਗੀ ਕਰਕੇ ਜ਼ਿਆਦਾ ਨੇਬਰਸ ਮਿਲਦੇ, ਕਿਉਂਕਿ ਸਾਰੇ ਆਪਣੀ ਡੌਗੀ ਨੂੰ ਵਾਕ ਕਰਨ ਲੈ ਜਾਂਦੇ ਆ, ਫਿਰ ਡੌਗੀ ਦੇ ਬਾਰੇ 'ਚ ਗੱਲਬਾਤ ਹੋ ਜਾਂਦੀ ਹੈ, ਫਿਰ ਉੱਦਾਂ ਹੀ ਫਰੈਂਡਸ ਵੀ ਬਣ ਜਾਂਦੇ ਆ। ਸਮਰ ਐਂਡ ਵਿੰਟਰਸ ਦੇ ਵਿੱਚ ਇਹਨਾਂ ਦੀ ਕੀ ਕੋਈ ਖਾਸ ਕੇਅਰ ਕਰਨੀ ਪੈਂਦੀ ਹੈ? ਐਂਡ ਵਿੰਟਰਸ ਦੀ ਗੱਲ ਕਰੀਏ ਜਿਵੇਂ ਸਨੋ ਦਾ ਮੌਸਮ ਹੁੰਦਾ, ਫਿਰ ਵਾਕ ਵਗੈਰਾ ਕਿਵੇਂ ਕਰਦੇ? ਉਹ ਡਿਆਗੋ ਨੂੰ ਤਾਂ ਸਨੋ ਬਹੁਤ ਪਸੰਦ ਹੈ। ਜਦੋਂ ਸਨੋ ਪੈਂਦੀ ਹੈ ਨਾ, ਪਹਿਲੀ ਵਾਰ ਅਸੀਂ ਇਹਨੂੰ ਬਾਹਰ ਬੈਕਯਾਰਡ 'ਚ ਕੱਢਦੇ ਹਾਂ, ਉਹ ਤਾਂ ਬਿਲਕੁਲ ਲਾਈਕ ਜੰਪ ਮਾਰ ਮਾਰ ਕੇ ਸਾਰਾ ਕੁਝ ਦੇਖਦਾ ਹੈ। ਮੰਮਾ ਨੇ ਤਾਂ ਡੌਗੀ ਲਈ ਲਾਈਕ ਸਨੋ ਜੈਕਟ ਲੈ ਕੇ ਆਈ ਸੀ ਮੰਮਾ ਲਾਸਟ ਈਅਰ। ਇਟ ਵਾਜ਼ ਸੋ ਕਿਊਟ। ਬਟ ਉਹਨਾਂ ਨੂੰ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਉਹਨਾਂ ਦੀ ਨੈਚੁਰਲ ਫਰ ਹੁੰਦੀ ਹੈ ਨਾ। ਮੈਂ ਕਹਿਣਾ ਚਾਹਾਂਗੀ, ਜੇ ਤੁਸੀਂ ਜ਼ਿਆਦਾ ਦੇਰ ਘਰ ਨਹੀਂ ਰਹਿ ਸਕਦੇ, ਜ਼ਿਆਦਾ ਕੰਮ ਕਰਦੇ ਹੋ ਬਾਹਰ, ਕੋਈ ਵੀ ਨਹੀਂ ਹੈਗਾ ਘਰ 'ਤੇ, ਲਾਈਕ ਡੋਂਟ ਗੈਟ ਅ ਡੌਗ, ਕਿਉਂਕਿ ਉਹ ਬਹੁਤ ਤੜਫਦੇ ਆ ਜਦੋਂ ਘਰ ਇਕੱਲੇ ਹੁੰਦੇ ਆ ਨਾ, ਖਾਸ ਕਰ ਬਹੁਤ ਜ਼ਿਆਦਾ ਤੜਫਦੇ ਆ, ਉਹ ਇਕੱਲੇ ਨਹੀਂ ਰਹਿ ਸਕਦੇ। ਤਾਂ ਕੋਈ ਨਾ ਕੋਈ ਤਾਂ ਹੋਣਾ ਚਾਹੀਦਾ ਘਰ, ਜਾਂ ਫਿਰ ਜ਼ਿਆਦਾ ਆਵਰਸ ਨਾ ਕੰਮ ਕਰੇ ਕੋਈ ਵੀ। ਡੌਗਸ ਨੂੰ ਵੀ ਹੁੰਦੀ ਹੈ ਬਹੁਤ ਜ਼ਿਆਦਾ ਅਟੈਚਮੈਂਟ। ਜਦੋਂ ਪਾਪਾ ਆਉਂਦੇ ਨਾ ਸਾਡੇ ਘਰ, ਲਾਈਕ ਡਿਆਗੋ ਸੁੱਤਾ ਪਿਆ ਵੀ ਹੋਊਗਾ ਨਾ, ਉਹਨੂੰ ਕਹਿ ਦੋ ਪਾਪਾ ਆ ਗਏ, ਉਸੇ ਟਾਈਮ ਉਹ ਖੜਾ ਹੋ ਜਾਂਦਾ ਹੈ, ਉਹਦੇ ਕੰਨ ਵੀ ਖੜੇ ਹੋ ਜਾਂਦੇ ਆ, ਉਹ ਜਾ ਕੇ ਵਿੰਡੋ 'ਚ ਦੇਖਣ ਲੱਗ ਜਾਂਦਾ ਹੈ ਪਾਪਾ ਕਿੱਥੇ ਹੈ, ਔਰ ਪਾਪਾ ਦੀ ਜਰਾਬ ਲੈ ਕੇ ਦੌੜ ਜਾਂਦਾ ਹੈ, ਪਾਪਾ ਦੇ ਨਾਲ ਜੁੜ ਕੇ ਬੈਠਦਾ ਹੈ, ਔਰ ਫਿਰ ਕਿਸੇ ਕੋਲ ਵੀ ਨਹੀਂ ਆਉਂਦਾ ਜਦੋਂ ਪਾਪਾ ਘਰ ਆਉਂਦੇ ਆ। ਹਾਂਜੀ, ਮਹੀਨੇ 'ਚ ਇੱਕ ਵਾਰੀ ਅਸੀਂ ਇਹਨੂੰ ਗਰੂਮਿੰਗ ਤੇ ਲੈ ਕੇ ਜਾਂਦੇ ਹਾਂ, ਉੱਥੇ ਇਹਦੇ ਨੇਲਸ ਵੀ ਕੱਟ ਕਰਦੇ ਹਾਂ, ਬਾਲ ਵੀ ਕੱਟ ਕਰਦੇ ਹਾਂ, ਸਾਰਾ ਕੁਝ ਉਹਦੀ ਟੇਕ ਕੇਅਰ ਕਰਦੇ ਹਾਂ। ਪਰ ਇਹਨੂੰ ਵੀਕਲੀ ਵਨਸ ਅ ਵੀਕ ਬਾਥ ਦੇ ਦਿੰਦੇ ਹਾਂ ਅਸੀਂ ਘਰ। ਇਹਨੂੰ ਵੀ ਅਸੀਂ ਟ੍ਰੇਨ ਕੀਤਾ ਹੋਇਆ ਹੈ, ਬਟ ਜਦੋਂ ਵੀ ਨਿਊ ਡੌਗੀ ਨੂੰ ਮਿਲਣਾ ਹੁੰਦਾ ਹੈ, ਫਰਸਟ ਉਹ ਸਮੈਲ ਕਰਦਾ ਹੈ, ਫਿਰ ਜਦੋਂ ਸੇਫ ਫੀਲ ਕਰਦਾ ਹੈ, ਫਿਰ ਉਹ ਠੀਕ ਰਹਿੰਦਾ ਹੈ। ਬਟ ਜੇ ਬਿਗ ਡੌਗੀ ਲਿੱਤਾ ਕਿਸੇ ਨੇ, ਜਿੱਦਾਂ ਲਾਈਕ ਅਮਰੀਕਨ ਬੁਲੀ ਜਾਂ ਜਰਮਨ ਸ਼ੈਪਰਡ, ਉਹਨੂੰ ਲਾਈਕ ਬਿਲਕੁਲ ਮੈਂ ਰეკਮੈਂਡ ਕਰਾਂਗੀ ਕਿ ਕੋਈ ਟ੍ਰੇਨਰ ਹਾਇਰ ਕਰੋ, ਕਿਉਂਕਿ ਜੇ ਉਹ ਬਾਈਟ ਕਰ ਲੇ ਤਾਂ ਬਿਗ ਡੀਲ ਹੈ, ਜੇ ਛੋਟਾ ਜਿਹਾ ਡੌਗੀ ਬਾਈਟ ਕਰੇ ਉਹ ਤਾਂ ਫੀਲ ਵੀ ਨਹੀਂ ਹੁੰਦਾ। ਜਿਹੜੇ ਸਾਡੇ ਇਸ ਵਕਤ ਵਿਊਅਰਸ ਤੁਹਾਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ ਜਿਹੜੇ ਡੌਗ ਲਵਰਸ ਨੇ, ਡੌਗ ਰੱਖਣਾ ਚਾਹੁੰਦੇ ਨੇ, ਘਰ ਵਿੱਚ ਲੈਣਾ ਚਾਹੁੰਦੇ ਨੇ, ਕੈਨੇਡਾ ਵਿੱਚ ਕਿੰਨਾ ਕੁ ਰਿਸਪੌਂਸਿਬਿਲਿਟੀ ਹੋ ਸਕਦੀ ਹੈ ਕਿ ਡੌਗ ਰੱਖਣਾ? ਆਈ ਵੁੱਡ ਸੇ ਜੇ ਤੁਹਾਨੂੰ ਐਨੀਮਲਸ ਨਾਲ ਪਿਆਰ ਹੈ, ਰਿਸਪੌਂਸਿਬਿਲਿਟੀ ਚੱਕਣਾ ਚਾਹੁੰਦੇ ਹੋ, ਦੈਨ ਡੈਫੀਨਿਟਲੀ ਗੈਟ ਅ ਡੌਗ, ਬਿਕਾਜ਼ ਪੂਰੇ ਘਰ 'ਚ ਲਾਈਕ ਬ੍ਰਿੰਗ ਸੋ ਮਚ ਹੈਪੀਨੈਸ to everybody, but only if you can take the responsibility. ਸੋ ਦੋਸਤੋ, ਇਹ ਸੀ ਹਮਦਰਦ ਟੀਵੀ ਦਾ ਡੌਗ ਲਵਰਸ ਲਈ ਇੱਕ ਖਾਸ ਐਪੀਸੋਡ ਲਾਈਫ ਇਨ ਕੈਨੇਡਾ ਵਿੱਚ ਅਸੀਂ ਤੁਹਾਡੇ ਲਈ ਰੂਬਰੂ ਕੀਤਾ ਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਐਪੀਸੋਡ ਜ਼ਰੂਰ ਪਸੰਦ ਆਇਆ ਹੋਵੇਗਾ, ਤੇ ਤੁਸੀਂ ਇਸ ਤੋਂ ਇਲਾਵਾ ਲਾਈਫ ਇਨ ਕੈਨੇਡਾ ਵਿੱਚ ਹੋਰ ਕੀ ਦੇਖਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਕਮੈਂਟ ਸਭ ਤੋਂ ਜ਼ਿਆਦਾ ਹੋਣਗੇ ਉਸ ਟੌਪਿਕ ਨੂੰ ਲਾਈਫ ਇਨ ਕੈਨੇਡਾ ਦੇ ਨੈਕਸਟ ਐਪੀਸੋਡ ਵਿੱਚ ਜ਼ਰੂਰ ਕਵਰ ਕਰੀਏ। ਇਸ ਦੇ ਨਾਲ ਹੀ ਕੈਮਰਾਮੈਨ ਮਨਦੀਪ ਪੂਨੀਆ ਤੇ ਰੀਤ ਇੰਦਰ ਨਾਲ ਮੈਨੂੰ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।